ਸਤਨਾਮ ਸ਼੍ਰੀ ਵਾਹਿਗੁਰੂ ਜੀ। ਧੰਨ ਸੋ ਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ, ਜਿਤ ਡਿਠਾ ਗੁਰਦਰਸਾਰ। ਬਾਣੀ ਮੁਖੋ ਉਚਾਰੀਐ, ਹੋਏ ਰੁਸ਼ਨਾਈ ਮਿਟੈ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਧੁਨਕਾਰਾ। ਸਤਨਾਮ ਸ੍ਰੀ ਵਾਹਿਗੁਰੂ ਜੀ। 12 ਮਾਹ ਮਾਝ ਮਹੱਲਾ ਪੰਜਵਾ। ਘਰ ਚੌਥਾ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਕਿਰਤ ਕਰਮ ਕੇ ਵੀਛੁੜੇ, ਕਰ ਕਿਰਪਾ ਮਿਲਹੁ ਰਾਮ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਕਿਰਤ ਕਰਮ ਕੇ ਵੀਛੁੜੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਪਰਮ ਸਨਮਾਨਯੋਗ ਗੁਰੂ ਕਾ ਰੂਪ ਖਾਲਸਾ ਸਾਧ ਸੰਗਤ ਜੀਓ। ਹਜ਼ੂਰ ਦੀ ਮਹਾਨ ਬਖਸ਼ਿਸ਼ ਕਿਰਪਾ ਦਾ ਸਦਕਾ, ਜੋ ਸਤਿਗੁਰਾਂ ਦੀ ਪਰਮ ਪਵਿੱਤਰ ਅੰਮ੍ਰਿਤਮਈ ਬਾਣੀ ਦੀ ਲੜੀਵਾਰ ਵਿਚਾਰ ਆਰੰਭ ਹੈ, ਗੁਰੂ ਕਿਰਪਾ ਸਦਕਾ ਗੁਰੂ ਗ੍ਰੰਥ ਸਾਹਿਬ ਜੀ ਦੇ 133 ਅੰਗ 'ਤੇ ਇਹ ਕਥਾ ਪਹੁੰਚੀ ਹੋਈ ਹੈ। ਹੁਣ 12 ਮਾਹ ਬਾਣੀ ਆਰੰਭ ਹੋ ਰਹੀ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਸਰੂਪ ਅੰਦਰ 2 12 ਮਾਹੇ ਹਨ। ਇੱਕ ਤਾਂ ਤੁਖਾਰੀ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ। ਕਰਤਾਰਪੁਰ ਸਾਹਿਬ ਜੋ ਪਾਕਿਸਤਾਨ ਦੇ ਵਿੱਚ ਹੈ, ਉਸ ਸਥਾਨ 'ਤੇ ਸਤਿਗੁਰੂ ਨਾਨਕ ਦੇਵ ਮਹਾਰਾਜ ਨੇ 19 ਸਾਲ ਦੇ ਕਰੀਬ ਸਮਾਂ ਬਤੀਤ ਕੀਤਾ ਹੈ ਅਤੇ ਉੱਥੇ ਰਹਿੰਦਿਆਂ ਹਜ਼ੂਰ ਨੇ ਤੁਖਾਰੀ ਰਾਗ ਵਿੱਚ 12 ਮਾਹ ਉਚਾਰਨ ਕੀਤਾ ਸੀ। ਦੂਸਰਾ 12 ਮਾਹ ਇਹ ਮਾਝ ਰਾਗ ਅੰਦਰ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਉਚਾਰਨ ਕੀਤਾ ਹੈ। ਔਰ ਪੁਰਾਤਨ ਸਮੇਂ ਇਹ ਰਿਵਾਜ ਸੀ, ਜਿਹੜੇ ਲਿਖਾਰੀ ਲੋਕ ਸਨ ਅਤੇ ਕਵੀ ਲੋਕ ਸਨ, ਗਾਇਨ ਕਰਨ ਵਾਲੇ ਸਨ, 12 ਮਾਹੇ ਲਿਖਿਆ ਕਰਦੇ ਸੀ ਔਰ ਗਾਉਣ ਵਾਲੇ 12 ਮਾਹੇ ਗਾਇਆ ਕਰਦੇ ਸਨ। ਇਹ ਕਾਵਿ ਦਾ ਇੱਕ ਅੰਗ ਹੈ। ਔਰ ਇਸ ਪ੍ਰਕਾਰ ਜਿਵੇਂ ਵਾਰਾਂ ਗਾਈਆਂ ਜਾਂਦੀਆਂ ਸਨ, ਇਸੇ ਪ੍ਰਕਾਰ 12 ਮਾਹੇ ਵੀ ਗਾਏ ਜਾਂਦੇ ਸਨ। ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਿਉਂਕਿ ਆਪਣੀ ਪਾਵਨ ਪਵਿੱਤਰ ਬਾਣੀ ਨੂੰ, ਰੱਬੀ ਕਲਾਮ ਨੂੰ ਸੰਗੀਤ ਵਿੱਚ, ਰਾਗ ਰਾਗਣੀਆਂ ਵਿੱਚ ਉਚਾਰਨ ਕੀਤਾ। ਕਿਉਂਕਿ ਜਿਹੜਾ ਗਾਇਨ ਕਰਨਾ ਹੈ, ਸੁਰ ਸੰਗੀਤ ਹੈ, ਇਹ ਸਾਡੇ ਮਨੁੱਖੀ ਮਨ ਨੂੰ ਆਪਣੇ ਵੱਲ ਨੂੰ ਖਿੱਚ ਪਾਉਂਦਾ, ਧੂ ਪਾਉਂਦਾ ਹੈ। ਇਸ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕਾਵਿ ਦੇ ਬਾਕੀ ਅੰਗਾਂ ਨੂੰ ਅਪਣਾਇਆ ਹੈ। ਵਾਰਾਂ ਜਿਵੇਂ ਗੁਰੂ ਗ੍ਰੰਥ ਸਾਹਿਬ ਵਿੱਚ ਹਨ, ਇਸੇ ਪ੍ਰਕਾਰ ਸਤਿਗੁਰੂ ਜੀ ਨੇ ਆਪਣਾ ਜੋ ਗੁਰਮਤਿ ਦਾ ਸਿਧਾਂਤ ਹੈ, ਉਪਦੇਸ਼ ਹੈ, ਉਹ ਲੋਕਾਂ ਤੱਕ ਪਹੁੰਚਾਉਣ ਵਾਸਤੇ 4 ਪਹਿਰਾਂ ਰਾਹੀਂ ਵੀ ਉਪਦੇਸ਼ ਦਿੱਤਾ ਹੈ। ਔਰ ਇਸੇ ਤਰ੍ਹਾਂ ਦਿਨ ਅਤੇ ਰਾਤ ਦੁਆਰਾ ਵੀ ਉਪਦੇਸ਼ ਦਿੱਤਾ ਹੈ। ਇਸੇ ਤਰ੍ਹਾਂ ਹਫ਼ਤੇ ਦੇ 7 ਵਾਰਾਂ ਰਾਹੀਂ ਵੀ ਉਪਦੇਸ਼ ਹੈ ਔਰ 15 ਥਿੱਤਾਂ ਰਾਹੀਂ ਵੀ ਉਪਦੇਸ਼ ਹੈ ਅਤੇ 12 ਮਹੀਨਿਆਂ ਰਾਹੀਂ ਵੀ ਸਤਿਗੁਰੂ ਜੀ ਨੇ ਇਹ 2 12 ਮਾਹੇ ਉਚਾਰਨ ਕਰਕੇ ਸਾਨੂੰ ਸਾਰੀ ਲੋਕਾਈ ਨੂੰ ਆਪਣਾ ਪਾਵਨ ਪਵਿੱਤਰ ਉਪਦੇਸ਼, ਸੰਦੇਸ਼, ਸਿਧਾਂਤ ਬਖਸ਼ਿਸ਼ ਕੀਤਾ ਹੈ। ਔਰ ਇਸ 12 ਮਾਹਾਂ ਦਾ ਉਚਾਰਨ ਅਸਥਾਨ ਜੋ ਹੈ, ਕਦੇ ਸੱਚਖੰਡ ਹਰਿਮੰਦਰ ਸਾਹਿਬ ਦਰਸ਼ਨ ਦੀਦਾਰ ਕਰਨ ਵਾਸਤੇ ਜਾਈਏ ਤਾਂ ਜਿੱਥੇ ਸ਼੍ਰੀ ਗੁਰੂ ਰਾਮਦਾਸ ਲੰਗਰ ਹੈ, ਉਸ ਦੇ ਖੱਬੇ ਹੱਥ ਜੋ ਮੰਜੀ ਸਾਹਿਬ ਦੀਵਾਨ ਹਾਲ ਜਿਸ ਨੂੰ ਕਿਹਾ ਜਾਂਦਾ, ਉਸ ਦੀ ਅਗਲੀ ਜਿਹੜੀ ਨੁੱਕਰ ਹੈ, ਜਿੱਥੋਂ ਅੰਦਰ ਵੜੀਦਾ, ਉਹਦੇ ਸੱਜੇ ਪਾਸੇ ਇੱਕ ਮੰਜੀ ਸਾਹਿਬ ਬਣਿਆ ਹੋਇਆ, ਯਾਨੀ ਕਿ ਸੰਗਮਰਮਰ ਦੀ ਪਾਲਕੀ ਬਣੀ ਹੋਈ ਹੈ। ਉੱਥੇ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਇਹ 12 ਮਾਹ ਨਾਮੀ ਬਾਣੀ ਜੋ ਉਚਾਰਨ ਕੀਤੀ ਹੈ। ਜੋ ਤੁਖਾਰੀ ਰਾਗ ਵਿੱਚ 12 ਮਾਹ ਹੈ, ਉਸ ਦੇ ਵਿੱਚ ਬੜੇ ਡੂੰਘੇ ਅਲੰਕਾਰ ਨੇ। ਮਾਨੋ ਉਹਨਾਂ ਬਚਨਾਂ ਦੀ ਹੀ ਵਿਆਖਿਆ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਰਲ ਢੰਗ ਨਾਲ, ਸੰਖੇਪ ਢੰਗ ਨਾਲ ਉਹੀ ਸਿਧਾਂਤ ਇਸ 12 ਮਾਹੇ ਦੇ ਵਿੱਚ ਉਚਾਰਨ ਕੀਤਾ ਹੈ।
ਗੁਰੂ ਕਿਰਪਾ ਸਦਕਾ ਵਿਚਾਰੀਏ, ਸੁਣੀਏ। ਆਮ ਤੌਰ 'ਤੇ ਗੁਰਦੁਆਰੇ ਸਾਹਿਬਾਨਾਂ ਦੇ ਵਿੱਚ ਇਸ 12 ਮਾਹ ਬਾਣੀ ਦਾ ਪਾਠ ਖਾਸ ਕਰਕੇ ਸੰਗਰਾਂਦ ਵਾਲੇ ਦਿਨ ਕੀਤਾ ਜਾਂਦਾ ਹੈ। ਸੰਗਤਾਂ ਨੂੰ ਸੁਣਾਇਆ ਜਾਂਦਾ ਜਾਂ ਕਥਾ ਵੀ ਸੁਣਾਈ ਜਾਂਦੀ ਹੈ। ਸੰਗਰਾਂਦ ਸੰਸਕ੍ਰਿਤ ਦਾ ਸ਼ਬਦ ਹੈ ਸੰਕਰਾਂਤ, ਜਿਸ ਦਾ ਅਰਥ ਹੈ ਸੰਗ ਭਲੀ ਪ੍ਰਕਾਰ ਕ੍ਰਾਂਤੀ, ਤਬਦੀਲੀ ਆਉਣੀ, ਯਾਨੀ ਮੌਸਮ ਵਿੱਚ ਤਬਦੀਲੀ ਆਉਣੀ। ਜਾਂ ਇੰਝ ਕਹਿ ਲਓ ਕਿ ਸੂਰਜ ਇੱਕ ਰਾਸ ਨੂੰ ਛੱਡ ਕੇ ਦੂਜੀ ਰਾਸ ਵਿੱਚ ਪ੍ਰਵੇਸ਼ ਕਰਦਾ, ਉਸ ਦਿਨ ਨੂੰ ਸੰਗਰਾਂਦ ਕਿਹਾ ਜਾਂਦਾ ਸੀ। ਸੋ ਸਨਾਤਨ ਮਤ ਦੇ ਅੰਦਰ 10 ਪੁਰਬ ਮੰਨੇ ਜਾਂਦੇ ਸਨ। ਹਿੰਦੁਸਤਾਨ ਜਿਹੜਾ ਪੁਰਾਤਨ ਮਤ ਚੱਲਿਆ ਆ ਰਿਹਾ, ਸਨਾਤਨ ਮਤ, ਜਿਹਨੂੰ ਅੱਜ ਕੱਲ੍ਹ ਹਿੰਦੂ ਧਰਮ ਵੀ ਕਿਹਾ ਜਾਂਦਾ, ਉਸ ਮਤ ਵਿੱਚ ਜਿੱਥੇ ਹੋਰਨਾਂ ਦੀ ਉਪਾਸਨਾ, ਉੱਥੇ ਸੂਰਜ ਅਤੇ ਚੰਦਰਮਾ ਦੀ ਵੀ ਉਪਾਸਨਾ ਹੈ। ਅਤੇ ਇਸ ਕਰਕੇ ਕੁਝ ਸੂਰਜ ਦੀ ਉਪਾਸਨਾ ਦੇ ਦਿਨ ਨੇ, ਕੁਝ ਚੰਦਰਮਾ ਦੀ ਉਪਾਸਨਾ ਦੇ ਦਿਨ ਨੇ, ਅਤੇ ਕੁਝ ਦੋਵਾਂ ਦੇ ਸਾਂਝੇ ਨੇ। ਜਿਵੇਂ ਸੰਗਰਾਂਦ, ਪੂਰਨਮਾਸ਼ੀ, ਅਮੱਸਿਆ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ ਔਰ ਜੇਸ਼ਟ ਮਾਸੇ, ਸ਼ੁਕਲਾ ਪਖੇ, ਚਾਨਣਾ ਐਤਵਾਰ ਆਦਿਕ ਇਹ 10 ਪੁਰਬ ਹਨ। ਅਤੇ ਇਸ ਤਰ੍ਹਾਂ ਇਹਨਾਂ ਦੀ ਪੂਜਾ ਕਰਨ ਵਾਸਤੇ ਉਹ ਮੰਦਰਾਂ ਦੇ ਵਿੱਚ ਸੰਗਰਾਂਦਾਂ, ਮੱਸਿਆ ਜਾਂ ਪੂਰਨਮਾਸ਼ੀ ਵਾਲੇ ਦਿਨ ਫਲਾਦੇਸ਼ ਪੰਡਤ ਲੋਕ ਸੁਣਾਇਆ ਕਰਦੇ ਸਨ। ਲੋਕਾਂ ਦੇ ਅੰਦਰ ਇਹ ਪਿਰਤ ਪਈ ਹੋਈ ਸੀ, ਧਾਰਮਿਕ ਸਥਾਨਾਂ 'ਤੇ ਜਾਂਦੇ ਸੀ। ਪਹਿਲਾਂ ਤਾਂ ਉਹ ਵੇਦਾਂ ਪੁਰਾਣਾਂ ਦੀ ਕਥਾ ਸੁਣਿਆ ਕਰਦੇ ਸਨ, ਫਿਰ ਸਹਿਜੇ ਸਹਿਜੇ ਕੇਵਲ ਪੁਜਾਰੀ ਦੇ ਕੋਲੋਂ ਮਹੀਨੇ ਦਾ ਨਾਮ ਹੀ ਸੁਣ ਲੈਣ ਨਾਲ ਇਹ ਸਮਝ ਲਿਆ ਕਿ ਸਾਰਾ ਮਹੀਨਾ ਸੁਖਪੂਰਵਕ ਗੁਜ਼ਰੇਗਾ। ਇਸ ਤਰ੍ਹਾਂ ਦੀ ਧਾਰਨਾ ਬਣ ਗਈ। ਅੱਜ ਕੱਲ੍ਹ ਸਾਡੇ ਵਿੱਚ ਵੀ ਐਸਾ ਪ੍ਰਭਾਵ ਹੈ ਕਿ ਸ਼ਾਇਦ ਸੰਗਰਾਂਦ ਵਾਲੇ ਦਿਨ ਗੁਰਦੁਆਰਾ ਸਾਹਿਬ ਜਾਓ ਅਤੇ ਮਹੀਨੇ ਦਾ ਪਾਠ ਜਾਂ ਮਹੀਨੇ ਦਾ ਨਾਮ ਹੀ ਸੁਣ ਕੇ ਅਤੇ ਘਰਾਂ ਨੂੰ ਆ ਜਾਓ ਕੰਨੀਆਂ ਵਲੇਟ ਕੇ, ਸਾਰਾ ਮਹੀਨਾ ਸੁੱਖ ਮਿਲੇਗਾ। ਐਸਾ ਨਹੀਂ ਕਰਨਾ ਚਾਹੀਦਾ। ਪਰ ਹਾਂ, ਜੇ ਰੋਜ਼ ਨਹੀਂ ਕੋਈ ਜਾ ਸਕਦਾ ਤਾਂ ਜਿਵੇਂ ਵਿਦੇਸ਼ਾਂ ਦੇ ਵਿੱਚ ਐਤਵਾਰ ਦਾ ਦਿਨ ਵਿਹਲਾ ਹੁੰਦਾ, ਉਸ ਦਿਨ ਲੋਕ ਗੁਰਦੁਆਰਾ ਸਾਹਿਬਾਨ ਜਾਂਦੇ ਨੇ ਸਤਸੰਗਤ ਕਰਨ ਵਾਸਤੇ, ਜਾਂ ਕੁਛ ਲੋਕ ਸੰਗਰਾਂਦ ਵਾਲੇ ਦਿਨ ਜਾਂਦੇ ਨੇ। ਜਦੋਂ ਵੀ ਸਤਿਗੁਰੂ ਮਹਾਰਾਜ ਦੀ ਹਜ਼ੂਰੀ ਜਾਣ ਦਾ ਸਬੱਬ ਮਿਲੇ, ਸਮਾਂ ਮਿਲੇ, ਸਾਧਨ ਮਿਲੇ, ਜਾਣਾ ਚਾਹੀਦਾ ਹੈ। ਔਰ ਸਤਿਗੁਰੂ ਜੀ ਨੇ ਤਾਂ ਰੋਜ਼ ਹੀ ਸਤਸੰਗਤ ਕਰਨ ਦਾ ਉਪਦੇਸ਼ ਦਿੱਤਾ ਹੈ। ਖੈਰ, ਮੁੱਕਦੀ ਗੱਲ ਇਹ ਕਿ ਸਤਿਗੁਰੂ ਦਾ ਇਹ ਸਿਧਾਂਤ ਹੈ ਕਿ ਵਾਹਿਗੁਰੂ ਦਾ ਸਿਮਰਨ ਕੀਤਿਆਂ ਹੀ ਸੁੱਖ ਦੀ ਪ੍ਰਾਪਤੀ ਹੈ। ਅਤੇ ਸੁੱਖ ਵੀ ਅਸਲ ਵਿੱਚ ਆਤਮਿਕ ਸੁੱਖ ਹੀ ਮਿਲੇ ਅਤੇ ਸਦੀਵੀ ਸੁੱਖ ਉਹ ਹੀ ਹੈ। ਜਿਹੜੇ ਬਾਹਰੀ ਸਰੀਰਕ ਸੁੱਖ ਨੇ, ਪਦਾਰਥਾਂ ਦੀ ਬਹੁਲਤਾ ਹੋਣੀ ਜਾਂ ਔਲਾਦ ਆਗਿਆਕਾਰ ਹੋਣੀ ਜਾਂ ਪੁੱਤ ਪੋਤਰੇ ਹੋ ਜਾਣੇ, ਜ਼ਮੀਨਾਂ ਜਾਇਦਾਦਾਂ ਬਣ ਜਾਣੀਆਂ, ਇਹਦੇ ਵਿੱਚ ਹੀ ਸੁੱਖ ਕਲਪਿਆ ਹੋਇਆ ਸੀ ਸੰਸਾਰੀਆਂ ਨੇ। ਪਰ ਜੋ ਸਤਿਗੁਰੂ ਦੀ ਬਾਣੀ ਦਾ ਸਿਧਾਂਤ ਆ ਬਹੁਤ ਉੱਚਾ ਹੈ ਅਤੇ ਸਾਨੂੰ ਪਰਮਾਰਥ ਦਾ ਗਿਆਨ ਸਤਿਗੁਰੂ ਜੀ ਬਖਸ਼ਦੇ ਨੇ ਕਿ ਅਕਾਲ ਪੁਰਖ ਨਾਲ ਸਾਂਝ ਪਾਓ, ਆਪਣੇ ਅੰਦਰ ਵਾਹਿਗੁਰੂ ਪਰਮਾਤਮਾ ਦਾ ਗਿਆਨ ਪ੍ਰਗਟ ਕਰਨ ਲਈ ਵਾਹਿਗੁਰੂ ਦਾ ਸਿਮਰਨ ਕਰੋ। ਗੁਰੂ ਕੇ ਸ਼ਬਦ ਰਾਹੀਂ ਆਪਣੇ ਮਨ ਨੂੰ ਪ੍ਰਬੋਧੋ, ਸਮਝਾਓ, ਤਾਂ ਕਿ ਬੁਰਾਈਆਂ ਛੱਡ ਦੇਵੇ ਇਹ ਮਨ, ਭੈੜੇ ਖਿਆਲ ਛੱਡ ਦੇਵੇ, ਬੁਰੇ ਵਿਚਾਰਾਂ ਦਾ ਤਿਆਗ ਹੋ ਜਾਏ ਅਤੇ ਇਹਦੇ ਅੰਦਰ ਸ਼ਾਂਤੀ ਬਣ ਜਾਏ, ਅੰਦਰ ਸੁੱਖ ਪ੍ਰਾਪਤ ਹੋਵੇ। ਸੋ ਇਸ ਕਰਕੇ ਸਤਿਗੁਰੂ ਜੀ ਦੀ ਬਾਣੀ ਦਾ ਸਿਧਾਂਤ ਤਾਂ ਬਹੁਤ ਉੱਚਾ ਹੈ, ਪਰ ਅਸੀਂ ਅਜੇ ਤੱਕ ਸਮਝੇ ਨਹੀਂ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਰਹੀਏ ਕਿ ਸਤਿਗੁਰੂ ਜੀ ਆਪਣਾ ਜੋ ਮਹਾਨ ਸਿਧਾਂਤ ਹੈ, ਪਰਮਾਰਥ ਹੈ, ਉਸ ਦੀ ਸਾਨੂੰ ਸੋਝੀ ਬਖਸ਼ਿਸ਼ ਕਰਨ। ਆਓ ਗੁਰੂ ਕਿਰਪਾ ਸਦਕਾ ਹਜ਼ੂਰ ਦੇ ਮੁੱਖ ਵਾਕ ਬਚਨਾਂ ਨੂੰ ਵਿਚਾਰੀਏ। 12 ਮਾਹ ਮਾਝ ਮਹੱਲਾ ਪੰਜਵਾ ਘਰ ਚੌਥਾ। 12 ਅਤੇ ਮੰਮੇ ਨੂੰ ਕੰਨਾ ਹਾਹਾ ਹੋਵੇ ਅਤੇ ਇੱਕ ਮਾਹ, ਮਾਹ ਦਾ ਅਰਥ ਹੈ ਮਹੀਨਾ, ਹਾਹੇ ਨੂੰ ਕੰਨਾ ਲੱਗਾ, ਇਸ ਕਰਕੇ ਮਹੀਨੇ, 12 ਮਹੀਨੇ। ਮਾਝ ਰਾਗ ਹੈ ਅਤੇ ਮਹੱਲਾ ਪੰਜਵਾਂ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਅਰਜਨ ਦੇਵ ਮਹਾਰਾਜ ਦਾ ਉਚਾਰਿਆ ਹੋਇਆ ਇਹ ਉਪਦੇਸ਼ ਹੈ। ਘਰ ਚੌਥਾ, ਮਾਝ ਰਾਗ ਦੇ ਘਰ ਚੌਥੇ ਅੰਦਰ, ਘਰ ਦਾ ਮਤਲਬ ਹੈ ਸੁਰ ਤਾਲ, ਚੌਥੇ ਘਰ ਅੰਦਰ ਇਹ ਬਾਣੀ ਰਚ ਰਹੇ ਹਨ ਸ਼੍ਰੀ ਗੁਰੂ ਅਰਜਨ ਦੇਵ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਬੀਜ ਰੂਪ ਮੰਗਲ ਉਚਾਰਦੇ ਹਨ ਦਾਤਾ ਜੀ। ਇੱਕੋ ਇੱਕ ਵਾਹਦ ਹਸਤੀ ਪ੍ਰਮਾਤਮਾ ਅਕਾਲ ਪੁਰਖ ਓੰਕਾਰ ਸਭਨਾਂ ਦਾ ਪ੍ਰਕਾਸ਼ਕ ਸਤ ਚੇਤਨ ਆਨੰਦ ਸਰੂਪ ਸਤ ਨਾਸ ਤੋਂ ਰਹਿਤ ਗੋਹ ਅਗਿਆਨ ਦੇ ਹਨੇਰੇ ਨੂੰ ਮੇਟ ਕੇ ਰੂਹ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਪ੍ਰਸਾਦ ਆਨੰਦ ਸਰੂਪ ਤੇ ਪ੍ਰਸਾਦ ਕਿਰਪਾ ਕਰਨ ਵਾਲਾ ਐਸਾ ਜੋ ਇੱਕ ਓੰਕਾਰ ਵਾਹਿਗੁਰੂ ਹੈ। ਦੂਜਾ ਅਰਥ ਕਿ ਸਤਿਗੁਰ ਪ੍ਰਸਾਦ ਜੋ ਸਤਿਗੁਰੂ ਜਿਹੜਾ ਗੁਰੂ ਨਾਸ ਤੋਂ ਰਹਿਤ ਹੈ ਉਹਨਾਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਇੱਕ ਓੰਕਾਰ ਪਰਮਾਤਮਾ ਦਾ ਗਿਆਨ ਸਾਡੇ ਹਿਰਦੇ 'ਚ ਪ੍ਰਾਪਤ ਹੁੰਦਾ ਪ੍ਰਗਟ ਹੁੰਦਾ ਹੈ। ਸਤਿਗੁਰੂ ਦੀ ਕਿਰਪਾ ਤੋਂ ਬਗੈਰ ਨਹੀਂ। ਸੋ ਹਜ਼ੂਰ ਇਸ ਬਾਣੀ ਵਿੱਚ ਮਾਨੋ ਪਹਿਲੇ ਸ਼ਬਦ ਵਿੱਚ ਜਾਂ ਪਹਿਲੇ ਪਦ ਵਿੱਚ ਕਹਿ ਲਓ ਪਹਿਲੀ ਪੌੜੀ 'ਚ ਕਹਿ ਲਓ ਕਿਉਂਕਿ ਇਸ ਬਾਣੀ ਵਿੱਚ 14 ਅੰਕ ਨੇ 12 ਮਹੀਨੇ ਤੇ ਪਹਿਲਾ ਮੰਗਲਾਚਰਨ ਹੈ। ਅਖੀਰ ਵਿੱਚ ਫਲਾਦੇਸ਼ ਦੱਸਿਆ ਵੀ ਜਿਹੜਾ ਵਾਹਿਗੁਰੂ ਦਾ ਸਿਮਰਨ ਕਰੇ ਸਤਸੰਗ ਕਰੇ ਗੁਰਾਂ ਦੇ ਚਰਨੀ ਲੱਗੇ ਸਿਮਰਨ ਦੁਆਰਾ ਉਹਨੂੰ ਕੀ ਫਲ ਮਿਲਦਾ ਹੈ ਉੱਥੇ ਮਹਾਤਮ ਦੱਸਿਆ ਹੈ। ਤੇ ਪਹਿਲੀ ਪੌੜੀ 'ਚ ਜਾਂ ਪਹਿਲੇ ਪਦ ਵਿੱਚ ਸਤਿਗੁਰੂ ਜੀ ਬੇਨਤੀ ਕਰਨ ਦੀ ਜਾਚ ਦੱਸ ਰਹੇ ਨੇ ਵਾਹਿਗੁਰੂ ਦੇ ਚਰਨਾਂ 'ਚ। ਹਜ਼ੂਰ ਕਹਿੰਦੇ ਨੇ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਰਾਮ ਵਿਆਪਕ ਸਰੂਪ ਹੈ ਵਾਹਿਗੁਰੂ ਅਕਾਲ ਪੁਰਖ ਜੀ। ਅਸੀਂ ਆਪਣੇ ਕਰਮਾਂ ਦੀ ਕਿਰਤ ਦਾ ਮਤਲਬ ਹੈ ਕਮਾਈ ਜੋ ਅਸੀਂ ਕਰਮਾਂ ਦੀ ਕਮਾਈ ਕੀਤੀ ਹੈ ਭਾਵ ਜੋ ਕਰਮ ਕਮਾਏ ਹਨ ਉਹਨਾਂ ਕਰਮਾਂ ਕਰਕੇ ਅਸੀਂ ਤੁਹਾਡੇ ਤੋਂ ਵਿਛੜੇ ਹੋਏ ਹਾਂ। ਆਪ ਕਮਾਣਾ ਵਿਛੜੀ ਦੋਸ ਨਾ ਕਾਹੂ ਦੇਣ। ਇਹ ਜੀਵਾਤਮਾ ਇਹ ਰੂਹ ਪਰਮਾਤਮਾ ਤੋਂ ਵਿਛੜੀ ਹੋਈ ਹੈ ਆਪਣੇ ਕਰਮਾਂ ਕਾਰਨ। ਜਦੋਂ ਸੰਸਾਰ ਦੀ ਰਚਨਾ ਨਹੀਂ ਸੀ ਪਹਿਲਾਂ ਹੋਈ ਉਦੋਂ ਤਾਂ ਰੂਹਾਂ ਨੇ ਆਤਮਾਵਾਂ ਨੇ ਕੋਈ ਕਰਮ ਨਹੀਂ ਸੀ ਕੀਤਾ ਪਰ ਜਦੋਂ ਰਚਨਾ ਹੋਈ ਸਰੀਰ ਧਾਰੀ ਹੋ ਗਈਆਂ ਆਤਮਾਵਾਂ ਜਾਮੇ ਮਿਲ ਗਏ ਤੇ ਉਦੋਂ ਕਰਮ ਸ਼ੁਰੂ ਹੋ ਗਿਆ। ਜਬ ਕਛ ਨ ਸੀਓ ਤਬ ਕਿਆ ਕਰਤਾ ਕਵਨ ਕਰਮ ਕਰ ਆਇਆ ਆਪਣਾ ਖੇਲ ਆਪ ਕਰ ਦੇਖਿਆ ਠਾਕੁਰ ਰਚਨ ਰਚਾਇਆ। ਖੇਡ ਤਾਂ ਵਾਹਿਗੁਰੂ ਦੀ ਹੈ ਪਰ ਜਦੋਂ ਇਸ ਜੀਵ ਨੇ ਸਰੀਰ ਧਾਰ ਕੇ ਜੋ ਕਰਮ ਕਮਾਏ ਮੰਦ ਕਰਮ ਕੀਤੇ ਉਹ ਕਰਮ ਕੀਤੇ ਜਿਨ੍ਹਾਂ ਕਰਕੇ ਪ੍ਰਮਾਤਮਾ ਤੋਂ ਦੂਰੀ ਬਣ ਗਏ ਯਾਨੀ ਆਸੁਰੀ ਸੰਪਦਾ ਨੂੰ ਧਾਰਨ ਕਰ ਲਿਆ। ਕਰਮਾਂ ਬਾਰੇ ਥੋੜ੍ਹੀ ਬੇਨਤੀ। ਇੱਕ ਕਰਮ ਹੁੰਦੇ ਨੇ ਜਿਨ੍ਹਾਂ ਨੂੰ ਸੰਚਿਤ ਕਰਮ ਕਿਹਾ ਜਾਂਦਾ। ਭਲੇ ਬੁਰੇ ਜੋ ਵੀ ਕਰਮ ਅਸੀਂ ਕਮਾਏ ਸੰਚਣ ਕੀਤੇ ਯਾਨੀ ਕਿ ਇਕੱਠੇ ਕੀਤੇ ਹੋਏ ਨੇ ਸੰਚਿਤ ਇਕੱਠੇ ਪਏ ਹੋਏ ਨੇ ਪੂਰਬਲੇ ਜਨਮਾਂ ਦੇ। ਉਹ ਇੰਝ ਨੇ ਜਿਵੇਂ ਪੱਥੇ 'ਚ ਪਏ ਤੀਰ ਹਨ ਉਹਨਾਂ ਨੂੰ ਚਲਾਉਣ ਤੋਂ ਰੋਕਿਆ ਜਾ ਸਕਦਾ। ਅਤੇ ਇੱਕ ਅਸੀਂ ਹੁਣ ਜਿਹੜੇ ਕਰਮ ਕਮਾ ਰਹੇ ਕਿਰਿਆਮਾਨ ਕਰਮ ਇਹ ਅਜੇ ਪੱਥੇ ਵਿੱਚ ਜਮ੍ਹਾਂ ਹੋਣੇ ਨੇ। ਤੀਸਰੇ ਨੇ ਪਰਾਰਬਧ ਕਰਮ ਜਿੰਨਿਆਂ ਕਰਮਾਂ ਦਾ ਫਲ ਇਸ ਜਨਮ ਵਿੱਚ ਅਸੀਂ ਭੋਗਣਾ ਉਹ ਲੇਖ ਮਸਤਕ 'ਤੇ ਲਿਖੇ ਹੋਏ ਨੇ। ਲਿਖ ਦਾਤ ਜੋਤ ਵਡਿਆਈ ਇੰਨੀ ਕੁ ਪ੍ਰਭਤਾ ਮਿਲੇਗੀ ਇੰਨੀ ਕੁ ਇੱਜ਼ਤ ਮਿਲੇਗੀ ਇੰਨੀ ਕੁ ਵਿਭੂਤੀ ਮਿਲੇਗੀ ਪਦਾਰਥ ਮਿਲਣਗੇ ਇੰਨੇ ਕੁ ਸੰਬੰਧੀ ਮਿਲਣਗੇ ਇੰਨੀ ਕੁ ਉਮਰ ਹੋਵੇਗੀ। ਇਹ ਸਾਰਾ ਕੁਛ ਪਰਾਰਬਧ ਹੈ। ਇਹ ਮੰਨੋ ਚੱਲ ਚੁੱਕੇ ਤੀਰ ਹਨ ਇਹਨਾਂ ਨੂੰ ਚੱਲਿਆਂ ਤੀਰਾਂ ਨੂੰ ਰੋਕਿਆ ਨਹੀਂ ਜਾ ਸਕਦਾ। ਇਹ ਨਿਸ਼ਾਨਾ ਫੁੰਡਣਗੇ। ਇਹ ਸਾਰੇ ਹੀ ਸਰੀਰਕ ਤੌਰ 'ਤੇ ਹੰਡਾਉਂਦੇ ਨੇ ਪਰ ਹਾਂ ਬੰਦਗੀ ਕਰਕੇ ਜੇ ਕੋਈ ਗਿਆਨਵਾਨ ਹੋ ਜਾਏ ਸਾਰੇ ਵਿਕਾਰ ਔਗਣ ਦੋਸ਼ ਪਾਪ ਜਿਹਦੇ ਮਿਟ ਜਾਣ ਆਤਮਾ ਦਾ ਗਿਆਨ ਹੋ ਕੇ ਪਰਮਾਤਮਾ ਵਿੱਚ ਫਿਰ ਉਹ ਅੰਤ ਨੂੰ ਅਭੇਦ ਹੁੰਦਾ ਉਹਨੂੰ ਸਰੀਰ ਹੀ ਨਹੀਂ ਧਾਰਨਾ ਪੈਂਦਾ। ਅਤੇ ਇਸ ਕਰਕੇ ਨਾ ਸੰਚਿਤ ਕਰਮ ਅਤੇ ਨਾ ਇਸ ਜਨਮ ਵਿੱਚ ਜਿਹੜੇ ਕਿਰਿਆਮਾਨ ਕਰਮ ਕੀਤੇ ਨੇ ਉਹਨਾਂ ਦਾ ਫਲ ਭੋਗਣਾ ਪਏਗਾ। ਬ੍ਰਹਮ ਗਿਆਨੀ ਦੀ ਨਿੰਦਿਆ ਕਰਨ ਵਾਲੇ ਉਹਦੇ ਕੋਲੋਂ ਜੇ ਕੋਈ ਬੁਰਾ ਕਰਮ ਹੋਇਆ ਰਹਿ ਗਿਆ ਫਲ ਭੋਗਣ ਵਾਲਾ ਲੋਕ ਭੋਗ ਲੈਣਗੇ। ਜੇ ਕੋਈ ਸੁਤੇ ਸਿੱਧ ਪੁੰਨ ਹੋਇਆ ਕਿਉਂਕਿ ਇੱਛਾ ਕਰਕੇ ਤਾਂ ਉਹ ਕਰਦੇ ਹੀ ਨਹੀਂ ਉਹ ਕਰਮ ਕਰਤ ਹੋਵੇ ਨੇਕ ਕਰਮ ਤਾਂ ਫਿਰ ਜਿਹੜੀ ਉਹਨਾਂ ਦੀ ਸੇਵਾ ਕਰਨ ਵਾਲੇ ਆ ਸਤਿਕਾਰ ਕਰਨ ਵਾਲੇ ਹਨ ਉਹਨਾਂ ਨੂੰ ਚੰਗਾ ਫਲ ਮਿਲ ਜਾਏਗਾ। ਅਤੇ ਸੰਚਿਤ ਕਰਮ ਕਿਰਿਆਮਨ ਕਰਮ ਉਹਨਾਂ ਨੂੰ ਫਿਰ ਦੁਬਾਰਾ ਸਰੀਰ ਧਾਰ ਕੇ ਨਹੀਂ ਭੋਗਣੇ ਪੈਣਗੇ। ਹਾਂ ਬ੍ਰਹਮ ਗਿਆਨ ਦੀ ਅਵਸਥਾ 'ਚ ਪਹੁੰਚ ਕੇ ਵੀ ਦੁਬਾਰਾ ਸਰੀਰ ਧਾਰੀ ਹੋ ਜਾਂਦੇ ਨੇ ਬ੍ਰਹਮ ਗਿਆਨੀ। ਉਹਦਾ ਕਾਰਨ ਜਨਮ ਮਰਨ ਦੋਹੂ ਮੈਂ ਨਾਹੀ ਜਨ ਪਰਉਪਕਾਰੀ ਆਏ। ਪਰਉਪਕਾਰ ਦੀ ਖਾਤਰ
ਜਿਵੇਂ 10ਵੇਂ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੇ ਬਾਰੇ ਲਿਖਦੇ ਨੇ ਵੀ ਸਾਨੂੰ ਸੰਸਾਰ 'ਤੇ ਆਉਣ ਦੀ ਨਾ ਕੋਈ ਰੀਝ ਇੱਛਾ ਸੀ ਅਤੇ ਨਾ ਕੋਈ ਕਰਮਾਂ ਦੀ ਬੰਧਾਏ ਮੰਨ ਗਈ ਸੀ। ਕਰਮਾਂ ਦੇ ਬੱਧੇ ਹੋਏ ਨਹੀਂ ਆਏ, ਸਿਰਫ ਵਾਹਿਗੁਰੂ ਦਾ ਹੁਕਮ ਵਜਾਉਣ ਲਈ, ਸੰਸਾਰ ਦਾ ਭਲਾ ਕਰਨ ਲਈ। ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਭਨ ਕੋ ਮੂਲ ਉਪਾੜਨ। ਇਸ ਕਰਕੇ ਸਰੀਰ ਧਾਰਿਆ ਕਹਿੰਦੇ। ਸੋ ਇਉਂ ਅੰਤਰ ਹੈ। ਸਾਰੇ ਜੀਵ ਜਿਹੜੇ ਅਸੀਂ ਸੰਸਾਰ 'ਤੇ ਆਏ ਹਾਂ, ਬਹੁਤੇ ਅਸੀਂ ਕਰਮਾਂ ਦੇ ਬੱਧੇ ਹੋਏ ਆਏ ਹਾਂ। ਕਿਸੇ ਕੋਲੋਂ ਕੁਛ ਲੈਣਾ, ਕਿਸੇ ਨੂੰ ਕੁਝ ਦੇਣਾ। ਪੂਰਬ ਜਨਮ ਕੇ ਮਿਲੇ ਸੰਜੋਗੀ, ਅੰਤ ਹੈ ਕੋ ਨਾ ਸਹਾਈ। ਵਾਹਿਗੁਰੂ ਤੋਂ ਵਿਛੋੜਾ ਸਾਡੇ ਆਪਣੇ ਕਰਮਾਂ ਕਰਕੇ ਪਿਆ ਹੋਇਆ। ਕਰਮ ਕਿਰਤ ਕੀ ਰੇਖ, ਗੁਰੂ ਕੀ ਬਾਣੀ ਦਾ ਬਚਨ ਹੈ। ਕੀਤੇ ਹੋਏ ਕਰਮਾਂ ਦੀ ਜਿਹੜੀ ਕਿਰਤ ਕਮਾਈ ਹੈ, ਉਹਦੀ ਰੇਖ ਮਸਤਕ 'ਤੇ ਹੈ, ਉਹ ਅਸੀਂ ਲੈ ਕੇ ਆਏ ਹਾਂ। ਅਤੇ ਵਾਹਿਗੁਰੂ ਤੋਂ ਵਿਛੜੇ ਹਾਂ ਕਿਉਂਕਿ ਚੰਗੇ ਕਰਮ ਨਹੀਂ ਕੀਤੇ। ਔਰ ਉਹ ਕਰਮ ਜਿਹੜੇ ਵਾਹਿਗੁਰੂ ਤੋਂ ਵਿੱਥ ਪਾ ਦੇਣ, ਦੂਰੀ ਬਣਾ ਦੇਣ, ਉਹ ਕਰਮ ਅਸੀਂ ਕੀਤੇ ਹੋਏ ਨੇ, ਤਾਂ ਹੀ ਤੇ ਵਿਛੋੜਾ ਹੈ। ਅਤੇ ਇਸ ਕਰਕੇ ਸਨਾਤਨ ਮਤ ਦੇ ਅੰਦਰ ਤਾਂ ਇਹ ਵਿਧਾਨ ਦੱਸਿਆ ਜਾਂਦਾ ਵੀ ਕਰਮਾਂ ਦਾ ਫਲ ਅਵੱਸ਼ ਭੋਗਣਾ ਪੈਂਦਾ, ਪਰ ਗੁਰਮਤ ਇਹਦੇ ਤੋਂ ਉੱਚੀ ਹੈ। ਕਿਉਂਕਿ ਸਤਿਗੁਰੂ ਦਾ ਸਿਧਾਂਤ ਹੈ ਕਿ ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ। ਸਿੰਘ ਸ਼ਰਨ ਕਤ ਜਾਈਐ, ਜੋ ਜੰਬਕ ਗਰਾਸੈ। ਕਰਮਾਂ ਬਾਰੇ ਵੀ ਬਚਨ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਆਪੋ ਆਪਣੇ ਕਰਮਾਂ ਦੇ ਮੁਤਾਬਕ ਕਈ ਤਾਂ ਵਾਹਿਗੁਰੂ ਦੇ ਨੇੜੇ ਹੋ ਗਏ ਅਤੇ ਕਈ ਦੂਰ ਹੋ ਗਏ। ਕਰਮੀ ਹਨ ਜਿਨ੍ਹਾਂ ਕਰਕੇ ਸਾਡੀ ਵਾਹਿਗੁਰੂ ਤੋਂ ਦੂਰੀ ਬਣੀ ਹੋਈ ਹੈ, ਅਤੇ ਕਿਹਨਾਂ ਦੇ ਮਹਾਨ ਉੱਚੇ ਕਰਮ ਨੇ, ਉਹ ਵਾਹਿਗੁਰੂ ਦੇ ਨਜ਼ਦੀਕ ਹੋ ਗਏ। ਪਰ ਜੇ ਸਾਡੀ ਦੂਰੀ ਹੈ ਤਾਂ ਅਸੀਂ ਵਾਹਿਗੁਰੂ ਦੇ ਚਰਨਾਂ 'ਚ ਬੇਨਤੀ ਕਰੀਏ। ਇਸੇ ਦਾ ਨਾਮ ਸਿਮਰਨ ਹੈ। ਸਤਿਗੁਰੂ ਜੀ ਨੇ ਨਾਮ ਦਾ, ਸਿਮਰਨ ਦਾ ਜੋ ਪੱਲਾ ਫੜਾਇਆ, ਸਾਨੂੰ ਸੰਸਾਰ ਨੂੰ ਉਪਦੇਸ਼ ਦਿੱਤਾ, ਸਾਰੇ ਨੂੰ ਸਾਂਝਾ, ਕਿ ਵਾਹਿਗੁਰੂ ਦਾ ਜਾਪ ਕਰੋ, ਸਿਮਰਨ ਬਣ ਜਾਏ, ਯਾਦ ਵਿੱਚ ਵਸੋ ਅਤੇ ਕਰਤਾਰ ਦੇ ਚਰਨ ਪਕੜ ਲਓ। ਜੋ ਲੇਖ ਲਿਖਣ ਵਾਲਾ, ਜਿਹਨੇ ਸ੍ਰਿਸ਼ਟੀ ਰਚੀ ਹੈ, ਵਿਛੜੇ ਤਾਂ ਅਸੀਂ ਕਰਮਾਂ ਕਰਕੇ ਹਾਂ, ਪਰ ਜਿਹਨੇ ਸ੍ਰਿਸ਼ਟੀ ਰਚੀ ਹੈ, ਜੋ ਸ੍ਰਿਸ਼ਟੀ ਨੂੰ ਪਾਲਣ ਵਾਲਾ, ਸੰਘਾਰ ਕਰਨ ਵਾਲਾ, ਸਭ ਕੁਝ ਜਿਹਦੇ ਹੱਥ ਵਿੱਚ ਹੈ, ਵੱਡਾ ਮਾਲਕ, ਅਗਰ ਜੇ ਉਹ ਬਖਸ਼ਿਸ਼ ਦੇ ਘਰ 'ਚ ਆ ਜਾਂਦਾ ਤਾਂ ਤੁਹਾਡੇ ਸਾਰੇ ਗੁਨਾਹ ਬਖਸ਼ ਦੇਗਾ। ਜਿਵੇਂ ਵਚਨ ਹੈ, ਕੋਟ ਖਤੇ ਖਿਨ ਬਖਸ਼ਣ ਹਾਰਾ, ਨਾਨਕ ਸਾਹਿਬ ਸਦਾ ਦਇਆਰਾ। ਅਸੀਂ ਖਤੇ ਬਹੁਤ ਕਮਾਉਂਦੇ। ਇੱਥੇ ਖੱਤੇ ਪਾਠ ਨਹੀਂ ਕਰਨਾ। ਖੱਤੇ ਜ਼ਮੀਨ ਦੇ ਹੁੰਦੇ ਨੇ ਅਤੇ ਖਤੇ ਹੁੰਦੇ ਨੇ ਗੁਨਾਹ। ਫਾਰਸੀ 'ਚ ਖਤਾ ਕਹਿੰਦੇ ਨੇ, ਖਤੇ ਗੁਨਾਹਾਂ ਨੂੰ। ਅਸੀਂ ਖਤੇ ਬਹੁਤ ਕਮਾਉਂਦੇ, ਕਿਛ ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਾਹਗਾਰ। ਹਰ ਜੀਓ ਲੇਖੈ ਵਾਰ ਨਾ ਆਵਈ, ਤੂੰ ਬਖਸ਼ ਮਿਲਾਵਣ ਹਾਰ। ਜੇ ਲੇਖਿਆਂ ਬਾਰੇ ਕਰੀ ਗੱਲ, ਤੇ ਲੇਖਿਆਂ ਨਾਲ ਤਾਂ ਸਾਡੀ ਵਾਰੀ ਨਹੀਂ ਆਉਣੀ ਤੁਹਾਡੇ ਚਰਨਾਂ 'ਚ ਪਹੁੰਚਣ ਦੀ। ਤੁਸੀਂ ਬਖਸ਼ ਕੇ ਮਿਲਾਉਣ ਵਾਲੇ ਹੋ। ਸੋ ਇਸ ਕਰਕੇ ਜਿਹੜਾ ਨਿਤਨੇਮ ਕਰਨਾ, ਪਾਠ ਕਰਨਾ, ਵਾਹਿਗੁਰੂ ਵਾਹਿਗੁਰੂ ਜਪਣਾ ਜਾਂ ਸਿਮਰਨਾ, ਜੋ ਵੀ ਸਾਨੂੰ ਸਤਿਗੁਰੂ ਨੇ ਸਿਧਾਂਤ ਬਖਸ਼ਿਆ, ਉਹ ਕਰਤਾਰ ਦੀ ਸ਼ਰਨ ਪੈਣ ਵਾਸਤੇ, ਕਿ ਆਪਣੇ ਆਪ ਨੂੰ ਬਖਸ਼ਾ ਲਿਆ ਜਾਏ। ਪਰ ਮਨੁੱਖੀ ਮਨ ਹੈ, ਇਹ ਜੇ ਕੋਈ ਚੰਗਾ ਕਰਮ ਇੱਥੋਂ ਹੋ ਜਾਂਦਾ, ਨਿਤਨੇਮ 4 ਦਿਨ ਹੋ ਜਾਏ, ਅਤੇ ਉਹਦਾ ਮਾਣ ਕਰਨ ਲੱਗ ਪੈਂਦਾ। ਜੇ ਪ੍ਰਾਪਤੀ ਤਾਂ ਕੁਛ ਹੋਈ ਨਹੀਂ, ਅਜੇ ਬਖਸ਼ਿਆ ਤਾਂ ਤੂੰ ਗਿਆ ਨਹੀਂ, ਪਰ ਗੁਮਾਨ ਪਹਿਲਾਂ ਸਿਰ ਚੜ੍ਹ ਬੋਲਦਾ। ਇਹ ਮਨੁੱਖੀ ਮਨ ਦਾ ਸੁਭਾਅ। ਹਮ ਵੱਡ ਕਬ ਕੁਲੀਨ, ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾ ਤੇਹ ਬੁੱਧ ਕਵਹਿ ਨਾ ਨਾਸੀ। ਇਹ ਕਥਨੀ ਦਾ ਹੀ ਮਾਣ ਕਰੀ ਜਾਂਦਾ ਹੈ, ਅਜੇ ਕਰਨੀ ਤਾਂ ਹੈ ਨਹੀਂ। ਕਰਨੀ ਹੋਏ ਵੀ, ਅਤੇ ਜੇ ਉਹ ਕਰਨੀ ਪਸੰਦ ਆ ਜੇ, ਵਾਹਿਗੁਰੂ ਨੂੰ ਪ੍ਰਵਾਨ ਚੜ੍ਹ ਜੇ, ਤਾਂ ਫਿਰ ਹੀ ਹੈ ਨਾ ਸਫਲੀ। ਜੇ ਪਰਮਾਤਮਾ ਨੂੰ ਪ੍ਰਵਾਨ ਹੀ ਨਹੀਂ ਚੜ੍ਹੀ ਅਤੇ ਕਰਨੀ ਕੀਤੀ ਵੀ ਖਰੇ, ਨਾ ਹੀ ਕਿਸੇ ਲੇਖੇ ਲੱਗੇ। ਇਸ ਕਰਕੇ ਹੰਕਾਰ ਗਵਾਉਣਾ ਅਤੇ ਕਰਤਾਰ ਦੀ ਸ਼ਰਨ ਪੈਣਾ। ਮਾਨ ਨਾ ਕੀਜੈ ਸ਼ਰਨ ਪੁਰੀਜੈ, ਕਰੈ ਸੋ ਭਲਾ ਮਨਾਈਐ। ਸੁਣ ਮੀਤਾ ਜੀਓ ਪਿੰਡ ਸਭ ਤਨ ਅਰਪੀਜੈ, ਇਉਂ ਦਰਸ਼ਨ ਹਰ ਜੀਓ ਪਾਈਐ। ਹਉਮੈ ਤਜਨ, ਭਾਈ ਸੰਤੋਖ ਸਿੰਘ ਦੇ ਬਚਨ, ਹਉਮੈ ਤਜਨ ਨਾਮ ਲਿਵ ਲਾਵਨ, ਭਾਣਾ ਮੰਨਣ ਪੰਥੇ ਪਾਵਨ। ਹੰਗਤਾ ਛੱਡਣੀ, ਸ਼ਰਨ ਪੈਣਾ, ਵਾਹਿਗੁਰੂ ਦੇ ਨਾਮ ਵਿੱਚ ਲਿਵ ਲਾਉਣੀ, ਮਨ ਹੋਰ ਪਾਸਿਓਂ ਰੋਕ ਕੇ ਪ੍ਰਮਾਤਮਾ ਦੇ ਨਾਮ ਵੱਲ ਲਾਉਣਾ, ਅਤੇ ਭਾਣੇ ਨੂੰ, ਹੁਕਮ ਨੂੰ, ਰਜਾ ਨੂੰ, ਦੁੱਖ ਸੁੱਖ ਨੂੰ ਮਿੱਠਾ ਕਰਕੇ ਮੰਨਣਾ। ਇਹ ਪ੍ਰਮਾਤਮਾ ਦੇ ਦਰ 'ਤੇ ਪ੍ਰਵਾਨ ਚੜ੍ਹਨ ਵਾਲਾ ਰਸਤਾ ਹੈ। ਇਸ ਕਰਕੇ ਹਜ਼ੂਰ ਇੱਥੇ ਵੀ ਦੱਸ ਰਹੇ ਨੇ
ਕਿਰਤ ਕਰਮ ਕੇ ਵਿਛੜੇ, ਆਪਣੇ ਕੀਤੇ ਹੋਏ ਕਰਮਾਂ ਦੀ ਕਮਾਈ ਕਰਕੇ ਅਸੀਂ ਮਹਾਰਾਜ ਤੁਹਾਥੋਂ ਵਿਛੜੇ ਹੋਏ ਹਾਂ। ਕਰ ਕਿਰਪਾ ਮਿਲੋ ਰਾਮ, ਹੇ ਰਾਮ ਪ੍ਰਮਾਤਮਾ ਜੀ ਤੁਹਾਡਾ ਬਿਰਧ ਹੈ, ਸ਼ਰਨ ਆਉਣ ਵਾਲਿਆਂ 'ਤੇ ਕਿਰਪਾ ਕਰ ਦੇਣੀ। ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਹੈ ਬਿਰਧ ਸੁਆਮੀ ਸੰਦਾ। ਤੁਹਾਡੀ ਕਿਰਪਾ 'ਤੇ ਟੇਕ ਹੈ, ਕਿਰਪਾ ਕਰਕੇ ਹੇ ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਮੇਲ ਲਓ। ਚਾਰ ਕੁੰਟ ਦਹਿ ਦਿਸ ਭ੍ਰਮੇ, ਥਕ ਆਏ ਪ੍ਰਭ ਕੀ ਸਾਮ। ਸਤਿਗੁਰੂ ਜੀ ਬੇਨਤੀ ਕਰ ਰਹੇ ਨੇ ਵਾਹਿਗੁਰੂ ਦੇ ਚਰਨਾਂ 'ਚ, ਭਾਵ ਸਾਡੇ ਕੋਲ ਖਲੋ ਕੇ ਸਾਡੀ ਬਾਂਹ ਫੜ ਕੇ ਹੱਥ ਜੁੜਵਾ ਕੇ ਸਾਥੋਂ ਬੇਨਤੀ ਕਰਵਾ ਰਹੇ ਨੇ, ਜਾਚ ਦੱਸ ਰਹੇ ਨੇ। ਇਹ ਸਾਡੀ ਜੀਵਾਂ ਦੀ ਹਾਲਤ ਹੈ। ਚਾਰ ਕੁੰਟ ਦਹਿ ਦਿਸ ਭ੍ਰਮੇ, ਇੱਕ ਤਾਂ ਸਾਧ ਸੰਗਤ ਜੀ ਪ੍ਰਤੱਖ ਰੂਪ ਵਿੱਚ ਚਾਰ ਦਿਸ਼ਾਵਾਂ ਹਨ, ਜਿਹਨੂੰ ਚਾਰ ਕੁੰਟ ਵੀ ਕਿਹਾ ਜਾਂਦਾ। ਚਾਰ ਦਿਸ਼ਾਵਾਂ, ਉੱਤਰ ਦੱਖਣ ਪੂਰਬ ਅਤੇ ਪੱਛਮ। ਅਤੇ ਇਸੇ ਪ੍ਰਕਾਰ ਜਦੋਂ 10 ਦਿਸ਼ਾ ਦਾ ਜ਼ਿਕਰ ਆਏ ਤਾਂ ਫਿਰ ਚਾਰ ਦਿਸ਼ਾਵਾਂ ਅਤੇ ਚਾਰ ਉਪ ਦਿਸ਼ਾਵਾਂ। ਚਾਰ ਤਾਂ ਉੱਤਰ ਦੱਖਣ ਪੂਰਬ ਪੱਛਮ, ਜਿਸ ਨੂੰ ਲਹਿੰਦਾ ਚੜ੍ਹਦਾ ਦੱਖਣ ਪਹਾੜ ਵੀ ਕਹਿੰਦੇ ਆਪਾਂ, ਅਤੇ ਚਾਰ ਇਹਨਾਂ ਦੀਆਂ ਉਪ ਦਿਸ਼ਾਵਾਂ ਹਨ। ਜਿਵੇਂ ਦੱਖਣ ਪੂਰਬ ਦੇ ਵਿਚਲਾ ਕੋਨਾ, ਚਾਰ ਇੱਕ ਡੱਬਾ ਜਿਹਾ ਬਣਾਈਏ ਅਤੇ ਉਹਦੀਆਂ ਚਾਰ ਦਿਸ਼ਾਵਾਂ ਦੇ ਚਾਰ ਪਾਸੇ ਹੁੰਦੇ ਨੇ, ਅਤੇ ਪਰ ਚਾਰ ਨੁੱਕਰਾਂ ਵੀ ਹੁੰਦੀਆਂ ਨੇ। ਉਹਨਾਂ ਨੁੱਕਰਾਂ ਨੂੰ ਕੋਣ ਕਿਹਾ ਜਾਂਦਾ ਹੈ। ਅਗਨ, ਨਾਇਰਤ, ਵਾਇਵੀ ਕੋਣ ਅਤੇ ਚੌਥੀ ਹੈ ਈਸ਼ਾਨ ਕੋਣ। ਇਹ ਚਾਰ ਉਪਦਿਸ਼ਾ ਹਨ। ਅਤੇ 9ਵੀਂ ਧਰਤੀ ਅਤੇ 10ਵਾਂ ਉੱਪਰ ਅਸਮਾਨ, ਇਹਨਾਂ ਨੂੰ ਕਿਹਾ ਜਾਂਦਾ 10 ਦਿਸ਼ਾ। 4 ਕੁੰਟਾਂ 'ਚ ਅਤੇ 10 ਦਿਸ਼ਾ 'ਚ ਅਸੀਂ ਭਰਮਦੇ ਭਟਕਦੇ ਰਹੇ ਹਾਂ। ਹੁਣ ਥੱਕ ਕੇ ਆਏ ਹਾਂ ਪ੍ਰਭ ਕੀ ਸਾਮ। ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜੀ ਆਪ ਜੀ ਦੀ ਸਾਮ ਸ਼ਰਨ ਵਿੱਚ ਹੁਣ ਆਏ ਹਾਂ ਅਸੀਂ। ਅਨੇਕ ਜਨਮ ਪਾਪ ਕਰ ਭਰਮੇ, ਹੁਣ ਤਉ ਸ਼ਰਨ ਆਗਤ ਆਏ। ਦਇਆ ਕਰੋ ਰੱਖ ਲੇਵੋ ਹਰ ਜੀਓ, ਹਮ ਦੀਨ ਤੇਰੀ ਸ਼ਰਨ ਆਏ। ਚਾਰ ਕੁੰਟ ਇੰਜ ਅਧਿਆਤਮਿਕ ਤੌਰ 'ਤੇ ਅਰਥ ਕੀਤੇ ਜਾਂਦੇ ਨੇ। ਚਾਰ ਕੁੰਟ ਮਨ ਬੁੱਧ ਚਿੱਤ ਅਹੰਕਾਰ, ਇਹ ਚਤੁਸ਼ਟੇ ਅੰਤਸ਼ਕਰਨ ਜੋ ਸਾਡਾ ਹਿਰਦਾ ਚਾਰ ਚੀਜ਼ਾਂ ਦਾ ਬਣਿਆ। ਮਨ ਬੁੱਧ ਚਿੱਤ ਅਹੰਕਾਰ ਅਤੇ 10 ਦਿਸ਼ਾ 10 ਇੰਦਰੀਆਂ। ਆ ਸਾਡੇ ਨੇਤਰ, ਕੰਨ, ਨਾਸਾਂ। ਸੋ ਇਸ ਪ੍ਰਕਾਰ 5 ਕਰਮ ਇੰਦਰੇ, 5 ਗਿਆਨ ਇੰਦਰੇ ਨੇ। ਇਹ ਸਾਰਾ ਕੁਛ ਇਹ 10 ਦਿਸ਼ਾ 'ਚ, ਇਹਨਾਂ ਦੇ ਰਸਾਂ 'ਚ 10 ਦਿਸ਼ ਜਿਹੜੇ 10 ਇੰਦਰੇ, ਇਹਨਾਂ ਦੇ ਅਧੀਨ ਹੋਏ ਹੋਏ ਅੱਖਾਂ ਬਗਾਨਾ ਰੂਪ ਤੱਕਣ ਵਿੱਚ ਮਸ਼ਰੂਫ ਰਹੀਆਂ, ਜਾਂ ਹੋਰ ਅਨੇਕਾਂ ਰੰਗ ਤਮਾਸ਼ੇ ਦੁਨੀਆ ਦੇ। ਕੰਨ, ਜਿਵੇਂ ਭਾਈ ਗੁਰਦਾਸ ਨੇ ਲਿਖਿਆ, ਅੱਖੀਂ ਦੇਖ ਨ ਰੱਜੀਆਂ ਬਹੁ ਰੰਗ ਤਮਾਸ਼ੇ। ਉਸਤਤ ਨਿੰਦਾ ਕੰਨ ਸੁਣ ਰੋਵਣ ਤੈ ਹਾਸੇ। ਸਾਦੀ ਜੀਭ ਨ ਰੱਜੀਆ ਕਰ ਭੋਗ ਬਿਲਾਸੇ। ਨੱਕ ਨ ਰੱਜਾ ਵਾਸ ਲੈ ਦੁਰਗੰਧ ਸੁਵਾਸੇ। ਸੋ ਇਸ ਪ੍ਰਕਾਰ ਰੱਜ ਨਾ ਕੋਈ ਜੀਵਿਆ ਕੂੜੈ ਪ੍ਰਵਾਸੇ। ਪੀਰ ਮੁਰੀਦਾਂ ਪਿਰਹੜੀ ਸੱਚੀ ਰਹਿ ਰਸ। ਇਸ ਤਰ੍ਹਾਂ ਜਿਹੜੇ ਇੰਦਰੇ ਨੇ ਇਹ ਆਪੋ ਆਪਣੇ ਵਿਸ਼ਿਆਂ ਵੱਲ ਦੌੜਦੇ ਨੇ, ਅਤੇ ਇਸ ਕਰਕੇ ਸ਼ਾਂਤੀ ਨਹੀਂ ਸਾਡੇ ਅੰਦਰ। ਇਉਂ ਮਹਾਰਾਜ 4 ਕੁੰਟਾਂ ਅੰਤਸ਼ਕਰਨ, ਮਨ ਬੁੱਧ ਚਿੱਤ ਅਹੰਕਾਰ ਅਤੇ 10 ਦਿਸ਼ਾ 10 ਇੰਦਰੀਆਂ ਦੇ ਜਿਹੜੇ ਵਿਸ਼ੇ ਹਨ, ਰਸ ਹਨ, ਉਹਨਾਂ 'ਚ ਭਰਮਦੇ ਭਟਕਦੇ ਰਹੇ। ਹੁਣ ਹਾਰ ਕੇ ਥੱਕ ਹੰਭ ਕੇ ਆਏ ਹਾਂ ਪ੍ਰਭੂ ਜੀ ਦੀ ਸ਼ਰਨ ਵਿੱਚ। ਭਾਵ ਹੈ ਵਾਹਿਗੁਰੂ ਆਪ ਜੀ ਦੀ ਸ਼ਰਨ ਵਿੱਚ ਹੁਣ ਅਸੀਂ ਆ ਗਏ ਹਾਂ, ਹੋਰ ਸਾਨੂੰ ਕੋਈ ਟਿਕਾਣਾ ਲੱਭਾ ਨਹੀਂ। ਧੇਨ ਦੁੱਧੈ ਤੇ ਬਾਹਰੀ, ਕਿਤੇ ਨਾ ਆਵੈ ਕਾਮ। ਜਿਵੇਂ ਬਾਣੀਆਂ ਦੇ ਘਰ ਵਿੱਚ ਗਊ ਬੱਧੀ ਹੋਈ ਹੈ ਅਤੇ ਦੁੱਧ ਦੇਵੇ ਹੀ ਨਾ, ਜ਼ਮੀਨ ਉਹਨਾਂ ਦੀ ਹੈ ਨਹੀਂ, ਉਹ ਵਾਹ ਵੀ ਨਹੀਂ ਸਕਦੇ ਗਾਂ ਨੂੰ, ਅਤੇ ਉਹ ਦੁੱਧ ਤੋਂ ਬਾਹਰੀ ਜਿਹੜੀ ਧੇਨ ਗਊ ਹੈ, ਭਾਵ ਦੁੱਧ ਦਿੰਦੀ ਨਹੀਂ, ਲਵੇਰੀ ਨਹੀਂ ਹੁੰਦੀ, ਉਹ ਕਿਸੇ ਕੰਮ ਨਹੀਂ ਆਉਂਦੀ ਹੈ। ਜਿਵੇਂ ਫੰਡਰ ਗਾਂ, ਦੁੱਧ ਨਾ ਦੇਣ ਵਾਲੀ ਗਾਂ ਕਿਸੇ ਕੰਮ ਨਹੀਂ ਆਉਂਦੀ ਹੈ। ਜਲ ਬਿਨ ਸਾਖ ਕੁਮਲਾਵਤੀ, ਉਪਜਹਿ ਨਾਹੀ ਦਾਮ। ਸੋ ਇਸੇ ਤਰ੍ਹਾਂ ਜਲ ਪਾਣੀ ਨਾ ਮਿਲੇ ਤਾਂ ਸਾਖ ਫਸਲ ਖੇਤੀ ਕੁਮਲਾ ਜਾਂਦੀ ਹੈ, ਅਤੇ ਉਪਜਹਿ ਨਾਹੀ ਦਾਮ। ਦਾਮ ਦਮੜੇ ਜਿਹੜੇ ਰੁਪਈਏ ਨੇ, ਧਨ ਹੈ ਰੋਕੜੀ, ਉਹ ਨਹੀਂ ਉਪਜਦਾ ਹੈ ਖੇਤ ਵਿੱਚੋਂ। ਫਸਲ ਪੱਕੇ ਵੇਚੀ ਜਾਏ ਅਤੇ ਉੱਥੋਂ ਹੀ 4 ਰੁਪਈਏ ਘਰ ਆਉਣਗੇ ਨਾ। ਸੋ ਇਸੇ ਪ੍ਰਕਾਰ ਸੱਚੇ ਪਾਤਸ਼ਾਹ ਜੀ
ਜਿਹੜੀ ਸਾਡੀ ਬੁੱਧੀ ਹੈ, ਇਹ ਗਿਆਨ ਰੂਪੀ ਦੁੱਧ ਤੋਂ ਬਗੈਰ ਕਿਸੇ ਕੰਮ ਨਹੀਂ ਆਉਣ ਵਾਲੀ। ਬੁੱਧੀ ਤਾਂ ਤੁਸੀਂ ਸਾਨੂੰ ਬਖਸ਼ੀ ਹੈ, ਪਰ ਇਸ ਬੁੱਧੀ ਅੰਦਰ ਤੁਹਾਡਾ ਗਿਆਨ ਹੈ ਨਹੀਂ। ਗਿਆਨ ਰੂਪੀ ਦੁੱਧ ਤੋਂ ਬਗੈਰ ਇਹ ਕਿਸੇ ਕੰਮ ਨਹੀਂ ਆਉਣੀ। ਅਤੇ ਇਸੇ ਤਰ੍ਹਾਂ ਤੁਹਾਡੇ ਉਪਦੇਸ਼ ਰੂਪੀ ਨਾਮ ਰੂਪੀ ਜਲ ਤੋਂ ਬਗੈਰ ਸਾਡੀਆਂ ਜਿਹੜੀਆਂ ਸ਼ਾਖਾ ਭਾਵ ਸ਼ੁਭ ਗੁਣਾ ਰੂਪੀ ਸ਼ਾਖ ਫਸਲ ਖੇਤੀ ਹੈ, ਇਹ ਕੁਮਲਾ ਜਾਏਗੀ। ਉਪਜਿਆ ਹੈ ਨਾ ਹੀ ਦਾਮ, ਫਲ ਜਿਹੜਾ ਨਾ ਬ੍ਰਹਮ ਗਿਆਨ ਦਾ ਉਹ ਨਹੀਂ ਉਪਜੇਗਾ, ਨਹੀਂ ਉਪਜਦਾ ਹੈ। ਸੋ ਇਸ ਪ੍ਰਕਾਰ ਉਹ ਅਸਲ ਫਲ ਹੈ ਨਾ, ਜਿਵੇਂ ਫਸਲ ਵੇਚ ਕੇ ਤੇ ਦਮੜੇ ਜ਼ਿਮੀਂਦਾਰ ਘਰ ਲਿਆਉਂਦੇ ਨੇ, ਇਸੇ ਤਰ੍ਹਾਂ ਧਰਮ ਕਮਾਉਣਾ, ਧਰਮ ਫੁੱਲ ਫਲ ਗਿਆਨ। ਗਿਆਨ ਰੂਪੀ ਫਲ ਇਹ ਜਿਹੜਾ ਦਾਮ ਹੈ, ਧਨ ਹੈ, ਇਹ ਨਹੀਂ ਉਪਜਦਾ ਹੈ। ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ। ਹਰੀ ਪਰਮਾਤਮਾ ਜੋ ਨਾਹ ਪਤੀ ਹੈ ਔਰ ਸੱਜਣ ਹੈ ਲੋਕ ਪਰਲੋਕ ਦਾ, ਉਸ ਨੂੰ ਜੇ ਨਹੀਂ ਅਸੀਂ ਮਿਲਦੇ ਤਾਂ ਕਤ ਪਾਈਐ ਬਿਸਰਾਮ, ਤਾਂ ਬਿਸਰਾਮ ਸੁਖ ਆਰਾਮ ਟਿਕਾ ਵਾਲੀ ਸ਼ਾਂਤੀ ਵਾਲੀ ਅਵਸਥਾ ਕਿੱਥੇ ਪ੍ਰਾਪਤ ਹੋਵੇਗੀ। ਭਾਵ ਨਹੀਂ ਕਿਸੇ ਤਰ੍ਹਾਂ ਵੀ ਜੀਵ ਨੂੰ ਟਿਕਾ ਮਿਲ ਸਕਦਾ, ਸ਼ਾਂਤੀ ਮਿਲ ਸਕਦੀ, ਸੁਖ ਮਿਲ ਸਕਦਾ, ਆਰਾਮ ਮਿਲ ਸਕਦਾ, ਕਿਤੋਂ ਵੀ ਨਹੀਂ। ਜਿਤ ਘਰ ਹਰ ਕੰਤ ਨਾ ਪ੍ਰਗਟਈ, ਜਿਸ ਘਰ ਹਿਰਦੇ ਦੇ ਅੰਦਰ ਹਰੀ ਪ੍ਰਮਾਤਮਾ ਜੋ ਕੰਤ ਖਸਮ ਹੈ, ਪਤੀ ਹੈ, ਅਕਾਲ ਪੁਰਖ, ਉਹ ਨਹੀਂ ਪ੍ਰਗਟ ਹੁੰਦਾ, ਤਾਂ ਭੱਠ ਨਗਰ ਸੇ ਗ੍ਰਾਮ। ਉਹ ਨਗਰ ਵੱਡੇ ਸ਼ਹਿਰਾਂ ਦਾ ਨਾਮ ਹੈ ਅਤੇ ਗ੍ਰਾਮ ਛੋਟੇ ਪਿੰਡਾਂ ਦਾ ਨਾਮ ਹੈ। ਉਹ ਨਗਰ ਅਤੇ ਉਹ ਗ੍ਰਾਮ ਉਹ ਭੱਠ 'ਚ ਪੈਣ ਜਾਂ ਭੱਠ ਵਾਂਗ ਤਪਦੇ ਨੇ। ਜਿਵੇਂ ਦਸਮ ਪਾਤਸ਼ਾਹ ਜੀ ਨੇ ਕਿਹਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਤੁਧ ਬਿਨ ਰੋਗ ਰਜਾਈਆਂ ਦਾ ਉੱਡਣ, ਨਾਗ ਨਿਵਾਸਾਂ ਦੇ ਰਹਿਣਾ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ, ਯਾਰੜੇ ਦਾ ਸਾਨੂੰ ਸੱਥਰ ਚੰਗਾ, ਭੱਠ ਖੇੜਿਆਂ ਦਾ ਰਹਿਣਾ। ਖੇੜਾ ਨਗਰ ਨੂੰ ਕਹਿੰਦੇ ਨੇ। ਨਗਰਾਂ ਸ਼ਹਿਰਾਂ ਦਾ ਰਹਿਣਾ ਭੱਠ 'ਚ ਪਵੇ ਜਾਂ ਭੱਠ ਵਾਂਗ ਤਪਦਾ ਉੱਥੇ ਵਸਣਾ ਜਿਹੜਾ, ਅਤੇ ਸੱਥਰ 'ਤੇ ਪਏ ਹੀ ਸਾਨੂੰ ਚੰਗਾ ਪ੍ਰਤੀਤ ਹੁੰਦਾ ਜੇ ਯਾਰ ਸਾਡੇ ਪਾਸ, ਜੇ ਵਾਹਿਗੁਰੂ ਨਾਲ ਸਾਡਾ ਪ੍ਰੇਮ ਹੈ। ਤਾਂ ਜਿਸ ਘਰ ਹਿਰਦੇ ਅੰਦਰ ਹਰੀ ਕੰਤ ਪਰਮਾਤਮਾ ਅਕਾਲ ਪੁਰਖ ਪਤੀ ਜੀ ਨਹੀਂ ਪ੍ਰਗਟ ਹੁੰਦੇ, ਨਗਰ ਸਮਝ ਲਓ ਵੀ ਰਾਜਿਆਂ ਮਹਾਰਾਜਿਆਂ ਅਮੀਰਾਂ ਲੋਕਾਂ ਦੇ ਉਹ ਸਰੀਰ ਜਿਹੜੇ ਨੇ ਉਹ ਨਗਰ, ਜੋ ਆਮ ਗਰੀਬਾਂ ਦੇ ਸਰੀਰ ਨੇ ਉਹ ਗ੍ਰਾਮ। ਚਾਹੇ ਨਗਰ ਹੈ ਚਾਹੇ ਗ੍ਰਾਮ ਪਿੰਡ ਹੈ, ਅਮੀਰ ਦਾ ਸਰੀਰ ਹੈ ਜਾਂ ਗਰੀਬ ਦਾ ਸਰੀਰ ਹੈ, ਉਹ ਭੱਠ ਵਾਂਗ ਤਪਦੇ ਨੇ ਸਰੀਰ। ਉਹ ਹਿਰਦਿਆਂ 'ਚ ਸ਼ਾਂਤੀ ਨਹੀਂ, ਤਪਸ਼ੀ ਤਪਸ਼ਾ ਵਿਕਾਰਾਂ ਦੀ, ਉਹ ਭੱਠ ਦੀ ਨਿਆਈ ਤੱਤੇ ਸਰੀਰ ਹਨ ਜਿੱਥੇ ਹਰੀ ਪਰਮਾਤਮਾ ਪ੍ਰਗਟ ਨਹੀਂ ਹੁੰਦਾ। ਸਰਬ ਸਿਗਾਰ ਤੰਬੋਲ ਰਸ ਸਣ ਦੇ ਹੀ ਸਭ ਖਾਮ, ਵਾਹਿਗੁਰੂ ਪਰਮਾਤਮਾ ਤੇ ਮਿਲਿਆ ਹੀ ਨਹੀਂ। ਇਸੇ ਤਰ੍ਹਾਂ ਜਿਸ ਇਸਤਰੀ ਦਾ ਪਤੀ ਉਹਨੂੰ ਪਸੰਦ ਨਾ ਕਰੇ ਜਾਂ ਉਹਨੂੰ ਘਰ ਛੱਡ ਕੇ ਚਲਿਆ ਜਾਏ ਜਾਂ ਉਸ ਨੂੰ ਘਰੋਂ ਕੱਢ ਦੇ, ਅਤੇ ਉਹ ਬਹੁਤ ਜ਼ਿਆਦਾ ਹਾਰ ਸ਼ਿੰਗਾਰ ਲਾਉਂਦੀ ਫਿਰੇ, ਲੋਕਾਂ ਨੂੰ ਸੋਹਣਾ ਸਰੂਪ ਬਣਾ ਕੇ ਵਿਖਾਏ, ਇਸ ਤਰ੍ਹਾਂ ਚੀਰਾ ਕੱਢੇ, ਸੰਧੂਰ ਪਾਏ, ਔਰ ਇਸੇ ਤਰ੍ਹਾਂ ਗਲ ਵਿੱਚ ਹਾਰ ਪਾ ਲਏ, ਕੰਠਾ ਪਾ ਲਏ, ਔਰ ਇਸੇ ਤਰ੍ਹਾਂ ਟਿੱਕਾ ਲਾ ਲਏ, ਅਨੇਕਾਂ ਪ੍ਰਕਾਰ ਦੇ ਸ਼ਿੰਗਾਰ ਜਿਵੇਂ ਇਸਤਰੀ ਸਰੂਪ 'ਚ ਕੀਤੇ ਜਾਂਦੇ ਨੇ, ਅਤੇ ਪਤੀ ਪਰ ਮਿਲੇ ਹੀ ਨਾ। ਪਤੀ ਨੇ ਛੁੱਟਲ ਕਰਕੇ ਘਰੋਂ ਕੱਢ ਦਿੱਤੀ ਹੋਵੇ ਅਤੇ ਉਹਦੇ ਸ਼ਿੰਗਾਰ ਕੀਤੇ ਕਿਸ ਕੰਮ। ਤੰਬੋਲ ਪਾਨਾਂ ਦੇ ਬੀੜੇ ਚੱਬਣੇ ਉਹ ਕਿਹੜੇ ਕੰਮ, ਹੋਰ ਰਸ ਭੋਗਣੇ ਉਹ ਕਿਸੇ ਕੰਮ ਨਹੀਂ। ਸਣ ਦੇ ਹੀ ਸਭ ਖਾਮ, ਸਣੇ ਦੇਹ ਦੇ ਸਰੀਰ ਸਮੇਤ ਸਭ ਕੁਝ ਖਾਮ। ਖਾਮ ਦਾ ਅਰਥ ਵੈਸੇ ਹੁੰਦਾ ਕੱਚਾ, ਸਾਰੇ ਕੱਚੇ ਮਤਲਬ ਨਾਸਵੰਤ ਨੇ, ਸਾਥ ਛੱਡ ਜਾਣ ਵਾਲੇ ਹਨ ਕਿਸ ਅਰਥ। ਇਸੇ ਪ੍ਰਕਾਰ ਪੁੰਨੀ ਸਰੀਰਾਂ 'ਤੇ ਕੁਦਰਤੀ ਇਸਤਰੀ ਜਾਮੇ 'ਚ 16 ਸ਼ਿੰਗਾਰ ਮੰਨੇ ਨੇ। 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਸਖੀ ਕਾਜਲ ਹਾਰ ਤੰਬੋਲ ਸਭੈ ਕਿਛ ਸਾਜਿਆ। 16 ਕੀਏ ਸ਼ਿੰਗਾਰ ਕੇ ਅੰਜਨ ਪਾਜਿਆ, ਜਾਂ ਘਰ ਆਇਆ ਕੰਤਾਂ ਸਭ ਕੁਛ ਪਾਈਆ। ਉਹਨਾਂ ਚਿਰ ਕਿਸੇ ਕੰਮ ਨਹੀਂ। ਇਸੇ ਪ੍ਰਕਾਰ ਇੱਥੇ ਸ਼ਿੰਗਾਰਾਂ ਦਾ ਮਤਲਬ ਹੈ ਜਿਹੜੇ ਸਾਧਨ ਕੀਤੇ ਹੋਣ ਜਾਂ ਭੇਖ ਬਣਾਏ ਹੋਣ, ਜਿਹੜੇ ਹੋਰ ਜਦੋਂ ਤੱਕ ਸਾਧਨ ਕੀਤੇ ਹਨ ਪਰ ਵਾਹਿਗੁਰੂ ਨੇ ਸਾਨੂੰ ਪਸੰਦ ਨਹੀਂ ਕੀਤਾ, ਅਤੇ ਦੇਹੀ ਸਮੇਤ ਸਾਰੇ ਸਾਧਨ ਕੀਤੇ ਵੀ ਖਾਮ ਨਾਸਵੰਤ ਵਿਅਰਥ ਹੀ ਗਏ। ਨਾਸਵੰਤ ਦਾ ਮਤਲਬ ਵਿਅਰਥ ਗਏ। ਔਰ ਇਸੇ ਪ੍ਰਕਾਰ ਜਿਹੜੇ ਵਿਰਾਗ ਵਿਵੇਕ ਹਠ ਸੰਪਤੀ ਮੋਖ ਇੱਛਾ, ਇਹ
ਸਰਵਣ ਮੰਨਣ ਦਾ ਅਧਿਆਸਣ, ਤਤੋਂ ਦਾ ਸੋਧਨ, ਇਹੋ ਜਿਹੇ ਜਿਹੜੇ ਸ਼ਿੰਗਾਰ ਕੀਤੇ, ਜਾਂ ਸ਼ਿੰਗਾਰ ਲਿਬਾਸ ਬਣਾਏ ਸੰਤਾਂ ਵਾਲੇ, ਅਤੇ ਤੰਬੋਲ ਜਿਹੜੇ ਵੇਦਾਂ ਦੇ ਮਹਾਵਾਕ ਆਦਿਕ ਹਨ ਉਹਨਾਂ ਨੂੰ ਬੋਲਣਾ ਜਿਹੜਾ, ਅਤੇ ਇਸੇ ਤਰ੍ਹਾਂ ਹੋਰ ਜਿਹੜੇ ਰਸ, ਇੱਕ ਤਾਂ ਰਸ ਦਾ ਅਰਥ ਹੈ ਬਾਹਰੀ ਤੌਰ 'ਤੇ ਜਿਹੜੇ ਰਸ ਅਸੀਂ ਖਾਂਦੇ ਪੀਂਦੇ ਪਦਾਰਥਾਂ ਵਿੱਚੋਂ ਭੋਗਦੇ ਹਾਂ, ਅਤੇ ਉਂਝ ਰਸ ਦਾ ਅਰਥ ਪ੍ਰੇਮ ਵੀ ਹੈ, ਪਿਆਰ ਵੀ ਹੈ। ਜਿਹੜਾ ਸੰਸਾਰ ਦਾ ਪਿਆਰ ਹੈ, ਸਣ ਦੇ ਹੀ ਸਭ ਖਾਮ, ਦੇਹ ਦੇ ਸਮੇਤ ਸਾਰਾ ਕੁਝ ਹੀ ਖਾਮ, ਕੱਚਾ ਹੀ ਹੈ, ਸਾਰੀਆਂ ਚੀਜ਼ਾਂ ਕੱਚੀਆਂ ਨਾਸਵੰਤ ਨੇ, ਕੁਛ ਵੀ ਨਾਲ ਨਿਭਣ ਵਾਲਾ ਨਹੀਂ। ਸਾਡੇ ਕਿਸ ਕੰਮ ਦਾ ਜੇ ਵਾਹਿਗੁਰੂ ਪਰਮਾਤਮਾ ਹਿਰਦੇ 'ਚ ਪ੍ਰਗਟ ਨਹੀਂ ਹੋਇਆ, ਅਤੇ ਮਿਲੀ ਹੋਈ ਮਨੁੱਖਾ ਦੇਹੀ ਕਿਸ ਕੰਮ ਦੀ, ਵਿਅਰਥ ਚਲੇਗੀ, ਇਹ ਸਾਰਾ ਕੁਛ ਵਿਅਰਥ ਗਿਆ। ਪ੍ਰਭ ਸੁਆਮੀ ਕੰਤ ਵਿਹੂਣੀਆਂ, ਮੀਤ ਸੱਜਣ ਸਭ ਜਾਮ, ਜਿਹੜੀਆਂ ਜੀਵ ਰੂਪ ਇਸਤਰੀਆਂ ਪ੍ਰਭੂ ਸੁਆਮੀ ਖਸਮ ਕੰਤ ਪਤੀ ਤੋਂ, ਸੁਆਮੀ ਮਾਲਕ ਜੋ ਪ੍ਰਭੂ ਮਾਲਕ ਕੰਤ ਖਸਮ ਹੈ, ਪਤੀ ਹੈ, ਉਸ ਤੋਂ ਵਿਹੂਣੀਆਂ ਸਖਣੀਆਂ ਹਨ ਜਿਹੜੀਆਂ ਜੀਵ ਰੂਪ ਇਸਤਰੀਆਂ ਜਾਂ ਰੂਹਾਂ। ਮੀਤ ਸੱਜਣ ਸਭ ਜਾਮ, ਜਿਹੜੀਆਂ ਵਾਹਿਗੁਰੂ ਦੇ ਸਿਮਰਨ ਤੋਂ ਪ੍ਰੇਮ ਪਿਆਰ ਤੋਂ ਖਾਲੀ ਹਨ, ਉਹਨਾਂ ਵਾਸਤੇ ਜਿਹੜੇ ਦੁਨੀਆ ਦੇ ਵਿੱਚ ਮਿੱਤਰ ਅਤੇ ਸੱਜਣ ਬਣੇ ਹੋਏ ਨੇ, ਅੰਤ ਨੂੰ ਸਾਰੇ ਜਾਮ ਰੂਪ ਹੋ ਗਏ। ਜਦੋਂ ਅੰਤ ਵੇਲਾ ਆਉਂਦਾ ਤੇ ਸਾਰੇ ਸਾਥ ਛੱਡ ਜਾਂਦੇ ਨੇ, ਭਾਵ ਉਹ ਦਿਸਦੇ ਤਾਂ ਬੜੇ ਚੰਗੇ ਨੇ, ਬੜੇ ਨਿਕਟਵਰਤੀ ਸੱਜਣ ਮਿੱਤਰ ਦਿਸਦੇ ਨੇ, ਪਰ ਉਹ ਉਸ ਜੀਵ ਵਾਸਤੇ ਜਾਮੀ ਬਣ ਗਏ, ਮੌਤ ਦੇ ਫਰਿਸ਼ਤੇ ਹੀ ਬਣ ਗਏ ਅੰਤ ਨੂੰ, ਕਿਉਂਕਿ ਨਾਲ ਕੋਈ ਨਾ ਨਿਭਿਆ ਅਤੇ ਉਹਨਾਂ ਦੀ ਅਧੀਨ ਹੋ ਗਏ। ਜਿਵੇਂ ਬਚਨ ਹਨ ਸਤਿਗੁਰੂ ਮਹਾਰਾਜ ਦਾ ਕਿ ਇਹ ਜੀਵ ਇਸ ਸੰਸਾਰ 'ਤੇ ਤੂੰ ਰਹਿਣਾ ਬੜਾ ਪਸੰਦ ਕਰਦਾ, ਸੰਸਾਰ 'ਚ ਰਹਿੰਦਾ, ਦਿਲ ਲਾਇਆ ਹੋਇਆ, ਪਰ ਤੈਨੂੰ ਦੱਸੀਏ ਉਦਿਆਨ ਬਸਨੰ ਸੰਸਾਰੰ, ਸੰਬੰਧੀ ਸਵਾਨ ਸਿਆਲ ਖਰਹ। ਤੇਰਾ ਵਾਸਾ ਇੱਕ ਜੰਗਲ ਵਿੱਚ ਹੈ, ਅਤੇ ਜੰਗਲ ਵਿੱਚ ਜਾਨਵਰ ਹੁੰਦੇ ਨੇ, ਜੰਗਲੀ ਜਾਨਵਰ, ਕੁਝ ਸਵਾਨ ਕੁੱਤੇ, ਕੁਝ ਸਿਆਲ ਗਿੱਦੜ, ਕੁਝ ਖਰਹ ਖੋਤੇ। ਉਹ ਕੌਣ ਨੇ? ਤੇਰੇ ਸੰਬੰਧੀ। ਜਿਹੜੇ ਸਵਾਨ ਲਾਲਚੀ ਬਿਰਤੀ ਵਾਲੇ ਨੇ, ਰਿਸ਼ਤੇਦਾਰ ਵੀ ਕਈ ਵਾਰੀ ਲਾਲਚੀ ਹੁੰਦੇ ਨੇ, ਅਤੇ ਉਹਨਾਂ ਦਾ ਲਾਲਚ ਨਾ ਸਾਥੋਂ ਪੂਰਾ ਹੋਵੇ ਅਤੇ ਉਹ ਵੀ ਸਾਡੇ ਖਿਲਾਫ ਹੋ ਜਾਂਦੇ, ਸਾਥ ਛੱਡ ਜਾਂਦੇ ਨੇ। ਉਹ ਜਿਹੜੇ ਲਾਲਚੀ ਲੋਕ ਨੇ ਨਾ, ਦਿਲੋਂ ਮੁਹੱਬਤ ਨਹੀਂ ਕਰਦੇ, ਪਿਆਰ ਨਹੀਂ ਕਰਦੇ, ਇੱਜ਼ਤ ਨਹੀਂ ਕਰਦੇ, ਸਿਰਫ ਪਦਾਰਥਾਂ ਦੀ ਖਾਤਰ ਉਹਨਾਂ ਦਾ ਸਾਡੇ ਨਾਲ ਸੰਬੰਧ ਹੁੰਦਾ ਹੈ। ਉਹਨਾਂ ਬਾਰੇ ਹਜ਼ੂਰ ਕਹਿੰਦੇ ਨੇ ਉਹ ਸੰਬੰਧੀ ਸਵਾਨ ਕੁੱਤਿਆਂ ਵਰਗੇ ਨੇ, ਅਤੇ ਸਿਆਲ ਗਿੱਦੜਾਂ ਵਰਗੇ ਨੇ। ਕੌਣ? ਦਗੇਬਾਜ਼, ਧੋਖਾ ਦੇਣ ਵਾਲੇ। ਆਪਣਿਆਂ ਤੋਂ ਧੋਖਾ ਜ਼ਿਆਦਾ ਖਾਈਦਾ ਕਿਉਂਕਿ ਉਹਨਾਂ 'ਤੇ ਵਿਸ਼ਵਾਸ ਹੁੰਦਾ, ਅਤੇ ਉਹ ਜਿਹੜੇ ਧੋਖਾ ਦੇਣ ਵਾਲੇ ਹੋਣ, ਸਾਰੇ ਨਹੀਂ ਧੋਖਾ ਦਿੰਦੇ, ਪਰ ਜਿਹੜੇ ਧੋਖਾ ਦੇਣ ਵਾਲੇ ਤੇਰੇ ਸੰਬੰਧੀ ਨੇ ਨਾ, ਉਹ ਸਿਆਲ ਗਿੱਦੜਾਂ ਦੀ ਨਹੀਂ। ਤਾਂ ਹੀ ਜਿਹੜੇ ਦਗੇਬਾਜ਼ ਨੇ ਉਹਨਾਂ ਨੂੰ ਗਿੱਦੜ ਕਿਹਾ ਜਾਂਦਾ ਹੈ, ਧੋਖੇਬਾਜ਼ਾਂ ਨੂੰ ਗਿੱਦੜ ਕਿਹਾ ਜਾਂਦਾ, ਗਦਾਰ ਕਿਹਾ ਜਾਂਦਾ ਹੈ। ਸੋ ਇਸ ਪ੍ਰਕਾਰ ਖਰਾ ਖੋਤਿਆਂ ਵਰਗੇ ਨੇ। ਖੋਤੇ ਹਜ਼ੂਰ ਨੇ ਕਿਹਨਾਂ ਨੂੰ ਕਿਹਾ? ਨਾਨਕ ਤੇ ਨਰ ਅਸਲ ਖਰ, ਜੇ ਬਿਨ ਗੁਣ ਗਰਬ ਕਰਨ। ਹਜ਼ੂਰ ਕਹਿੰਦੇ ਖੋਤਿਆਂ ਨੂੰ ਖੋਤੇ ਨਾ ਕਹੋ, ਗਧਿਆਂ ਨੂੰ ਗਧੇ ਨਾ ਕਹੋ। ਨਾਨਕ ਤੇ ਨਰ ਅਸਲ ਖਰ, ਤੇ ਬਹੁ ਵਚਨ, ਉਹ ਨਰ ਪੁਰਸ਼ ਖੋਤੇ ਨੇ, ਅਸਲ ਵਿੱਚ ਖੋਤੇ ਨੇ। ਜੇ ਬਿਨ ਗੁਣ ਗਰਬ ਕਰਨ, ਬਿਨਾਂ ਗੁਣਾਂ ਤੋਂ ਹੀ ਬੜਾ ਗਰੂਰ, ਗਰਬ, ਗੁਮਾਨ, ਤਕੱਬਰ, ਹੰਕਾਰ ਸਿਰ 'ਤੇ ਚੱਕੀ ਫਿਰਦੇ, ਬੜੀ ਫੂੰਡਾ ਫਾਂਡੀ, ਹੰਕਾਰ ਉਹਨਾਂ ਦਾ ਥੱਲੇ ਨਹੀਂ ਆਉਂਦਾ। ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਕਬੀਰ ਦੀਨ ਗਵਾਇਆ ਦੁਨੀ ਸਿਉ ਦੁਨੀ ਨਾ ਚਾਲੀ ਸਾਥ, ਪਾਏ ਕੁਹਾੜਾ ਮਾਰਿਆ ਗਾਫਲ ਆਪਣਾ ਆਤ। ਉਹਨਾਂ ਮਿੱਤਰਾਂ ਸੱਜਣਾ ਸੰਬੰਧੀਆਂ ਦਾ ਜਿਹੜਾ ਮੋਹ ਹੈ ਉਹ ਤੇਰੇ ਲਈ ਦੁੱਖਦਾਈ ਬਣ ਗਿਆ। ਦੁਨੀਆ ਪਿੱਛੇ ਲੱਗ ਕੇ ਤੂੰ ਦੀਨ ਪਰਲੋਕ, ਦੀਨ ਧਰਮ ਗਵਾ ਲਿਆ। ਦੀਨ ਸ਼ਬਦ ਦੇ ਕਈ ਅਰਥ ਨੇ, ਇੱਥੇ ਦੋ ਟੁਕਦੇ ਨੇ। ਦੀਨ ਧਰਮ ਗਵਾ ਲਿਆ ਦੁਨੀਆ ਨਾਲ ਜੁੜ ਕੇ, ਅਤੇ ਦੁਨੀ ਨਾ ਚਾਲੀ ਸਾਥ, ਧਰਮ ਤਾਂ ਨਾਲ ਜਾਣਾ ਸੀ। ਦੀਨ ਪਰਲੋਕ ਗਵਾ ਲਿਆ, ਪਰਲੋਕ ਦਾ ਸੁੱਖ ਗਵਾ ਲਿਆ ਦੁਨੀਆ ਦੇ ਪਿੱਛੇ, ਕਿਉਂਕਿ ਧਰਮ ਦੇ ਰਾਹ 'ਤੇ ਨਹੀਂ ਚੱਲਦਾ, ਸੰਬੰਧੀ ਰਸਤੇ 'ਚ ਰੋੜਾ ਬਣਦੇ ਨੇ। ਦੇਖੋ ਜੀ, ਅਸੀਂ ਆਪ ਤਾਂ ਸ਼ਰਾਬ ਦੇ ਆਦੀ ਨਹੀਂ, ਪਰ ਹੁਣ ਰਿਸ਼ਤੇਦਾਰ ਥੋੜ੍ਹਾ ਨਾਰਾਜ਼ ਕਰ ਲੈਣਾ। ਵਿਆਹਾਂ ਸ਼ਾਦੀਆਂ 'ਚ ਪਿਉਣੀ ਪੈਂਦੀ ਹੈ, ਘਰ ਆਇਆਂ ਨੂੰ ਪਿਉਣੀ ਪੈਂਦੀ, ਫਿਰ ਨਾਲ ਬਹਿ ਕੇ ਨਾ ਪੀਏ ਤਾਂ ਉਹਨਾਂ ਦਾ ਨਰਾਦਰ ਹੁੰਦਾ ਹੈ। ਧਰਮ ਨੂੰ ਹੀ ਤਲਾਂਜਲੀ ਦੇ ਦਿੱਤੀ ਸੰਬੰਧੀਆਂ ਪਿੱਛੇ, ਫਿਰ ਉਹ ਨਾਲ ਨਾ ਗਏ, ਦੁਨੀਆ ਨਾਲ ਨਾ ਗਈ। ਇਸ ਪ੍ਰਕਾਰ ਫਿਰ ਉਹ ਮਿੱਤਰ ਸੱਜਣ ਜਾਮ ਹੀ ਬਣੇ ਨਾ, ਮੌਤ ਦੇ ਫਰਿਸ਼ਤੇ ਹੀ ਬਣ ਗਏ। ਆਤਮਿਕ ਮੌਤ ਸਹੇੜ ਲਈ ਅਸੀਂ, ਉਹਨਾਂ ਦੇ ਮੋਹ 'ਚ ਪੈ ਗਏ।
ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ। ਸਤਿਗੁਰੂ ਅਰਜਨ ਦੇਵ ਮਹਾਰਾਜ ਜੋ ਕੁਝ ਸਿੱਖਾਂ ਤੋਂ ਕਰਾਉਣਾ ਨਾ ਹਜ਼ੂਰ ਨੇ ਉਹ ਆਪ ਕਰਦੇ ਨੇ। ਪੂਰੇ ਗੁਰੂ ਦਾ ਇਹੋ ਹੀ ਮਹੱਤਵ ਹੈ। ਪੂਰਨ ਗੁਰੂ ਇਸੇ ਕਰਕੇ ਮਹਾਨ ਹੈ ਕਿ ਜੋ ਕੁਛ ਉਹਨਾਂ ਨੇ ਸਿੱਖਾਂ ਤੋਂ ਕਰਾਉਣਾ ਆਪ ਪਹਿਲਾਂ ਆਪ ਖੁਦ ਹੀ ਕਰ ਰਹੇ ਨੇ, ਉਪਦੇਸ਼ ਬਾਅਦ 'ਚ ਦਿੰਦੇ ਨੇ। ਸਾਨੂੰ ਜਾਇਜ਼ ਦੱਸ ਰਹੇ ਨੇ ਕਿ ਸਾਡੀ ਇਹ ਬੇਨਤੀ ਹੈ, ਵਾਹਿਗੁਰੂ ਜੀ ਤੇਰੇ ਦਰ ਤੋਂ ਰਜੋਈ ਕਰਕੇ ਮੰਗਦੇ ਹਾਂ, ਕੁਛ ਇੱਕ ਦਾਨ ਮੰਗਦੇ ਹਾਂ। ਕਰ ਕਿਰਪਾ ਦੀਜੈ ਨਾਮ, ਆਪਣੀ ਕਿਰਪਾ ਕਰਕੇ ਸੱਚੇ ਪਾਤਸ਼ਾਹ ਜਿਹੜੀ ਵੱਡੀ ਦਾਤ ਆ ਨਾ ਤੁਹਾਡੇ ਪਾਸ ਨਾਮ, ਉਹ ਬਖਸ਼ੋ। ਅਸੀਂ ਸੰਸਾਰੀ ਲੋਕ ਘੱਟ ਹੀ ਇਹ ਮੰਗਦੇ ਹਾਂ। ਉਂਝ ਭਾਵੇਂ ਉੱਤੋਂ ਕਹਿ ਦਈਏ ਵੀ ਅਰਦਾਸੀ ਸਿੰਘਾਂ ਨੂੰ ਹੋਰਨਾਂ ਅਰਦਾਸਾਂ ਨਾਲ ਸਿੱਖੀ ਨਾਮਦਾਨ ਵੀ ਬੇਨਤੀ ਕਰ ਦਿਓ, ਉਹ ਤਾਂ ਵਾਧੂ ਜਿਹਾ ਕੰਮ ਪਿੱਛੇ ਜੇ ਮਗਰੋਂ ਜਿਉਂ ਬੋਲਦੇ ਹੋ, ਪਰ ਹੋਰ ਕੁਛ ਅਸੀਂ ਅਰਦਾਸਾਂ ਕਰਾਉਂਦੇ ਹਾਂ, ਆਹ ਮਿਲ ਜੇ, ਆਹ ਮਿਲ ਜੇ, ਉਹ ਮਿਲ ਜੇ। ਪਰ ਸਤਿਗੁਰੂ ਜੀ ਨੇ ਬਾਰ-ਬਾਰ ਸਾਨੂੰ ਉਪਦੇਸ਼ ਇਹੀ ਦਿੱਤਾ, ਮੰਗੋ ਦਾਨ ਠਾਕੁਰ ਨਾਮ, ਅਵਰ ਕਛੂ ਮੇਰਾ ਸੰਗ ਨ ਚੱਲੈ, ਮਿਲੈ ਕਿਰਪਾ ਗੁਣ ਗਾਮ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਸਤਿਗੁਰ ਪਾਸ ਬੇਨੰਤੀਆ, ਮਿਲੈ ਨਾਮ ਆਧਾਰਾ। ਫਿਰ ਹਮ ਭੀਖਕ ਭੇਖਾਰੀ ਤੇਰੇ, ਤੂੰ ਨਿਜ ਪਤ ਹੈ ਦਾਤਾ। ਹੋ ਦਇਆਲ ਨਾਮ ਦੇਹੋ, ਮੰਗਤ ਜਨ ਕਉ ਸਦਾ ਰਹੋ ਰੰਗ ਰਾਤਾ। ਕਰ ਕਿਰਪਾ ਦੀਜੈ ਨਾਮ, ਇਹ ਤੇਰੀ ਵੱਡੀ ਕਿਰਪਾ ਹੋਵੇਗੀ ਜੇ ਆਪਣਾ ਤੁਸੀਂ ਨਾਮ ਬਖਸ਼ ਦਿਓ ਤਾਂ। ਹਰ ਮਿਲ ਹੋ ਸੁਆਮੀ ਸੰਗ ਪ੍ਰਭ, ਜਿਸ ਕਾ ਨਿਹਚਲ ਧਾਮ। ਹੇ ਹਰੀ, ਹੇ ਪ੍ਰਭੂ, ਹੇ ਸੁਆਮੀ ਮਾਲਕ ਜੀ, ਆਪਣੇ ਸੰਗ ਸਾਥ ਸਾਨੂੰ ਮੇਲ ਲਵੋ, ਜਿਸ ਆਪ ਜੀ ਦਾ ਧਾਮ ਘਰ ਟਿਕਾਣਾ ਨਿਹਚਲ ਅਚਲ ਹੈ। ਵਾਹਿਗੁਰੂ ਦਾ ਸਰੂਪ ਹੀ ਅਚਲ ਹੈ, ਹੋਰ ਤੇ ਕੋਈ ਅਚਲ ਨਹੀਂ ਹੈ। ਜਿਹੜੇ ਟਿਕਾਣੇ ਅਸੀਂ ਮੱਲ ਕੇ ਬੈਠੇ ਹਾਂ, ਘਰ-ਬਾਰ ਜਾਂ ਬੜਾ ਕੁਛ ਬਣਾ ਲੈਂਦੇ ਹਾਂ, ਬੜੀ ਸ਼ਿੱਦਤ ਨਾਲ ਇਹ ਖਿਆਲ ਹੁੰਦਾ ਵੀ ਵੱਡਾ ਘਰ ਬਣਾਇਆ ਜਾਏ, ਬੜਾ ਮੋਹ ਹੁੰਦਾ, ਬੜਾ ਉਹਨੂੰ ਸਜਾਉਂਦੇ ਹਾਂ, ਸਾਂਭ ਰੱਖਦੇ ਹਾਂ, ਬੜਾ ਚਿੱਤ ਜੋੜਿਆ। ਪਰ ਇਹ ਤਾਂ ਸਾਰੇ ਘਰ ਅਸੀਂ ਛੱਡ ਕੇ ਚਲੇ ਜਾਣਾ। ਔਰ ਕੋਈ ਵੀ ਟਿਕਾਣਾ ਸੰਸਾਰ 'ਤੇ ਐਸਾ ਨਹੀਂ ਜੋ ਸਥਿਰ ਹੋਵੇ, ਜਿੱਥੇ ਬਚਿਆ ਜਾ ਸਕੇ, ਜਾਂ ਕੋਈ ਟਿਕਾਣਾ ਵੀ ਸਦਾ ਰਹਿ ਜੇ। ਮੁਕਾਮ ਕਰ ਘਰ ਬੈਸਣਾ, ਨਿਤ ਚੱਲਣਾ ਕੀ ਧੋਖ। ਮੁਕਾਮ ਤਾਂ ਪਰ ਜਾਣੀਆਂ ਜਾ ਰਹਿ ਨਿਹਚਲ ਲੋਕ, ਦੁਨੀਆ ਕੈਸ ਮੁਕਾਮੇ, ਕਰ ਸਿੱਧਕ ਕਰਨੀ ਖਰਚ ਬਾਧੋ ਲਾਗ ਰਹੋ ਨਾਮੇ। ਬੜੇ ਮੁੱਲਾਂ ਜੋਗੀ ਤਾਸਣ ਕਰ ਬਹਿ, ਮੁੱਲਾਂ ਬਹਿ ਮੁਕਾਮ। ਪੰਡਤ ਵਖਾਣ ਹੈ ਪੋਥੀਆਂ, ਸਿੱਧ ਬਹਿ ਹੈ ਦੇਵ ਸਥਾਨ। ਬਿਹੰਗਮ ਲੋਕ ਘਾਉਣ ਵਾਲੇ, ਪਰਮਾਰਥੀ ਘਾਉਣ ਵਾਲੇ, ਜੋਗੀ ਵੀ ਤਪਸਵੀ ਵੀ, ਸਾਰੇ ਆਸ਼ਰਮ ਟਿਕਾਣੇ ਬਣਾ ਕੇ ਬਹਿੰਦੇ। ਤੇ ਜੇ ਚਿੱਤ ਜੋੜ ਲਿਆ ਜਾਏ, ਹਾਂ ਜਦੋਂ ਤੱਕ ਸਰੀਰ ਹੈ ਰਹਿਣ ਨੂੰ ਕੋਈ ਨਾ ਕੋਈ ਜਗ੍ਹਾ ਤਾਂ ਚਾਹੀਦੀ ਆ, ਪਰ ਜੇ ਚਿੱਤ ਵਿੱਚ ਸਮਝ ਲਿਆ ਜਾਏ ਕਿ ਇਹ ਮੇਰਾ ਆਸ਼ਰਮ ਹੈ, ਮੇਰਾ ਡੇਰਾ, ਇਹ ਮੇਰਾ ਟਿਕਾਣਾ ਹੈ, ਮੈਂ ਸਦਾ ਇੱਥੇ ਰਹਿਣਾ, ਤਾਂ ਇਹ ਮੂਰਖਤਾ ਹੀ ਹੋਵੇਗੀ। ਵਾਹਿਗੁਰੂ ਪਰਮਾਤਮਾ ਹੀ ਅਚਲ ਸਰੂਪ ਹੈ, ਉਹਦਾ ਹੀ ਟਿਕਾਣਾ ਅਚਲ ਹੈ। ਇਸ ਕਰਕੇ ਹੇ ਵਾਹਿਗੁਰੂ ਜੀ ਸਾਨੂੰ ਆਪਣੇ ਨਾਲ ਮਿਲ ਲਓ। ਦੂਜਾ ਅਰਥ ਇੰਝ ਵੀ ਕੀਤਾ ਕਿ ਗੁਰਾਂ ਦੇ ਚਰਨਾਂ 'ਚ ਬੇਨਤੀ ਕਿ ਐਸੇ ਹਰੀ ਸੁਆਮੀ ਪ੍ਰਭੂ ਦੇ ਨਾਲ ਸਤਿਗੁਰੂ ਜੀ ਸਾਨੂੰ ਮੇਲ ਦਿਓ, ਜਿਸ ਪਰਮਾਤਮਾ ਦਾ ਨਿਹਚਲ ਅਚਲ ਧਾਮ, ਅਚਲ ਟਿਕਾਣਾ, ਅਚਲ ਸਰੂਪ ਹੈ। ਹੁਣ ਸੱਚੇ ਪਾਤਸ਼ਾਹ ਜੀ ਵਾਰੀ 12 ਮਹੀਨਿਆਂ ਰਾਹੀਂ ਉਪਦੇਸ਼ ਸਾਨੂੰ ਦੇ ਰਹੇ ਨੇ। ਚੇਤ ਗੋਵਿੰਦ ਅਰਾਧੀਐ, ਹੋਵੈ ਆਨੰਦ ਘਣਾ। ਚੇਤ ਦਾ ਮਹੀਨਾ ਤਾਂ ਹੀ ਸ਼ੋਭਨੀਕ ਬਣੇਗਾ, ਜਿਵੇਂ ਚੇਤ ਵਿਸਾਖ 2 ਮਹੀਨੇ ਬਸੰਤ ਰੁੱਤ ਦੇ ਨੇ। ਸਾਰੀ ਬਨਸਪਤੀ 'ਤੇ ਖੇੜਾ ਆ ਜਾਂਦਾ, ਬਿਰਛ ਬੂਟਿਆਂ 'ਤੇ ਫੁੱਲ ਖਿੜ ਪੈਂਦੇ ਨੇ, ਪੱਤੇ ਨਿਕਲ ਆਉਂਦੇ ਨੇ, ਬੜਾ ਸੁਹਾਵਣਾ ਨਜ਼ਾਰਾ, ਬੜੀ ਚੰਗੀ ਮੰਨੀ ਹੈ ਬਸੰਤ ਰੁੱਤ। ਹਜ਼ੂਰ ਚੇਤਾ ਕਰਾ ਰਹੇ ਨੇ ਵੀ ਤੇਰੇ ਅੰਦਰ ਅਜੇ ਖੇੜਾ ਨਹੀਂ, ਅਤੇ ਤੈਨੂੰ ਅਸੀਂ ਦੱਸਦੇ ਹਾਂ ਕਿਵੇਂ ਉਹ ਖੇੜਾ ਪੈਦਾ ਹੁੰਦਾ। ਚੇਤ ਗੋਵਿੰਦ ਅਰਾਧੀਐ, ਗੋ ਇੰਦਰੀਆਂ ਦਾ ਬਿੰਦ ਪ੍ਰਕਾਸ਼ਕ, ਗੋ ਗੁਰਾਂ ਦੀ ਬਾਣੀ ਦੁਆਰਾ ਬਿੰਦ ਜਾਣਿਆ ਜਾਣ ਵਾਲਾ, ਗੋ ਸ੍ਰਿਸ਼ਟੀ ਦਾ ਬਿੰਦ ਰੱਖਿਅਕ, ਐਸਾ ਜੋ ਵਾਹਿਗੁਰੂ ਹੈ। ਐਸੇ ਗੋਬਿੰਦ ਪਰਮੇਸ਼ਰ ਦਾ ਆਰਾਧਨ ਕਰਨਾ ਚਾਹੀਦਾ, ਉਸੇ ਨੂੰ ਯਾਦ ਕਰਨਾ ਚਾਹੀਦਾ, ਵਾਹਿਗੁਰੂ ਦੇ ਸਿਮਰਨ ਕਰਨਾ ਚਾਹੀਦਾ ਇਸ ਚੇਤ ਦੇ ਮਹੀਨੇ 'ਚ। ਜੇ ਕਰੀਏ ਤਾਂ ਹੋਵੇ ਆਨੰਦ ਘਣਾ। ਘਣਾ ਮੈਨੇ ਗਾੜਾ, ਘਣਾ ਬਹੁਤਾ, ਚੂਹ ਚੂਹਾ, ਸਦਾ ਰਹਿਣ ਵਾਲਾ ਆਨੰਦ ਪ੍ਰਾਪਤ ਹੁੰਦਾ ਹੈ। ਹੁਣ ਥੋੜ੍ਹਾ ਆਨੰਦ ਬਾਰੇ ਬੇਨਤੀ
ਜੈਸੀ ਜੈਸੀ ਮਨੁੱਖੀ ਮਨ ਦੀ ਅਵਸਥਾ ਹੈ ਉਸਨੇ ਆਨੰਦ ਵੀ ਉਸ ਤਰ੍ਹਾਂ ਦਾ ਕਲਪਨਾ ਹੋਇਆ। ਜਿਵੇਂ ਬਚਨ ਹਨ ਇੱਕ ਵਿਦਵਾਨ ਦੇ, ਵਿਖਿਆ ਆਨੰਦ ਸੰਸਾਰ ਹੈ, ਭਜਨਾਨੰਦ ਹਰ ਦਾਸ, ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ ਨਾ ਨਾਸ। ਸਾਰਾ ਸੰਸਾਰ ਜਾਂ ਵਿਕਾਰਾਂ 'ਚ ਗਰਸਿਆ ਹੋਇਆ ਅਤੇ ਜਾਂ ਖਾਣ ਪੀਣ ਵਾਲੇ ਪਦਾਰਥਾਂ 'ਚ। ਰਸਨਾ, ਜੀਭ ਨੂੰ ਰਸਨਾ ਤਾਂ ਕਿਹਾ ਜਾਂਦਾ ਹੈ, ਰਸਾਂ ਦੀ ਗਿਆਤੀ ਹੈ ਨਾ, ਇਹਦੇ ਰਾਹੀਂ ਰਸ ਲੈਂਦਾ ਮਨ। ਖਾਂਦੇ ਪੀਂਦੇ ਪਦਾਰਥ ਸਾਡੇ ਮਨ ਨੂੰ ਚੰਗੇ ਲੱਗੇ, ਰਸ ਬਹੁਤਾ ਆਇਆ, ਚਾਹੇ ਮਿੱਠਾ ਆ ਗਿਆ, ਚਾਹੇ ਖਟਪਟਾ, ਚਟਪਟਾ, ਕੌੜਾ, ਕਸੈਲਾ, ਸਲੂਣਾ, ਕੋਈ ਵੀ ਰਸ ਆਇਆ, ਚੰਗਾ ਜਿਹਾ ਲੱਗਾ ਪਦਾਰਥ, ਅਸੀਂ ਕਹਿੰਦੇ ਆਨੰਦ ਆ ਗਿਆ। ਪਰ ਇਹ ਆਨੰਦ ਨਹੀਂ ਹੈ। ਆਨੰਦ ਦੇ ਅਰਥ ਹੀ ਅਖਰੀ ਇਹ ਨੇ, ਆਨੰਦੁ, ਦੁਬਿਧਾ ਤੋਂ ਰਹਿਤ। ਇੱਕ ਰਸ ਅਵਸਥਾ ਹੋਏ ਤਾਂ ਉਹਨੂੰ ਕਹਿੰਦੇ ਨੇ ਆਨੰਦ, ਔਰ ਇੱਕ ਰਸ ਅਵਸਥਾ ਤੇ ਰਹਿੰਦੀ ਨਹੀਂ। ਕੋਈ ਵੀ ਪਦਾਰਥ ਖਾਈਏ, ਗਲੇ ਤੋਂ ਅੱਗੇ ਲੰਘ ਜਾਏ ਤੇ ਉਹਦਾ ਰਸ ਖਤਮ ਹੁੰਦਾ। ਰਸ ਹੈ ਪਦਾਰਥਾਂ 'ਚ, ਪਰ ਉਹ ਵੀ ਨਾਸਵੰਤ ਰਸ, ਹੋਸ਼ਾ ਜਿਹਾ ਰਸ, ਥੋੜ ਵਿਤਾ ਰਸ, ਆਨੰਦ ਤਾਂ ਨਹੀਂ ਹੈ, ਆਨੰਦ ਨਹੀਂ ਹੈ। ਅਤੇ ਜਾਂ ਵਿਕਾਰ ਦਾ ਰਸ ਹੈ, ਸਪਰਸ਼ ਦਾ, ਸਰੀਰਾਂ ਦਾ, ਉਹ ਵੀ ਥੋੜ ਵਿਤਾ ਹੈ। ਇਹਨੂੰ ਕਟੋਰੇ ਦੇ ਪਾਣੀ ਵਰਗਾ ਸਿਆਣਿਆਂ ਨੇ ਕਥਨ ਕੀਤਾ। ਕਿਸੇ ਕਟੋਰੇ ਗੜਵੇ 'ਚ ਪਿਆ ਪਾਣੀ ਛੇਤੀ ਨਾਲ ਪਕੜ ਕੇ ਪੀ ਤਾਂ ਸਕਦੇ, ਪਿਆਸ ਬੁੱਝ ਜਾਂਦੀ ਹੈ, ਪਰ ਉਸ ਕਟੋਰੇ ਨੂੰ ਥੋੜ੍ਹਾ ਜਿਹਾ ਠੋਡਾ ਵੱਜ ਜਾਏ ਜੋ ਰੁੜ ਜਾਂਦਾ, ਡੁੱਲ ਜਾਂਦਾ ਹੈ। ਧੁੱਪ ਵਿੱਚ ਤਪਸ਼ ਨਾਲ ਤੱਤਾ ਹੋ ਜਾਂਦਾ ਹੈ ਅਤੇ ਠੰਡ ਨਾਲ ਸਰਦ ਹੋ ਜਾਂਦਾ, ਠੰਡਾ ਹੋ ਜਾਂਦਾ। ਇਸ ਪ੍ਰਕਾਰ ਇਹ ਰਸ ਹੈ ਥੋੜ ਵਿਤਾ, ਹੋਸ਼ਾ, ਨਿਕੰਮਾ, ਬਲਕਿ ਜ਼ਬਾਨ ਦੇ ਰਸ ਵਿੱਚ ਪਰਚ ਕੇ ਰਸਦਾਇਕ ਭੋਜਨ ਲੋੜ ਤੋਂ ਵੱਧ ਖਾ ਲਿਆ ਜਾਏ ਅਤੇ ਸਰੀਰ 'ਚ ਬਿਮਾਰੀਆਂ ਪੈਦਾ ਹੁੰਦੀਆਂ ਨੇ। ਜਿਵੇਂ ਬਚਨ ਹਜ਼ੂਰ ਦਾ, ਮਿੱਠਾ ਕਰਕੇ ਖਾਇਆ ਪਿਆਰੇ, ਤਿੰਨ ਤਨ ਕੀਤਾ ਰੋਗ, ਕੌੜਾ ਹੈ ਪਤਿਸ਼ਟਿਆ ਪਿਆਰੇ, ਤਿਸਤੇ ਉਪਜਿਆ ਸੋਗ। ਔਰ ਇਸੇ ਤਰ੍ਹਾਂ ਵਿਕਾਰ ਦਾ, ਕਾਮ ਵਾਸ਼ਨਾ ਦਾ ਰਸ, ਹਜ਼ੂਰ ਕਹਿੰਦੇ ਨੇ, ਨਿਮਖ ਕਾਮ ਸਵਾਦ ਕਾਰਨ ਕੋਟ ਦਿਨਸ ਦੁੱਖ ਪਾਵੇ। ਉਹਦਾ ਫਲ ਫਿਰ ਕਰੋੜਾਂ ਦਿਨ ਦੁੱਖ ਹੈ। ਜਿਹੜਾ ਆਪਣਾ ਘਰ ਛੱਡ ਕੇ ਬੇਗਾਨੇ ਘਰਾਂ ਜਾ ਕੇ ਇਸ ਰਸ ਦੀ ਖਾਤਰ, ਸਪਰਸ਼ ਦੇ ਰਸ ਦੀ ਖਾਤਰ ਬੁਰੇ ਕਰਮ ਕਰਨੇ, ਵਿਭਚਾਰ ਕੋ ਕਰਮ ਕਰਨਾ, ਉਹਦਾ ਫਲ ਕਰੋੜਾਂ ਦਿਨ ਦੁੱਖ ਨੇ। ਇਹ ਹਜ਼ੂਰ ਦੀ ਬਾਣੀ ਦਾ ਬਚਨ ਹੈ। ਅਤੇ ਇਸੇ ਪ੍ਰਕਾਰ ਦੂਸਰਾ ਇਸ ਤੋਂ ਉੱਪਰਲੇ ਦਰਜੇ ਦਾ ਆਨੰਦ ਮੰਨਿਆ ਭਜਨਾਨੰਦੀ ਮਹਾਤਮਾ। ਭਜਨਾਨੰਦ ਹਰਦਾਸ, ਉਹ ਕੀ ਹੈ? ਨਦੀ ਦੇ ਪ੍ਰਵਾਹ ਵਰਗਾ। ਪਹਾੜਾਂ 'ਤੇ ਬਰਫ਼ ਹੁੰਦੀ ਆ, ਉਹ ਗਰਮੀ ਨਾਲ ਪਿਘਲਦੀ ਧੁੱਪ ਨਾਲ, ਅਤੇ ਨਦੀਆਂ 'ਚ ਪਾਣੀ ਆਉਂਦਾ। ਜਾਂ ਬਰਸਾਤ ਹੋਵੇ ਅਤੇ ਫਿਰ ਉਹ ਪਾਣੀ ਨਦੀਆਂ 'ਚ ਆਉਂਦਾ ਰਹਿੰਦਾ। ਜੇ ਪਿੱਛੋਂ ਬਰਸਾਤ ਨਾ ਪਏ ਪਹਾੜਾਂ 'ਤੇ, ਜਾਂ ਬਰਫ਼ ਮੁੱਕ ਜਾਏ ਪਿਘਲ ਕੇ, ਅਤੇ ਨਦੀਆਂ ਵੀ ਸੁੱਕ ਜਾਂਦੀਆਂ। ਇਸੇ ਪ੍ਰਕਾਰ ਉਹ ਭਜਨਾਨੰਦੀ ਗੁਰਮੁਖ ਪਿਆਰੇ ਜਦੋਂ ਤੱਕ ਭਜਨ ਕਰਦੇ ਰਹਿਣ, ਸਤਸੰਗਤ ਵਿੱਚ ਮਿਲੇ ਰਹਿਣ, ਅਤੇ ਕੁਛ ਆਨੰਦ ਬਣਿਆ ਰਹਿੰਦਾ। ਜੇ ਉਹ ਸਤਸੰਗਤ ਛੱਡ ਕੇ, ਭਜਨ ਛੱਡ ਕੇ ਸੰਸਾਰ ਦੀਆਂ ਗੱਲਾਂ 'ਚ ਪੈ ਜਾਣ, ਸੰਸਾਰ ਵਿੱਚ ਉਲਝ ਜਾਣ, ਤਾਂ ਫਿਰ ਉਹ ਰਸ ਨਹੀਂ ਰਹੇਗਾ। ਤੀਸਰਾ ਇਸ ਤੋਂ ਉੱਪਰਲਾ ਦਰਜਾ ਹੈ, ਉਹ ਸਮੁੰਦਰ ਵਰਗਾ ਹੈ। ਬ੍ਰਹਮਾਨੰਦ ਜੀਵਨ ਮੁਕਤ ਭਈ ਬਾਸ ਨਾ ਨਾਸ। ਦ੍ਰਿੜ ਸਿਦਕ ਭਰੋਸਾ ਰੱਖ ਕੇ ਲੱਗਾ ਰਹੇ ਕੋਈ, ਅਤੇ ਇੱਕ ਸਮਾਂ ਐਸਾ ਆਉਂਦਾ ਕਿ ਜਿਸ ਦਿਨ ਉਹਦਾ ਇਹ ਸਾਧਨ ਕੀਤੇ, ਭਜਨ ਕੀਤਾ, ਉਪਾਸਨਾ ਕੀਤੀ, ਸਫਲੀ ਹੋਏ, ਅਤੇ ਵਾਹਿਗੁਰੂ ਬਖਸ਼ਿਸ਼ ਕਰਕੇ ਆਪਣੀ ਸਖਿਆਤਤਾ ਬਖਸ਼ਦਾ। ਸਖਿਆਤਤਾ ਹੁੰਦੀ ਹੈ ਪ੍ਰਗਟ ਹੋਣਾ। ਵਾਹਿਗੁਰੂ ਦੀ ਸਖਿਆਤਤਾ, ਵਾਹਿਗੁਰੂ ਦਾ ਗਿਆਨ ਸਫੁਰਨ ਹੋ ਜਾਣਾ, ਅਨੁਭਵ ਹੋ ਜਾਣਾ, ਪ੍ਰਗਟ ਹੋ ਜਾਣਾ ਹਿਰਦੇ 'ਚ। ਉੱਥੇ ਫਿਰ ਸਦੀਵੀ ਆਨੰਦ ਹੈ। ਸਮੁੰਦਰ ਦਾ ਪਾਣੀ ਨਾ ਤੱਤਾ ਹੁੰਦਾ, ਨਾ ਠਰਦਾ, ਨਾ ਵਿੱਚੋਂ ਜਿੰਨੇ ਮਰਜ਼ੀ ਗੜਵੇ ਭਰੇ ਜੋ ਘਟਦਾ ਵੀ ਨਹੀਂ। ਉਹ ਸਮੁੰਦਰ ਦਾ ਜਲ ਜਿਵੇਂ ਹੈ, ਇਸ ਤਰ੍ਹਾਂ ਦਾ ਬ੍ਰਹਮਾਨੰਦ ਹੈ। ਉਹਨੂੰ ਕਹਿੰਦੇ ਨੇ ਘਣਾ ਆਨੰਦ। ਹਜ਼ੂਰ ਕਹਿੰਦੇ ਉਹ ਮੰਜ਼ਿਲ ਹੈ ਤੁਹਾਡੀ। ਜੇ ਚਾਹੁੰਦੇ ਹੋ ਵੀ ਉਹੋ ਜਿਹਾ ਘਣਾ ਆਨੰਦ ਸਦੀਵੀ ਨਾ, ਕਿਉਂ ਪਰਮਾਤਮਾ ਨੂੰ ਸਤ ਚੇਤਨ ਆਨੰਦ ਸਰੂਪ ਮੰਨਿਆ। ਜਿਸ ਨੂੰ ਪ੍ਰਾਪਤ ਹੈ ਉਹ ਦਿਨੇ ਰਾਤ ਆਨੰਦ ਵਿੱਚ ਹੁੰਦਾ। ਪਰਮਾਤਮਾ ਸਾਰਾ ਹੀ ਸੁਖ ਸਰੂਪ, ਆਨੰਦ ਸਰੂਪ ਹੈ। ਘਣਾ ਆਨੰਦ ਹੋਵੇਗਾ ਪ੍ਰਾਪਤ। ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ। ਰਸਨਾ ਨਾਲ ਨਾਮ ਦਾ ਭਣਾ ਮੈਨੇ ਉਚਾਰਨ ਕਰਨਾ। ਇਹ ਕਿੱਥੋਂ ਪ੍ਰਾਪਤ ਹੁੰਦਾ ਜੀ? ਸੰਤ ਜਨਾਂ ਦੀ ਸੰਗਤ ਵਿੱਚ ਮਿਲ ਕੇ ਇਹ ਪਾਇਆ ਜਾਂਦਾ ਹੈ। ਰਸਨਾ ਨਾਲ ਵਾਹਿਗੁਰੂ ਦੇ ਨਾਮ ਦਾ ਉਚਾਰਨ ਕਰਨਾ। ਹੁਣ ਸ਼ਰਾਬੀਆਂ, ਵਕਾਰੀਆਂ, ਕੁਕਰਮੀਆਂ, ਵਿਭਚਾਰੀਆਂ ਦੀ ਸੰਗਤ ਵਿੱਚ ਤਾਂ ਨਹੀਂ ਨਾ ਇਹ ਆਦਤ ਪਵੇਗੀ। ਜਿਹੜੇ ਸੰਤ ਜਨ ਹਿਰਦੇ 'ਚ ਵੀ ਜਪ ਰਹੇ ਨੇ, ਮੁੱਖ ਤੋਂ ਵੀ ਵਾਹਿਗੁਰੂ ਦਾ ਭਜਨ ਲਗਾਤਾਰ ਕਰਦੇ ਨੇ, ਇਹੀ ਉਪਦੇਸ਼ ਦਿੰਦੇ ਨੇ, ਨਿੰਦਿਆ ਚੁਗਲੀ ਤੋਂ ਰੋਕਦੇ ਨੇ,
ਉਹਨਾਂ ਸੰਤ ਜਨਾਂ ਦੀ ਸੰਗਤ 'ਚ ਮਿਲ ਕੇ ਰਸਨਾ ਨਾਲ ਨਾਮ ਉਚਾਰਨ ਦਾ ਸੁਭਾਅ ਪ੍ਰਾਪਤ ਹੋਵੇਗਾ। ਜੈਸੀ ਸੰਗਤ ਤੈਸੀ ਰੰਗਤ, ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ। ਸੰਤ ਕਹਿੰਦੇ ਉਹਨੂੰ। ਕਬੀਰ ਸੇਵਾ ਕੋ ਦੋਏ ਭਲੇ, ਏਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜਪਾਵੇ ਨਾਮ। ਰਾਮ ਮੁਕਤੀ ਦਾ ਦਾਤਾ ਹੈ ਤੇ ਸੰਤ ਰਾਮ ਦਾ ਨਾਮ ਜਪਾਉਂਦਾ ਹੈ। ਸੰਤ ਕਹਿੰਦੇ ਉਸ ਨੂੰ ਨੇ। ਸੋ ਇਸ ਪ੍ਰਕਾਰ ਉਹਨਾਂ ਐਸੇ ਗੁਰਮੁਖ ਜਨਾਂ, ਸਾਧੂ ਜਨਾਂ, ਸੰਤ ਜਨਾਂ ਦੀ ਸੰਗਤ 'ਚ ਮਿਲ ਕੇ ਰਸਨਾ ਨਾਲ ਨਾਮ ਉਚਾਰਨਾ ਇਹ ਪ੍ਰਾਪਤ ਹੁੰਦਾ ਹੈ। ਜਿਨ ਪਾਇਆ ਪ੍ਰਭ ਆਪਣਾ, ਆਏ ਤਿਸ ਹੈ ਗਣਾ। ਜਿਨ੍ਹਾਂ ਨੇ ਜਾਂ ਜਿਸ ਵਿਅਕਤੀ ਨੇ ਆਪਣਾ ਪ੍ਰਭੂ ਪਰਮਾਤਮਾ ਪ੍ਰਾਪਤ ਕਰ ਲਿਆ ਹੈ, ਇੱਕ ਵਚਨ ਹੈ ਜਿਨ ਪਾਇਆ ਪ੍ਰਭ ਆਪਣਾ। ਜਿਸ ਨੇ ਆਪਣਾ ਪ੍ਰਭੂ, ਜੋ ਆਪਣਾ ਆਤਮਾ ਰੂਪ ਹੈ ਸਾਰਿਆਂ ਦਾ ਹੀ, ਹੱਬੇ ਜਾਣ ਨੇ ਆਪਣਾ ਕਹੀ ਨਠਾਹੇ ਚਿੱਤ। ਵਾਹਿਗੁਰੂ ਸਾਡਾ ਸਾਰਿਆਂ ਦਾ ਹੀ ਹੈ, ਪਰ ਅਸੀਂ ਆਪਣਾ ਬਣਾਇਆ ਨਹੀਂ। ਅਤੇ ਜਿਨ੍ਹਾਂ ਨੇ ਆਪਣਾ ਜਾਣ ਕੇ ਵਾਹਿਗੁਰੂ ਨੂੰ ਪ੍ਰਾਪਤ ਕਰ ਲਿਆ ਹੈ ਜਪ ਜਪ ਕੇ, ਆਏ ਤਿਸਹਿ ਗਣਾ। ਇਸ ਦੁਨੀਆ 'ਤੇ ਆਏ ਹੋਏ ਮੈਂ ਉਹਨਾਂ ਨੂੰ ਗਿਣਦਾ ਹਾਂ, ਉਹਨਾਂ ਨੂੰ ਅਸਲ ਆਏ ਗਿਣਦਾ। ਭਾਵ ਉਹਨਾਂ ਦਾ ਆਉਣਾ ਸਫਲਾ ਹੈ, ਅਸਲ ਵਿੱਚ ਉਹ ਆਏ ਨੇ। ਮੈਂ ਗਿਣਤੀ ਕਰਦਾ, ਹਿਸਾਬ ਵਿੱਚ ਲਿਆਉਣਾ ਉਹਨਾਂ ਨੂੰ ਵੀ ਇਹ ਆਏ ਹੋਏ ਨੇ। ਜਿਵੇਂ ਬਚਨ ਹਨ ਹਜ਼ੂਰ ਦੇ ਕਿ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ, ਨਾਨਕ ਗੁਰਮੁਖ ਸੋ ਬੁੱਝਿਆ ਜਾ ਕੇ ਭਾਗ ਮਥੋਰ। ਅਤੇ ਹਜ਼ੂਰ ਫਿਰ ਕਹਿੰਦੇ ਨੇ ਆਇਆ ਸਫਲ ਤਾਹੂ ਕੋ ਗਨੀਐ, ਜਾਸ ਰਸਨ ਹਰ ਹਰ ਮੁਖ ਭਨੀਐ। ਆਏ ਬਸਹਿ ਸਾਧੂ ਕੈ ਸੰਗੇ, ਅਨ ਦਿਨ ਨਾਮ ਧਿਆਵਹਿ ਰੰਗੇ। ਆਵਤ ਸੋਜਨ ਨਾਮੈ ਰਾਤਾ, ਜਾਂ ਕੋ ਮਇਆ ਦਇਆ ਮਇਆ ਵਿਦਾਤਾ। ਇੱਕ ਹੈ ਆਵਨ ਫਿਰ ਜੋਨ ਨਾ ਆਇਆ, ਨਾਨਕ ਹਰ ਕੈ ਦਰਸ ਸਮਾਇਆ। ਸਫਲ 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 ਭਈ ਸਫਲ ਯਾਤਰਾ, ਆਵਣ ਜਾਣ ਰਹੇ ਮਿਲੇ ਸਾਧਾ। ਇਹ ਤਾਂ ਹੈ ਆਉਣਾ ਸਫਲਾ, ਇਹ ਤਾਂ ਅਸਲ ਆਉਣਾ ਹੋਇਆ ਨਾ। ਅਤੇ ਜੇ ਉਹ ਸਾਡੇ ਵਰਗੇ ਜਿਹੋ ਜਿਹੇ ਆਏ ਉਸੇ ਤਰ੍ਹਾਂ ਚਲੇ ਜਾਣਾ, ਜਿਵੇਂ ਪਸ਼ੂ ਜਾਨਵਰ, ਉਹਨਾਂ ਨੂੰ ਆਪਣੇ ਜੀਵਨ ਦਾ ਕੋਈ ਲਾਭ ਥੋੜ੍ਹਾ ਮਿਲਦਾ। ਖਾਣਾ ਪੀਣਾ, ਹੰਡਾਉਣਾ, ਸੌਣਾ, ਇਹ ਤਾਂ ਲਾਭ ਨਹੀਂ ਜੀਵਨ ਦਾ। ਜਿਵੇਂ ਇੱਕ ਵਿਦਵਾਨ ਦੇ ਬਚਨ ਨੇ, ਨਿੰਦਰਾ ਭੋਜਨ ਭੋਗ ਭੈ, ਯਹ ਪਸ ਪੁਰਖ ਸਮਾਨ। ਸਾਰ ਕੁਤਾਵਲੀ ਗ੍ਰੰਥ ਵਿੱਚ ਲਿਖਾਰੀ ਦਾ ਨਾਮ ਪੰਡਤ ਹਰਦਿਆਲ ਜੀ, ਉਹ ਲਿਖਦੇ ਨੇ ਭਈ ਨਿੰਦਰਾ ਰੋਜ਼ ਨੀਂਦ ਲੈਣੀ, ਭੋਜਨ ਖਾਣਾ ਰੋਜ਼ ਖੁਰਾਕ, ਅਤੇ ਇਸੇ ਤਰ੍ਹਾਂ ਸੰਤਾਨ ਉਤਪਤ ਕਰਨੀ, ਔਲਾਦ ਪੈਦਾ ਕਰਨੀ, ਅਤੇ ਭੈ ਡਰ, ਤਕੜਿਆਂ ਤੋਂ ਡਰ ਰੱਖਣਾ ਅਤੇ ਕਮਜ਼ੋਰਾਂ ਨੂੰ ਡਰ ਦੇਣਾ। ਇਹ ਪਸ਼ੂਆਂ ਅਤੇ ਮਨੁੱਖਾਂ ਵਿੱਚ ਸਮਾਨ ਹੀ ਬਿਰਤੀਆਂ ਹਨ। ਇਹ ਲੱਛਣ ਤਾਂ ਪਸ਼ੂਆਂ ਵਿੱਚ ਵੀ ਹਨ। ਰੋਜ਼ ਪਸ਼ੂ ਵੀ ਸੌਂਦੇ ਨੇ, ਮਨੁੱਖ ਵੀ ਸੌਂਦੇ ਨੇ। ਭੋਜਨ ਅਸੀਂ ਠੀਕ ਆਪਣੀ ਮਰਜ਼ੀ ਨਾਲ ਵੰਨ ਸੁਵੰਨੇ ਖਾ ਲੈਂਦੇ ਹਾਂ। ਪਸ਼ੂਆਂ ਦੀ ਖੁਰਾਕ ਵੀ ਰੱਬ ਨੇ ਪੈਦਾ ਕੀਤੀ ਹੈ ਨਾ, ਜਿਹੋ ਜਿਹਾ ਉਹਨਾਂ ਦਾ ਸਰੀਰ ਆ ਉਹੋ ਜਿਹੀ ਖੁਰਾਕ ਵੀ ਬਣਾਈ। ਅਤੇ ਇਸੇ ਤਰ੍ਹਾਂ ਉਹਨਾਂ ਦੀਆਂ ਸੰਤਾਨਾਂ, ਸੂਰੀਆਂ ਦੇ 12-12 ਬੱਚੇ, ਕੁੱਤੀਆਂ ਦੇ 12-12 ਬੱਚੇ, ਸਾਰਿਆਂ ਦੀ ਸੰਤਾਨ ਅੱਗੇ ਤੋਂ ਅੱਗੇ ਜਨਰੇਸ਼ਨ ਚੱਲ ਰਹੀ ਹੈ। ਔਰ ਤਕੜੇ ਤੋਂ ਪਸ਼ੂ ਡਰਦਾ, ਕਮਜ਼ੋਰ ਨੂੰ ਡਰਾਉਂਦਾ, ਮਨੁੱਖ ਵੀ ਐਸਾ ਕਰੀ ਜਾਂਦਾ। ਫਿਰ ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ। ਮਨੁੱਖਾਂ ਦੇ ਵਿੱਚ ਆਪਣੇ ਆਪ ਦੇ ਗਿਆਨ ਦੀ ਬਹੁਲਤਾ ਹੈ। ਅਧਿਕਤਾ ਮੈਨੇ ਮਹਾਨਤਾ, ਵਡਿਆਈ। ਗਿਆਨ ਬਿਨਾ ਪਸ ਜਾਨ। ਅਗਰ ਜੇ ਆਪਣੇ ਆਪ ਦਾ ਗਿਆਨ ਹਾਸਲ ਨਹੀਂ ਕੀਤਾ ਇਸ ਮਨੁੱਖਾ ਦੇਹੀ ਨੂੰ ਪ੍ਰਾਪਤ ਕਰਕੇ, ਤਾਂ ਫਿਰ ਗਿਆਨ ਤੋਂ ਬਗੈਰ ਤੇ ਮਨੁੱਖ ਨੂੰ ਵੀ ਪਸ਼ੂ ਜਾਣ। ਫਿਰ ਕਾਹਦਾ ਆਉਣਾ ਹੋਇਆ ਮਨੁੱਖ ਜਾਮੇ 'ਚ। ਸੋ ਇਸ ਪ੍ਰਕਾਰ ਇੱਕ ਖਿਨ ਤਿਸ ਬਿਨ ਜੀਵਣਾ, ਬਿਰਥਾ ਜਨਮ ਜਣਾ। ਹਜ਼ੂਰ ਕਹਿੰਦੇ ਨੇ ਅਸੀਂ ਤਾਂ ਇਹ ਸਮਝਦੇ ਹਾਂ ਪਰ ਇੱਕ ਖਿਨ ਮਾਤਰ ਵੀ ਜਿਹੜਾ ਤਿਸ ਪਰਮਾਤਮਾ ਤੋਂ ਬਗੈਰ ਜੀਵਨ ਬਤੀਤ ਕਰਨਾ ਹੈ, ਖਿਨ ਮਾਤਰ ਵੀ ਵਾਹਿਗੁਰੂ ਦੀ ਯਾਦ ਨੂੰ ਭੁੱਲ ਕੇ ਜੀਵਨ ਬਤੀਤ ਕਰਨਾ, ਬਿਰਥਾ ਜਨਮ ਜਾਣਾ। ਉਹਨਾਂ ਜਣਾ ਕਹਿੰਦੇ ਪੋਠੋਹਾਰ ਦੇ ਅੰਦਰ ਮਨੁੱਖ ਨੂੰ, ਮਾਨਸ ਨੂੰ, ਭਈ ਉਹਨਾਂ ਜਣਿਆਂ ਦਾ, ਉਹਨਾਂ ਮਨੁੱਖਾਂ ਦਾ ਜਿਹੜਾ ਜਨਮ ਹੈ ਬਿਰਥਾ ਹੈ, ਜੋ ਕਿ ਖਿਨ ਵੀ ਭੁੱਲਦੇ ਨੇ ਵਾਹਿਗੁਰੂ ਨੂੰ। ਸਾਨੂੰ ਸਤਿਗੁਰੂ ਉਪਦੇਸ਼ ਦਿੰਦੇ ਨੇ ਸਾਥ ਸਾਥ ਸਿਮਰੋ ਗੋਬਿੰਦ। ਉੱਥੋਂ ਤੱਕ ਤਾਂ ਅਸੀਂ ਪਹੁੰਚੇ ਨਹੀਂ ਨਾ, ਬਹੁਤ ਥੱਲੇ ਆ। ਸਾਨੂੰ ਤਾਂ ਖਾਣਾ ਪੀਣਾ, ਹੱਸਣਾ ਸੌਣਾ ਇਹ ਗੱਲਾਂ ਯਾਦ ਹਨ, ਪਰ ਵਿਸਰ ਗਿਆ ਹੈ ਮਰਨਾ। ਮੌਤ ਭੁੱਲ ਗਈ ਹੈ ਅਤੇ ਅਕਾਲ ਪੁਰਖ ਦਾ ਨਾਮ ਭੁੱਲ ਗਿਆ। ਖਾਣਾ ਪੀਣਾ, ਹੱਸਣਾ ਸੌਣਾ ਵਿਸਰ ਗਿਆ ਹੈ ਮਰਨਾ। ਦੂਸਰਾ ਕੀ ਹੋਇਆ? ਖਸਮ ਵਿਸਾਰ ਖੁਆਰੀ ਕੀਨੀ, ਆਪਣੇ ਆਪ ਦੀ ਖੁਆਰੀ ਕੀਤੀ। ਖਸਮ ਨੂੰ ਜੋ ਭੁਲਾਇਆ, ਤ੍ਰਿਗ ਜੀਵਨ ਨਹੀਂ ਰਹਿਣਾ, ਜਿਹੜਾ ਜੀਵਨ ਰਹਿਣਾ ਹੀ ਨਹੀਂ।
ਤੇ ਰੱਬ ਨੂੰ ਇਸ ਜੀਵਨ ਵਿੱਚ ਜਪਿਆ ਹੀ ਨਹੀਂ, ਫਿਰ ਉਹ ਜੀਵਨ ਵੀ ਤ੍ਰਿਗਾਕਾਰ ਹੀ ਹੈ ਨਾ, ਬਿਰਥਾ ਹੈ, ਲਾਹਣਤਯੋਗ, ਫਿਟਕਾਰਯੋਗ, ਨਿੰਦਣਯੋਗ ਹੈ। ਉਹਨਾਂ ਜਣਿਆਂ ਮਨੁੱਖਾਂ ਦਾ ਮਨੁੱਖਾ ਜਨਮ ਬਿਰਥਾ ਹੈ, ਵਿਅਰਥ ਹੈ। ਜਲ ਥਲ ਮਹੀਲ ਪੂਰਿਆ, ਰਵਿਆ ਵਿੱਚ ਵਣਾ। ਜਿਸ ਪਰਮਾਤਮਾ ਨੂੰ ਜਪਣ ਦਾ ਉਪਦੇਸ਼ ਦੇ ਰਹੇ ਹਾਂ, ਹਜ਼ੂਰ ਕਹਿੰਦੇ ਜੇ ਕੋਈ ਪੁੱਛੇ ਵੀ ਉਹ ਕਿੱਥੇ ਰਹਿੰਦਾ, ਤਾਂ ਹਜ਼ੂਰ ਕਹਿੰਦੇ ਉਹ ਕਿਹੜੀ ਜਗ੍ਹਾ ਹੈ ਜਿੱਥੇ ਨਹੀਂ। ਜਲ ਵਿੱਚ ਵੀ ਹੈ, ਥਲ ਮੈਦਾਨੀ ਇਲਾਕੇ ਵਿੱਚ ਵੀ ਹੈ, ਅਤੇ ਮਹੀ ਧਰਤੀ ਤੋਂ ਅਲ ਆਕਾਸ਼ ਤੱਕ ਜਿਹੜਾ ਪੁਲਾੜ ਹੈ ਇਹਦੇ ਵਿੱਚ ਵੀ ਪੂਰਿਆ ਹੋਇਆ, ਪੂਰਨ ਹੋ ਰਿਹਾ ਹੈ, ਵਿਆਪਕ ਹੋ ਰਿਹਾ ਹੈ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਣਹਾਰ। ਅਨਕ ਭਾਂਤ ਹੋਏ ਪਸਰਿਆ, ਨਾਨਕ ਏਕ ਓਂਕਾਰ। ਅਨੇਕਾਂ ਰੂਪ ਧਾਰ ਕੇ ਪਸਰਿਆ ਹੋਇਆ। ਜਲ ਦੇ ਅੰਦਰ ਵੀ ਨਿਰਮਲਤਾ ਧਾਰ ਕੇ ਪਸਰਿਆ ਹੋਇਆ ਵਾਹਿਗੁਰੂ, ਔਰ ਇਸੇ ਤਰ੍ਹਾਂ ਥਲਾਂ ਦੇ ਅੰਦਰ ਵੀ ਪਰਮਾਤਮਾ ਪਸਰਿਆ ਹੋਇਆ। ਮੈਦਾਨੀ ਇਲਾਕੇ ਵਿੱਚ ਵੀ ਜਿਹੜੇ ਬਿਰਛ ਬੂਟੇ ਹਨ, ਸੋ ਇਸ ਤਰ੍ਹਾਂ ਜੀਵ ਤੁਰੇ ਫਿਰਦੇ ਨੇ, ਇਹਨਾਂ 'ਚ ਵੀ ਜੋਤ ਰੂਪ ਹੋ ਕੇ ਪਸਰਿਆ ਹੋਇਆ। ਧਰਤੀ ਤੋਂ ਅਲ ਆਕਾਸ਼ ਦੇ ਅੰਦਰ ਵੀ ਨਿਰਖੋਭ ਹੋ ਕੇ ਪਰਮੇਸ਼ਰ ਪਸਰਿਆ ਹੋਇਆ, ਨਿਰਖੋਭਤਾ ਰੂਪ ਧਾਰਿਆ ਹੋਇਆ। ਰਵਿਆ ਵਿੱਚ ਵਣਾ, ਜਿਹੜੇ ਵਣਾ ਬਿਰਛ ਬੂਟੇ ਹਨ, ਵਣ ਨਾਮ ਦਰਖਤ ਦਾ, ਵਣਾ ਨਾਮ ਜੰਗਲ ਦਾ, ਜੰਗਲਾਂ ਵਿੱਚ ਵੀ ਹੈ। ਮੈਦਾਨੀ ਇਲਾਕੇ ਸਾਫ ਪੱਧਰਾ ਥਾਂ ਜਿੱਥੇ ਲੋਕ ਵਸਦੇ ਨੇ, ਅਤੇ ਵਣ ਬਿਰਛ ਬੂਟੇ ਜੰਗਲ, ਉਹਨਾਂ ਵਿੱਚ ਵੀ ਬਿਰਛ ਬੂਟਿਆਂ ਦੇ ਵਿੱਚ ਵੀ ਰਸ ਹੈ, ਉਹਨਾਂ ਨੂੰ ਫੁੱਲ ਲੱਗਦੇ ਨੇ, ਫਲ ਲੱਗਦੇ ਨੇ। ਇਹ ਜਿਹੜਾ ਜੀਵਨ ਹੈ ਇਹ ਪਰਮੇਸ਼ਰ ਦੀ ਸੱਤਾ ਵਰਤ ਰਹੀ ਹੈ। ਸੋ ਪ੍ਰਭ ਚਿੱਤ ਨ ਆਵੈ, ਕਿਤੜਾ ਦੁੱਖ ਗਣਾ। ਉਹ ਪ੍ਰਭੂ ਜੋ ਹਰ ਥਾਂ ਹੀ ਸਮਾਇਆ ਹੋਇਆ ਮੌਜੂਦ ਹੈ, ਵਿਆਪਕ ਹੈ। ਜੇ ਐਸਾ ਪ੍ਰਭੂ ਚਿੱਤ ਵਿੱਚ ਚੇਤੇ ਨਾ ਆਵੇ, ਨਹੀਂ ਚੇਤੇ ਆਉਂਦਾ ਹੈ, ਤਾਂ ਕਿਤੜਾ ਦੁੱਖ ਗਣਾ। ਜੇ ਨਹੀਂ ਚੇਤੇ ਆਵੇਗਾ ਤਾਂ ਕਿੰਨਾ ਕੁ ਵੱਡਾ ਦੁੱਖ। ਇੱਕ ਖਿਨ ਪਿਆਰਾ ਵੀਸਰੈ, ਰੋਗ ਵੱਡਾ ਮਨ ਮਾਹੈ। ਜਿਹੜਾ ਦੁੱਖ ਹੈ ਵਿਛੋੜੇ ਦਾ, ਪਰਮਾਤਮਾ ਦੀ ਯਾਦ ਨੂੰ ਭੁੱਲ ਜਾਣ ਦਾ, ਉਹ ਦੁੱਖ ਕਿੱਡਾ ਕੁ ਵੱਡਾ ਅਸੀਂ ਗਿਣ ਕੇ ਦੱਸੀਏ, ਗਿਣਤੀ ਕਰਕੇ ਹਿਸਾਬ ਲਾ ਕੇ ਦੱਸੀਏ। ਭਾਵ ਬਹੁਤ ਵੱਡਾ ਦੁੱਖ ਹੈ। ਵਿਛੋੜੇ ਕਰਕੇ ਸਾਰੇ ਦੁੱਖ ਸਾਡੇ ਗਲ ਪਏ ਹੋਏ ਨੇ। ਪਰ ਇਹ ਵਿਛੋੜਾ, ਇਹ ਦੁੱਖ ਵਿਛੋੜੇ ਦਾ ਮਹਿਸੂਸ ਭਗਤਾਂ ਨੂੰ ਹੋਇਆ। ਜਿਉ ਮਛਲੀ ਬਿਨ ਪਾਣੀਆਂ ਰਹਿ ਨ ਕਿਤੈ ਉਪਾਏ, ਤਿਉ ਹਰ ਬਿਨ ਸੰਤ ਨ ਜੀਵੇ, ਬਿਨ ਹਰ ਨਾਮੈ ਮਰ ਜਾਏ। ਸਾਨੂੰ ਇਹ ਵਾਹਿਗੁਰੂ ਤੋਂ ਜਿਹੜਾ ਵਿਛੋੜਾ ਪਿਆ ਦਾ ਦੁੱਖ ਮਹਿਸੂਸ ਨਹੀਂ ਹੁੰਦਾ, ਕਿਉਂਕਿ ਅਸੀਂ ਵਿਛੋੜੇ ਵਿੱਚ ਹੀ ਪ੍ਰਸੰਨ ਰਹਿ ਰਹੇ ਹਾਂ। ਸਾਡਾ ਚਿੱਤ ਨਹੀਂ ਪਰਮਾਤਮਾ ਵੱਲ, ਭਾਵ ਗਿਆਤ ਨਹੀਂ, ਸੋਝੀ ਨਹੀਂ, ਗਿਆਨਵਾਨ ਨਹੀਂ ਹਾਂ, ਅਗਿਆਨੀ ਹਾਂ। ਸਭ ਕੁਝ ਅੱਖਾਂ ਨਾਲ ਵੇਖਦੇ ਹੋਏ ਵੀ ਜੇਤੀ ਸਮੱਗਰੀ ਦੇਖੋ ਰੇ ਨਰ, ਤੇਤੀ ਹੀ ਛੱਡ ਜਾਣੀ। ਇਹ ਤਾਂ ਛੱਡ ਜਾਣਾ ਸਭ ਕੁਝ। ਕਈ ਸਾਡੇ ਸੰਗੀ ਸਾਥੀ ਛੱਡ ਗਏ ਸਾਰੇ ਸੰਸਾਰ ਨੂੰ, ਮੁੜ ਕੇ ਲੱਭੇ ਹੀ ਨਹੀਂ। ਫਰੀਦ ਜੀ ਨੇ ਵੀ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆ ਜੀ ਨਹੀਂ, ਤੂੰ ਜਣਿਆ ਉਹੇ, ਤੈ ਪਾਸੋਂ ਲੱਦ ਕੇ ਤੂੰ ਅਜਾ ਨਾ ਪਤੀਣ ਉਹੇ। ਛੱਡ ਤਾਂ ਜਾਣਾ ਸਾਰਾ ਕੁਝ। ਅਤੇ ਇਸ ਪ੍ਰਕਾਰ ਵਾਹਿਗੁਰੂ ਸਥਿਰ ਰਹਿਣ ਵਾਲਾ, ਅਤੇ ਜੇ ਉਹ ਪ੍ਰਮਾਤਮਾ ਚਿੱਤ ਵਿੱਚ ਚੇਤੇ ਨਹੀਂ ਆਉਂਦਾ ਤਾਂ ਕਿੱਡਾ ਕੁ ਵੱਡਾ ਦੁੱਖ ਗਲ ਪੈਂਦਾ, ਕੀ ਗਿਣਤੀ ਕਰੀਏ। ਜਿਨੀ ਰਾਵਿਆ ਸੋ ਪ੍ਰਭੂ, ਰਾਵਿਆ ਹੁੰਦਾ ਮਾਣਿਆ ਭੋਗਿਆ। ਜਿਨ੍ਹਾਂ ਨੇ ਉਸ ਪ੍ਰਭੂ ਪਰਮਾਤਮਾ ਦੀ ਪ੍ਰਾਪਤੀ ਦੇ ਆਨੰਦ ਨੂੰ ਮਾਣਿਆ ਹੈ, ਭੋਗਿਆ ਹੈ, ਤਿੰਨਾਂ ਭਾਗ ਮਣਾ। ਉਹਨਾਂ ਦੇ ਮਣਾ ਮੂੰਹ ਭਾਗ ਹਨ, ਭਾਵ ਬਹੁਤ ਉੱਚੇ ਭਾਗ ਹਨ, ਬਹੁਤ ਵੱਡੇ ਭਾਗ ਨੇ। ਅਸੀਂ ਤਾਂ ਸਮਝਦੇ ਹਾਂ ਨਾ, ਜਿਹਦੇ ਕੋਲ ਗੱਡੀਆਂ, ਕਾਰਾਂ, ਮੋਟਰਾਂ, ਧਨ ਦੌਲਤ ਜ਼ਿਆਦਾ, ਉਹ ਵੱਡਿਆਂ ਭਾਗਾਂ ਵਾਲਾ। ਪਰ ਸਤਿਗੁਰੂ ਨੇ ਨਹੀਂ ਇਹ ਗੱਲ ਮੰਨੀ। ਬੜ ਭਾਗੀ ਤੇ ਜਨ ਕਉ ਜਾਨੋ, ਜੋ ਹਰ ਕੇ ਗੁਣ ਗਾਵੇ। ਹਜ਼ੂਰ ਕਹਿੰਦੇ ਨੇ, ਜਿਨ੍ਹਾਂ ਨੇ ਉਸ ਦੇ ਆਨੰਦ ਨੂੰ ਭੋਗ ਲਿਆ, ਮਾਣ ਲਿਆ, ਪ੍ਰਮਾਤਮਾ ਵਿੱਚ ਭੇਦਤਾ ਪ੍ਰਾਪਤ ਕੀਤੀ, ਉਹਨਾਂ ਦੇ ਮਣਾ ਮੂੰਹ ਭਾਗ ਨੇ। ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਹਰ ਦਰਸ਼ਨ ਕਉ, ਕੱਕੇ ਤੇ ਟਿੱਪੀ ਹੈ, ਅਰਥ ਉਹੀ ਹੈ ਕਿ ਹਰੀ ਦੇ ਦਰਸ਼ਨਾਂ ਵਾਸਤੇ ਮਨ ਲੋਚਦਾ, ਇੱਛਦਾ ਹੈ, ਮਨ ਇੱਛਾ ਕਰਦਾ ਹੈ। ਨਾਨਕ ਪਿਆਸ ਮਨਾ, ਅਤੇ ਮਨ ਦੇ ਤਾਈਂ ਬਹੁਤ ਵੱਡੀ ਪਿਆਸ ਲੱਗੀ ਹੋਈ ਹੈ। ਜਿਵੇਂ ਪਿਆਸ ਲੱਗੀ ਨਾ ਪਾਣੀ ਦੀ, ਜਿਵੇਂ ਤ੍ਰਿਸ਼ਨਾ ਲੱਗੀ ਪਦਾਰਥਾਂ ਦੀ, ਇਸ ਤਰ੍ਹਾਂ ਮਨ 'ਚ ਪਿਆਸ ਲੱਗਣੀ, ਮਨ 'ਚ ਤੜਪ ਪੈਦਾ ਹੋਣੀ ਵਾਹਿਗੁਰੂ ਦੇ ਮਿਲਣ ਦੀ। ਜਿਵੇਂ ਭਾਈ ਗੁਰਦਾਸ ਨੇ ਲਿਖਿਆ ਬਚਨ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ। ਨਿਹੁ ਵਾਲੇ ਨੈਣਾ ਕੀ ਨੀਂਦਰ, ਉਹ ਦਿਨੇ ਰਾਤ ਪਏ ਵਹਿੰਦੇ। ਇੱਕੋ ਲਗਨ ਲੱਗੀ ਲਈ ਜਾਂਦੀ, ਹੈ ਟੋਰ ਅਨੰਤ ਤਿੰਨਾਂ ਦੀ। ਵਸਲੋਂ ਉਰੇ ਮੁਕਾਮ ਨਾ ਕੋਈ, ਉਹ ਚਾਲ ਪਏ ਨਿਤ ਰਹਿੰਦੇ। ਜਿਹੜੇ ਉਹ ਵਾਹਿਗੁਰੂ ਦੇ ਮੁਤਲਾਸ਼ੀ ਹਨ, ਖੋਜੀ ਹਨ, ਪਰਮਾਤਮਾ ਨੂੰ ਮਿਲਣਾ ਚਾਹੁੰਦੇ ਨੇ,
ਉਹ ਕਹਿੰਦੇ ਨੇ ਨਿਕਲ ਜਾ ਅਕਲ ਸੇ ਦੂਰ ਕੇ ਇਹ ਚਰਾਗੇ ਰਾਹ ਹੈ ਮੰਜ਼ਿਲ ਨਹੀਂ। ਔਰ ਇੱਕ ਮੁਸਲਮਾਨ ਅਦੀਬ ਨੇ ਇਹ ਵੀ ਬਚਨ ਲਿਖਿਆ ਕਿ ਇਹ ਜੋ ਬਾਗੇ ਫਿਰਦੌਸ਼ कहते हैं मंजिल है थके हारों की ठहर जाएं ठहरने वाले हम तो सफ़र करते हैं। ਜਿਨ੍ਹਾਂ ਨੇ ਪ੍ਰਮਾਤਮਾ ਨੂੰ ਮਿਲਣ ਦੀ ਤਾਂਘ ਪੈਦਾ ਕੀਤੀ ਹੈ ਉਹਨਾਂ ਨੂੰ ਕੁਛ ਵੀ ਰਾਹ 'ਚ ਰੋੜਾ ਨਹੀਂ ਬਣਦਾ। ਕਹਿੰਦੇ ਜਿਹੜਾ ਬਹਿਸ਼ਤ ਦਾ ਬਾਗ ਸੁਰਗ ਦਾ ਬਾਗ ਜਿਹਾ ਦੱਸਦੇ ਨੇ ਇਹ ਤਾਂ ਥੱਕੇ ਮਨ ਦੇ ਲੋਕਾਂ ਦੀ ਮੰਜ਼ਿਲ ਹੈ। ਜਿੰਨਾ ਰੁਕਣਾ ਰੁਕ ਜਾਓ, ਅਸੀਂ ਇੱਥੇ ਨਹੀਂ ਸਾਡੀ ਬਿਰਤੀ, ਸਾਡੀ ਸੁਰਤ ਹੋਰ ਕਿਤੇ ਲੱਗੀ ਹੋਈ, ਜਦੋਂ ਅੱਗੇ ਆ ਪ੍ਰਮਾਤਮਾ ਦਾ ਦਰ। ਸੋ ਇਸ ਪ੍ਰਕਾਰ ਸੁਰਗ ਬਾਸ ਨਾ ਬਾਂਸ਼ੀਆ ਡਰੀਆ ਨਾ ਨਰਕ ਨਿਵਾਸ ਹੋਣਾ ਹੈ ਸੋ ਹੋਈ ਹੈ ਮਨੈ ਨ ਕੀਜੈ ਆਸ ਰਮਈਆ ਗੁਣ ਗਾਈਆ ਜਾਤੇ ਪਾਈਐ ਪਰਮ ਨਿਦਾਨ। ਇਸ ਤਰ੍ਹਾਂ ਰੱਬ ਦੇ ਆਸ਼ਿਕਾਂ ਨੂੰ ਜਿਹੜੀ ਪਿਆਸ ਹੈ ਵਾਹਿਗੁਰੂ ਦੇ ਦਰਸ਼ਨਾਂ ਦੀ ਹੈ। ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲੱਗਾ। ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਇਸ ਚੇਤ ਦੇ ਮਹੀਨੇ 'ਚ ਜਿਹੜਾ ਰੱਬ ਦਾ ਸੰਤ ਗੁਰਮੁਖ ਪਿਆਰਾ ਮੈਨੂੰ ਮਿਲਾ ਦੇਵੇ ਉਸ ਪ੍ਰਭੂ ਪਰਮਾਤਮਾ ਦੇ ਨਾਲ, ਮੈਂ ਉਸ ਦੇ ਚਰਨੀ ਲੱਗਾਂਗਾ। ਤਿਸ ਕੈ ਪਾਏ ਲੱਗਾ, ਮੈਂ ਤਿਸ ਦੇ ਪੈਰੀਂ ਲੱਗਦਾ ਹਾਂ। ਇਹ ਚੇਤ ਦੇ ਮਹੀਨੇ ਰਾਹੀਂ ਉਪਦੇਸ਼ ਦਿੱਤਾ ਹੈ। ਅਗਲਾ ਮਹੀਨਾ ਹੈ ਵੈਸਾਖ ਦਾ। ਹਜ਼ੂਰ ਕਹਿੰਦੇ ਨੇ ਵੈਸਾਖ ਧੀਰਨ ਕਿਉ ਵਾਢੀਆ ਜਿਨ੍ਹਾਂ ਪ੍ਰੇਮ ਵਿਸ਼ੋ। ਵੈਸਾਖ ਦੇ ਮਹੀਨੇ ਵਿੱਚ ਭਾਵੇਂ ਬਸੰਤ ਰੁੱਤ ਹੈ, ਬੜਾ ਸੁਹਾਵਣਾ ਮੌਸਮ ਹੈ, ਪਰ ਜਿਹੜੀਆਂ ਜੀਵ ਰੂਪ ਇਸਤਰੀਆਂ ਵਾਹਿਗੁਰੂ ਤੋਂ ਵਾਢੀਆਂ ਮੈਨੇ ਵਿਛੜੀਆਂ ਹੋਈਆਂ ਹਨ ਉਹ ਕਿਸ ਤਰ੍ਹਾਂ ਧੀਰਜ ਕਰ ਸਕਦੀਆਂ ਹਨ। ਜੀਵ ਰੂਪ ਇਸਤਰੀਆਂ ਜਿਹੜੀਆਂ ਪਰਮਾਤਮਾ ਤੋਂ ਵਿਛੜ ਗਈਆਂ ਉਹਨਾਂ ਨੂੰ ਇਸ ਵਿਸਾਖ ਦੇ ਮਹੀਨੇ 'ਚ ਕਿਵੇਂ ਧੀਰਜ ਆ ਸਕਦਾ। ਜਿਨ੍ਹਾਂ ਪ੍ਰੇਮ ਵਿਸ਼ੋ, ਜਿਨ੍ਹਾਂ ਦਾ ਪਰਮਾਤਮਾ ਦੇ ਪ੍ਰੇਮ ਦੀ ਛੋਹ ਤੋਂ ਬੇਸ਼ੋ, ਛੋਹ ਤੋਂ ਸਖਣੀਆਂ ਹੋ ਗਈਆਂ, ਵਾਹਿਗੁਰੂ ਦੇ ਪਰਮਾਤਮਾ ਦੀ ਛੋਹ ਤੋਂ ਵਿਛੜੀਆਂ ਹੋਈਆਂ, ਪਰਮਾਤਮਾ ਦੇ ਪ੍ਰੇਮ ਤੋਂ ਵਿਛੜੀਆਂ ਹੋਈਆਂ, ਪ੍ਰੇਮ ਦੀ ਛੋਹ ਤੋਂ ਖਾਲੀ ਹਨ। ਹਰ ਸਾਜਨ ਪੁਰਖ ਵਿਸਾਰ ਕੈ ਲੱਗੀ ਮਾਇਆ ਧੋਹੋ। ਜਿਹੜੀ ਮਾਇਆ ਹੈ ਸੰਸਾਰ ਦੀ, ਇਹ ਸਰੀਰ ਤੋਂ ਲੈ ਕੇ ਅਰੰਭਤਾ ਹੁੰਦੀ ਹੈ ਮਾਇਆ ਦੀ। ਇਹ ਛਲ ਰੂਪ ਹੈ, ਧੋਹੋ ਧੋਖਾ ਰੂਪ ਹੈ। ਅਤੇ ਇਹ ਮਾਇਆ ਚੰਬੜੀ ਹੋਈ ਹੈ। ਕਿਉਂ ਚੰਬੜੀ ਹੈ? ਹਰ ਸਾਜਨ ਪੁਰਖ ਵਿਸਾਰ। ਹਰੀ ਪਰਮਾਤਮਾ ਜੋ ਸੱਜਣ ਹੈ ਲੋਕ ਪ੍ਰਲੋਕ ਦਾ ਅਤੇ ਪੁਰਖ ਪੂਰਨ ਹੈ ਸਾਰਿਆਂ ਥਾਵਾਂ 'ਤੇ, ਐਸੇ ਪਰਮਾਤਮਾ ਨੂੰ ਵਿਸਾਰ ਕੇ ਉਹਨਾਂ ਦੀ ਜਿਹੜੀ ਸੁਰਤੀ ਬਿਰਤੀ ਹੈ ਉਹ ਲੱਗ ਗਈ ਹੈ ਮਾਇਆ ਦੇ ਮਾਇਆ ਰੂਪੀ ਧੋ ਛਲ ਵਿੱਚ। ਮਾਇਆ ਛਲ ਰੂਪ ਹੈ, ਮਾਇਆ ਵਿੱਚ ਲੱਗੀ ਹੋਈ ਹੈ ਬਿਰਤੀ। ਉਹਨਾਂ ਨੂੰ ਕਿਵੇਂ ਧੀਰਜ ਆ ਸਕਦਾ? ਰੱਬ ਤੋਂ ਤਾਂ ਵਿਛੋੜਾ ਪਿਆ, ਪਰਮਾਤਮਾ ਤੋਂ ਵਿਛੜੀਆਂ ਤਾਂ ਹਨ। ਅਤੇ ਇਸ ਮਾਇਆ ਦੇ ਛਲ ਵਿੱਚ ਫਸ ਗਈ ਬਿਰਤੀ ਅਤੇ ਪਰਮਾਤਮਾ ਦੇ ਪ੍ਰੇਮ ਦੀ ਛੋਹ ਤੋਂ ਖਾਲੀ ਹੋ ਗਈ। ਪੁੱਤਰ ਕਲੱਤਰ ਨਾ ਸੰਗ ਧਨਾ, ਨਾ ਸੰਤਾਨ ਜਿਹੜੀ ਉਤਪਤ ਹੋਈ ਹੈ ਪੁੱਤਰ, ਨਾ ਕਲੱਤਰ ਇਸਤਰੀ, ਅਤੇ ਨਾ ਹੀ ਧਨ ਸੰਗ ਹੋਵੇਗਾ ਅੰਤ ਨੂੰ। ਕੌਣ ਹੋਵੇਗਾ ਸਾਥ ਦੇਵੇਗਾ? ਹਰ ਅਵਿਨਾਸੀ। ਉਹ ਜੇ ਜਪਿਆ ਸਤਨਾਮ ਸ਼੍ਰੀ ਵਾਹਿਗੁਰੂ ਤਾਂ ਉਹ ਅਵਿਨਾਸੀ ਪਰਮਾਤਮਾ ਸਹਾਈ ਹੋਵੇਗਾ। ਹਰੀ ਪਰਮਾਤਮਾ ਜੋ ਨਾਸ ਤੋਂ ਰਹਿਤ ਹੈ ਉਹੀ ਸਹਾਇਤਾ ਕਰੇਗਾ। ਨਾ ਪੁੱਤਰ ਨਾਲ ਜਾਏਗਾ ਕੋਈ, ਨਾ ਧਰਮ ਪਤਨੀ ਇਸਤਰੀ ਨਾਲ ਜਾਏਗੀ, ਨਾ ਧਨ ਜਿਹੜਾ ਜਮ੍ਹਾਂ ਕੀਤਾ ਜੀਵ ਨੇ ਇਹ ਸੰਗ ਜਾਏਗਾ। ਜਿਵੇਂ ਬਚਨ ਹਨ ਜੇਤੀ ਸਮੱਗਰੀ ਦੇਖੋ ਰੇ ਨਰ ਤੇਤੀ ਹੀ ਛੱਡ ਜਾਂਦੀ। ਸੋ ਇਸ ਪ੍ਰਕਾਰ ਹੋਰ ਵੀ ਬੜੇ ਬਚਨ ਸੱਚੇ ਪਾਤਸ਼ਾਹ ਨੇ ਮਾਤਾ ਪਿਤਾ ਧੀਆਂ ਪੁੱਤਰਾਂ ਧਨ ਬਾਰੇ ਕੀਤੇ ਨੇ। ਜਿਵੇਂ ਦਸਮ ਪਾਤਸ਼ਾਹ ਬਚਨ ਕਰਦੇ ਹਨ ਕਿ ਤਉ ਤਨ ਤਿਆਗਤ ਹੀ ਸੋਨਰੇ ਜੜ, ਪ੍ਰੇਤ ਬਖਾਨ ਤ੍ਰਿਆ ਭਜ ਜੈ ਹੈ, ਭਉਨ ਭੰਡਾਰ ਧਰਾ ਗੜ ਜੇਤਕ ਛਾਡਤ ਪ੍ਰਾਨ ਬੇਗਾਨ ਕਹਿ ਹੈ। ਪੁੱਤਰ ਕੁਲੱਤਰ ਸੁਮਿੱਤਰ ਸਖਾ ਬਹੁ, ਬੇਗ ਨਿਕਾਰਹੁ ਆਇਸ ਦਹਿ ਹੈ, ਚੇਤ ਰੇ ਚੇਤ ਅਚੇਤ ਮਹਾਪਸ ਅੰਤ ਕੀ ਬਾਰ ਅਕੇਲੋ ਹੀ ਜਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਕਿਨ ਜਿਨ ਜਿਨ੍ਹਾਂ ਨੇ ਗੁਰਮੰਤਰ ਜਪਿਆ ਹੈ ਉਹਨਾਂ ਦੇ ਨਾਲ ਨਾਮ ਸਾਥ ਹੋਵੇਗਾ। ਸਾਧੂ ਦੀ ਸੰਗਤ ਕੀਤੀ ਸਹਾਇਤਾ ਕਰੇਗੀ, ਗੁਰੂ ਪਰਮੇਸ਼ਰ ਨਾਲ ਹੋਣਗੇ, ਹੋਰ ਕੋਈ ਨਹੀਂ। ਪਲਚ ਪਲਚ ਸਗਲੀ ਮੂਈ ਝੂਠਾ ਧੰਦਾ ਮੋਹ। ਹਜ਼ੂਰ ਕਹਿੰਦੇ ਨੇ ਜਿੰਨੀ ਲਕਾਈ ਸੰਸਾਰ ਦੀ ਸ੍ਰਿਸ਼ਟੀ ਹੈ ਨਾ, ਝੂਠਾ ਧੰਦਾ ਜਿਹੜਾ ਨਾਸਵੰਤ ਪਦਾਰਥਾਂ ਦਾ ਧੰਦਾ ਹੈ ਸੰਸਾਰ ਦਾ, ਇਹਦੇ ਮੋਹ ਵਿੱਚ
ਪਲਚ ਪਲਚ ਕੇ ਉਲਝ ਉਲਝ ਕੇ ਫਸ ਫਸ ਕੇ ਪਰਚ ਪਰਚ ਕੇ ਮਨ ਦੇ ਪਾਰ ਚ ਪਰਚਾਵੇ ਬੰਨ ਬੰਨ ਕੇ ਸਾਰੀ ਸ੍ਰਿਸ਼ਟੀ ਮਰ ਗਈ ਆਤਮਕ ਮੌਤੇ। ਰੱਬ ਨੂੰ ਵਿਸਾਰ ਛੱਡਿਆ ਜੋ ਸੱਚ ਹੈ, ਤੇ ਜੋ ਝੂਠ ਹੈ ਸਾਰਾ ਕੁਛ ਉਹਦੇ ਧੰਦੇ 'ਚ। ਸੋ ਝੂਠੇ ਧੰਦਿਆਂ ਵਿੱਚ, ਮੋਹ ਵਿੱਚ ਸਾਰਾ ਸੰਸਾਰ ਗੁਲਤਾਨ ਹੋ ਗਿਆ। ਧੰਦੇ ਦਾ ਜੋ ਮੋਹ ਹੈ, ਇਹਦੇ ਨਾਲ ਪੂੰਜੀ ਜਮ੍ਹਾਂ ਹੋਵੇਗੀ ਨਾ, ਇਹੋ ਹੀ ਹੈ ਸਭ ਕੁਛ। ਇਹ ਸਭ ਕੁਛ ਨਹੀਂ ਹੈ, ਮਾਇਆ ਕਾਰ ਵਿਹਾਰ ਚਲਾਉਣ ਵਾਸਤੇ ਹੈ। ਜਦੋਂ ਤੱਕ ਸਰੀਰ ਹੈ ਸਾਡਾ, ਬੰਦਾ ਮਾਇਆ ਵਾਸਤੇ ਨਹੀਂ ਬਣਿਆ। ਮਾਇਆ ਧਨ ਪਦਾਰਥ ਖਾਣ ਪੀਣ ਵਾਲੇ ਸਾਰਾ ਕੁਝ ਬੰਦੇ ਵਾਸਤੇ ਬਣੇ ਨੇ, ਪਰ ਬੰਦੇ ਨੇ ਆਪਣਾ ਮਨੋਰਥ ਹੀ ਇਹ ਸਮਝ ਲਿਆ ਵੀ ਇਹੋ ਹੀ ਸਭ ਕੁਛ ਹੈ। ਇਹਨੂੰ ਕਹਿੰਦੇ ਨੇ ਫਸ ਫਸ ਕੇ ਮਰ ਜਾਣਾ। ਇੱਕ ਸਹਰ ਕੇ ਨਾਮ ਬਿਨ ਅੱਗੇ ਲਈਐ ਖੋਹੇ। ਹਜ਼ੂਰ ਕਹਿੰਦੇ ਤੈਨੂੰ ਦੱਸਦੇ ਹਾਂ ਕਿ ਅੱਗੇ ਪਰਲੋਕ ਵਿੱਚ, ਅਗਲੇ ਜਹਾਨ, ਇੱਕ ਪਰਮਾਤਮਾ ਦਾ ਨਾਮ ਹੀ ਤੇਰੇ ਨਾਲ ਹੋਵੇਗਾ। ਜਿਹ ਮਾਤ ਪਿਤਾ ਸੋ ਤਮੀਤ ਨਾ ਭਾਈ, ਮਨ ਊਹਾ ਨਾਮ ਤੇਰਾ ਸੰਗ ਸਹਾਈ। ਹੋਰ ਕੁਛ ਨਹੀਂ। ਇੱਕ ਹਰੀ ਪਰਮਾਤਮਾ ਦੇ ਨਾਮ ਤੋਂ ਬਗੈਰ ਅੱਗੇ ਲਈ ਇਹ ਖੋਹੇ। ਦੋ ਤਰ੍ਹਾਂ ਨਾਲ ਅਰਥ ਕੀਤਾ ਵਿਦਵਾਨ ਸੱਜਣਾ ਨੇ। ਅੱਗੇ ਦਾ ਅਰਥ ਹੈ ਪਹਿਲਾਂ ਹੀ। ਇਹ ਪ੍ਰੋਫੈਸਰ ਸਾਹਿਬ ਸਿੰਘ ਜੀ ਨੇ ਜਾਂ ਹੋਰ ਇਸ ਵਿਚਾਰਧਾਰਾ ਵਾਲਿਆਂ ਨੇ ਇਹ ਅਰਥ ਕੀਤਾ ਅੱਗੋਂ ਹੀ। ਅੱਗੇ ਦਾ ਅਰਥ ਅੱਗੋਂ ਹੀ, ਮਰਨ ਤੋਂ ਪਹਿਲਾਂ ਹੀ। ਜਿਵੇਂ ਤੀਰਥ ਬਰਤਰ ਦਾਨ ਕਰ ਮਨ ਮੈਂ ਧਰੈ ਗੁਮਾਨ, ਨਾਨਕ ਨੇਫਲ ਜਾਤ ਤੇ ਜਿਉ ਕੁੰਚਰ ਇਸ਼ਨਾਨ। ਫਰਜ਼ ਕਰੋ ਕਿਸੇ ਨੇ ਦਾਨ ਕੀਤਾ ਬੜਾ ਵੱਡਾ, ਤੇ ਅੰਦਰ ਗਿਆਨ ਨਾ ਹੋਣ ਕਰਕੇ, ਉਹ ਉੱਚੀ ਅਵਸਥਾ ਨਾ ਹੋਣ ਕਰਕੇ, ਸਿਮਰਨ ਵਾਲੀ ਹੰਕਾਰ ਨਾ ਮਿਟਿਆ ਹੋਣ ਕਰਕੇ, ਉਹ ਗਰਭ ਗੁਮਾਨ ਹੰਕਾਰ ਪ੍ਰਗਟ ਕਰਦਾ ਵੀ ਮੈਂ ਦਾਨੀ ਹਾਂ। ਮਨ ਵਿੱਚ ਵੀ ਹੈ, ਜ਼ਬਾਨ ਤੋਂ ਵੀ ਬੋਲਣ ਲੱਗ ਪੈਂਦਾ। ਤੇ ਹਜ਼ੂਰ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨੇ, ਹੋਰਨਾਂ ਗ੍ਰੰਥਾਂ 'ਚ ਵੀ ਲਿਖਿਆ ਹੋਇਆ ਵੀ ਜਿਸ ਕਰਮ ਦਾ ਹੰਕਾਰ ਕਰੀਏ ਉਹ ਕਰਮ ਮਨੋਂ ਨਾਸ ਹੋ ਜਾਂਦਾ। ਨੇਫਲ ਨਿਸਫਲ ਚਲਾ ਗਿਆ, ਇੱਥੇ ਰਹਿ ਗਿਆ ਨਾ, ਫਿਰ ਦਾਨ ਨਾਲ ਤਾਂ ਗਿਆ ਨਾ, ਸਹਾਇਤਾ ਨਾ ਕੀਤੀ। ਸੋ ਇਸ ਪ੍ਰਕਾਰ ਕਾਮ ਨਾ ਬਿਸਰਿਓ, ਕ੍ਰੋਧ ਨਾ ਬਿਸਰਿਓ, ਲੋਭ ਨਾ ਛੂਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੂਟੀ, ਨਿਫਲ ਭਈ ਸਭ ਸੇਵਾ। ਇੱਕ ਵਾਹਿਗੁਰੂ ਦਾ ਨਾਮ ਹੈ ਜਿਹੜਾ ਇਹਨਾਂ ਕਦੂਰਤਾਂ ਤੋਂ ਸਾਨੂੰ ਹਟਾਉਂਦਾ। ਕਾਮ ਦੇ ਅਧੀਨ ਹੋ ਕੇ ਬੁਰੇ ਕਰਮ ਕਰਦਾ ਜਿਹਦੇ ਅੰਦਰ ਨਾਮ ਨਹੀਂ ਟਿਕਿਆ, ਕ੍ਰੋਧ ਦੇ ਅਧੀਨ ਹੋ ਕੇ, ਲੋਭ ਦੇ ਅਧੀਨ ਹੋ ਕੇ, ਪਰਾਈ ਨਿੰਦਾ ਨਹੀਂ ਛੱਡਦਾ, ਤੇ ਫਿਰ ਮਹਾਰਾਜ ਕਹਿੰਦੇ ਉਹ ਬੜੀਆਂ ਸੇਵਾਵਾਂ ਕੀਤੀਆਂ ਕਈ ਵਾਰੀ ਨਿਸਫਲ ਚਲੀਆਂ ਜਾਂਦੀਆਂ। ਸੋ ਇਸ ਪ੍ਰਕਾਰ ਇਹ ਅਰਥ ਹੈ। ਦੂਜਾ, ਅੱਗੇ ਪ੍ਰਲੋਕ ਦੇ ਵਿੱਚ ਜਦੋਂ ਕਹਿੰਦੇ ਰੂਹ ਨੂੰ ਜਮਦੂਤ ਫਰਿਸ਼ਤੇ ਆਦਿਕ ਲੈ ਕੇ ਜਾਂਦੇ ਨੇ, ਤੇ ਉਸ ਵੇਲੇ 2 ਘੁੱਟ ਪਾਣੀ ਬਦਲੇ, ਥੋੜ੍ਹਾ ਖੁਰਾਕ ਭੋਜਨ ਬਦਲੇ, ਉਹ ਸਾਰੇ ਪੁੰਨਦਾਨ ਖੋਈ ਜਾਂਦੇ ਨੇ। ਇੱਕ ਪਰਮਾਤਮਾ ਦਾ ਨਾਮ ਹੈ ਜਿਹਨੂੰ ਕੋਈ ਨਹੀਂ ਖੋ ਸਕਦਾ। ਸਤਿਗੁਰੂ ਅਰਜਨ ਦੇਵ ਦਾ ਬਚਨ ਹੈ, ਕਰਮ ਧਰਮ ਪਾਖੰਡ ਜੋ ਦੀਸਾ ਹੈ, ਤਿਨ ਜਮ ਜਗਾਤੀ ਲੂਟਾ ਹੈ, ਨਿਰਵਾਣ ਕੀਰਤਨ ਗਾਵਹੁ ਕਰਤੇ ਕਾ, ਨਿਮੁਖ ਸਿਮਰਤ ਜਿਤ ਛੂਟਾ। ਜਮ ਜਗਾਤੀ ਮਸੂਲੀਆ ਜਮ, ਟੈਕਸ ਲਾਉਣ ਵਾਲਾ ਜਮ ਲੁੱਟ ਲੈਂਦਾ ਕਹਿੰਦੇ। ਹੋਰ ਜਿੰਨੇ ਵੀ ਕਰਮ ਧਰਮ ਪਖੰਡ ਵਾਲੇ ਕੀਤੇ ਹੋਏ ਨੇ, ਵਿਖਾਵੇ ਦੇ ਧਰਮ ਦੇ ਕਰਮ। ਸੋ ਇਸ ਪ੍ਰਕਾਰ ਇੱਕ ਸਹਰ ਕੇ ਨਾਮ ਬਿਨ, ਇੱਕੋ ਇੱਕ ਹਰੀ ਪਰਮਾਤਮਾ ਦੇ ਨਾਮ ਨਾਲ ਹੀ ਸਹਾਇਤਾ ਹੋਵੇਗੀ। ਇਸ ਨਾਮ ਤੋਂ ਬਗੈਰ ਅੱਗੇ ਪ੍ਰਲੋਕ ਵਿੱਚ ਲਈਆ ਖੋਏ ਖੋਹ ਲੈਂਦੇ ਹਨ। ਦਈਓ ਵਿਸਾਰ ਵਿਗੁਚਣਾ, ਦਈਓ ਮਤਲਬ ਪਿਆਰ ਸਰੂਪ ਪ੍ਰਭੂ, ਦਇਆਲੂ ਪ੍ਰੇਰਕ, ਦਈਓ ਪ੍ਰੇਰਕ, ਦਈਓ ਦਿਆਲੂ ਸਰੂਪ, ਪਿਆਰ ਸਰੂਪ, ਪ੍ਰੇਮ ਸਰੂਪ ਜੋ ਵਾਹਿਗੁਰੂ ਹੈ, ਉਸ ਨੂੰ ਵਿਸਾਰ ਕੇ ਜੀਵ ਨੂੰ ਵਿਗੁਚਣਾ, ਖੁਆਰ ਹੋਣਾ ਪੈਂਦਾ। ਵਿਗੁਚਣਾ ਹੁੰਦਾ ਖੁਆਰ ਹੋਣਾ। ਪ੍ਰਭ ਬਿਨ ਅਵਰ ਨਾ ਕੋਇ, ਪ੍ਰਭੂ ਤੋਂ ਬਗੈਰ ਅਵਰ ਹੋਰ ਕੋਈ ਸਾਡੀ ਸਹਾਇਤਾ ਕਰਨ ਵਾਲਾ ਨਹੀਂ ਹੈ, ਕੋਈ ਰਖਵਾਲਾ ਨਹੀਂ ਹੈ। ਪ੍ਰੀਤਮ ਚਰਣੀ ਜੋ ਲੱਗੇ ਤਿਨ ਕੀ ਨਿਰਮਲ ਸੋਏ। ਭਗਤਾਂ ਦੇ ਪ੍ਰੀਤ ਕਰਨ ਯੋਗ ਪਿਆਰਾ ਜੋ ਪ੍ਰੀਤਮ ਹੈ ਵਾਹਿਗੁਰੂ, ਉਸ ਦੇ ਨਾਮ ਰੂਪੀ ਚਰਨਾਂ ਨਾਲ ਜਿਹੜੇ ਲੱਗ ਗਏ, ਜੋ ਸ਼ਬਦ ਰੂਪੀ ਚਰਨਾਂ ਨਾਲ ਲੱਗੇ। ਹਿਰਦਾ ਚਰਨ ਸ਼ਬਦ ਸਤਿਗੁਰ ਕੋ, ਨਾਨਕ ਬਾਂਧਿਓ ਪਾਲ, ਜਾਂ ਚਿੱਤ ਚਰਨ ਨਾਮ। ਚਿੱਤ ਵਿੱਚ ਨਾਮ ਦਾ ਵਸਣਾ ਹੀ ਚਰਨਾਂ ਦਾ ਵਸਣਾ। ਐਸੇ ਪ੍ਰੀਤਮ ਪ੍ਰਭੂ ਦੇ ਨਾਮ ਰੂਪ ਚਰਨੀ ਜਿਹੜੇ ਲੱਗ ਗਏ, ਤਿਨ ਕੀ ਨਿਰਮਲ ਸੋਏ। ਸੋਏ ਦਾ ਅਰਥ ਹੈ ਸ਼ੋਭਾ। ਉਹਨਾਂ ਦੀ ਸ਼ੋਭਾ ਭਾਵ ਨਿਰਮਲ ਹੈ। ਨਿਰਮਲ ਤੋਂ ਅਰਥ ਹੈ ਉਜਲੀ, ਪਵਿੱਤਰ, ਸ਼ੁੱਧ ਹੈ। ਉਹਨਾਂ ਦੀ ਕੋਈ ਝੂਠੀ ਮੂਠੀ ਸ਼ੋਭਾ ਨਹੀਂ ਹੁੰਦੀ। ਜਿਵੇਂ ਰਾਜੇ ਮਹਾਰਾਜਿਆਂ, ਰਾਜਨੀਤਿਕਾਂ ਦੀ ਸ਼ੋਭਾ ਲੋਕ ਮੂੰਹ 'ਤੇ ਕਰਦੇ ਨੇ, ਪਿੱਠ ਪਿੱਛੇ ਨਿੰਦਾ ਕਰਦੇ ਨੇ। ਪਤਾ ਹੁੰਦਾ ਵੀ ਇਹ ਬੜੇ ਗੰਦੇ ਲੋਕ ਨੇ, ਤੇ ਉਹਨਾਂ ਦੇ ਮੂੰਹ 'ਤੇ ਸ਼ੋਭਾ ਕਰੀ ਜਾਣਗੇ, ਕਿਉਂਕਿ ਲੋਭ ਲਾਲਚ ਹੁੰਦਾ, ਖੁਸ਼ਾਮਦ ਕਰਦੇ ਨੇ।
ਤੇ ਜਦੋਂ ਉਹ ਲੋਕ ਮਰ ਜਾਂਦੇ ਨੇ ਫਿਰ ਨਿੰਦਾ ਹੀ ਨਿੰਦਾ, ਪਿੱਠ ਪਿੱਛੇ ਵੀ ਨਿੰਦਾ। ਪਰ ਰੱਬ ਦੇ ਪਿਆਰਿਆਂ ਦੀ ਜਿਹੜਾ ਵੀ ਉਸਤਤ ਵਡਿਆਈ ਕਰੇਗਾ ਦਿਲੋਂ ਕਰੇਗਾ, ਕਿਉਂਕਿ ਉਹਨਾਂ ਦਿਲਾਂ ਤੇ ਰਾਜ ਕੀਤਾ। ਜਿਵੇਂ ਬਚਨ ਹਨ, ਤਿਨ ਕੀ ਸੋਭਾ ਨਿਰਮਲੀ ਪ੍ਰਗਟ ਭਈ ਜਹਾਨ, ਉਹਨਾਂ ਦੀ ਸੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ। ਰਵਿਦਾਸ ਜੀ, ਨਾਮਦੇਵ ਜੀ, ਕਬੀਰ ਜੀ ਕਦੋਂ ਦੇ ਹੋਏ ਨੇ? ਉਦੋਂ ਪਿੱਛੇ ਹੋਰ ਚਲੇ ਜਾਓ, ਰਾਜਾ ਜਨਕ ਜੀ ਕਦੋਂ ਦੇ ਹੋਏ ਨੇ? ਧਰੂ ਜੀ, ਪ੍ਰਹਿਲਾਦ ਜੀ ਸਤਯੁਗ ਦੇ ਵੇਲਿਆਂ ਦੇ ਹੋਏ ਨੇ। ਅੱਜ ਵੀ ਵਡਿਆਈ ਹੋ ਰਹੀ ਹੈ। ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਹਰ ਜੈਸੇ, ਇੰਜ ਕਹਿੰਦੇ ਨੇ ਸਤਿਗੁਰੂ। ਸੋ ਇਸ ਕਰਕੇ ਉਹਨਾਂ ਦੀ ਜਿਹੜੀ ਸੋਏ ਸੋਭਾ ਹੈ ਉਹ ਨਿਰਮਲ ਹੈ, ਉਜਲ ਹੈ, ਪਵਿੱਤਰ ਹੈ। ਨਾਨਕ ਕੀ ਪ੍ਰਭ ਬੇਨਤੀ, ਪ੍ਰਭ ਮਿਲੋ ਪ੍ਰਾਪਤ ਹੋਏ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਇੰਜ ਬੇਨਤੀ ਕਰੋ ਕਿ ਮਹਾਰਾਜ ਸਾਡੀ ਤੁਹਾਡੇ ਚਰਨਾਂ 'ਚ ਇੱਕ ਬੇਨਤੀ ਹੈ, ਪ੍ਰਭੂ ਜੀ ਪ੍ਰਭ ਮਿਲੋ ਪ੍ਰਾਪਤ ਹੋਏ। ਪ੍ਰਭੂ ਜੀ ਮਿਲੋ ਤੇ ਇੱਕ ਵਾਰੀ ਮਿਲ ਕੇ ਅਲੋਪ ਨਾ ਹੋ ਜਾਓ, ਪ੍ਰਾਪਤ ਹੋ ਕੇ ਮਿਲੋ, ਮਤਲਬ ਸਦਾ ਵਾਸਤੇ ਮਿਲੇ ਰਹੋ। ਇੱਕ ਵਾਰੀ ਮਿਲ ਪਵੋ ਤੇ ਪ੍ਰਾਪਤ ਹੀ ਰਹੋ। ਤੇ ਦੂਸਰਾ ਇੰਜ ਵੀ ਵਿਦਵਾਨਾਂ ਨੇ ਅਰਥ ਕੀਤਾ, ਪਰਾਪਤ, ਜੇ ਤੁਸੀਂ ਮਿਲ ਪਵੋ ਤੇ ਤੁਹਾਡੇ ਮਿਲਾਪ ਵਿੱਚ ਹੀ ਸਾਡੀ ਪਰਾ ਮੈਨੇ ਉਤਕ੍ਰਿਸ਼ਟ ਉੱਚੀ ਪੱਤ ਹੋਵੇਗੀ। ਪੱਤ ਇੱਜ਼ਤ। ਇਹ ਪਰਾ ਤੇ ਪੱਤ ਵੱਖਰਾ ਪਾਠ ਨਹੀਂ ਕਰਨਾ, ਪਾਠ ਇਕੱਠਾ ਹੀ ਹੈ ਪ੍ਰਾਪਤ, ਪਰ ਅਰਥ ਵਾਸਤੇ ਇੰਜ ਵੀ ਕੀਤਾ ਤੇ ਸਾਡੀ ਪਰਾ ਉੱਚੀ, ਪਰਾ ਮਹਾਨ, ਵਿਸ਼ੇਸ਼, ਉਤਕ੍ਰਿਸ਼ਟ ਪੱਤ ਇੱਜ਼ਤ ਹੋ ਜਾਏਗੀ। ਤੁਸੀਂ ਮਿਲੋ ਤਾਂ ਤੁਹਾਡੇ ਮਿਲਾਪ ਵਿੱਚ ਹੀ ਇੱਜ਼ਤ ਹੈ। ਸੋ ਇਸ ਪ੍ਰਕਾਰ ਜਿਵੇਂ ਬਚਨ ਕੀਤਾ ਕਿ ਧੂੜੀ ਵਿੱਚ ਲੁਡੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਮੈਂ ਧੂੜੀ ਵਿੱਚ ਲੁਡੰਦੜੀ ਹੋਈ ਸ਼ੋਭਾ ਪਾਵਾਂ ਜੇ ਤੂੰ ਸ਼ਹੁ ਮੇਰਾ ਪਤੀ ਮੇਰੇ ਨਾਲ ਹੋਵੇਂ ਤਾਂ। ਸੋ ਇਸ ਪ੍ਰਕਾਰ ਧੂੜੀ 'ਚ ਲਿਬੜੀ ਤਿਬੜੀ ਵੀ ਮੈਂ ਬਾਂਹ ਲਾਰ ਲਾਰ ਕੇ ਸ਼ੋਭਾ ਪਾਉਂਦੀ ਹੋਈ ਫਿਰਾਂਗੀ ਜੇ ਤੂੰ ਮੇਰੇ ਨਾਲ ਆ ਤਾਂ। ਜਾਮੂ ਇੱਕ ਤਾਂ ਲੱਖ ਤਉ ਜਿੱਤੀ ਪਿੰਨਣੇ ਦਰ ਕਿਤੜੇ। ਸੋ ਸੱਚੇ ਪਾਤਸ਼ਾਹ ਜੇ ਤੁਸੀਂ ਇੱਕੋ ਤਾਂ ਸਭ ਕੁਛ ਪ੍ਰਾਪਤ ਹੈ। ਵੈਸਾਖ ਸੁਹਾਵਾ ਤਾਂ ਲੱਗੈ ਜਾਂ ਸੰਤ ਭੇਟੈ ਹਰ ਸੋਏ। ਵੈਸਾਖ ਦਾ ਮਹੀਨਾ ਮਹਾਰਾਜ ਕਹਿੰਦੇ ਅਸਲ ਵਿੱਚ ਸੁਹਾਵਾ ਸ਼ੋਭਨੀਕ ਤਾਂ ਹੀ ਲੱਗਦਾ ਹੈ ਜਾਂ ਸੰਤ ਭੇਟੈ ਹਰ ਸੋਏ, ਜਾਂ ਸੰਤ ਜੋ ਰੱਬ ਦੀ ਬੰਦਗੀ ਕਰਨ ਵਾਲਾ ਹਰੀ ਪਰਮਾਤਮਾ ਨੂੰ ਭੇਟੇ ਮਿਲ ਲੈਂਦਾ ਹੈਗਾ। ਦੂਸਰਾ ਅਰਥ ਹੈ ਉਸ ਹਰੀ ਪਰਮਾਤਮਾ ਦਾ ਸੰਤ ਜੇ ਜੀਵ ਭੇਟੇ ਮਿਲ ਲਵੇ, ਜੀਵ ਨੂੰ ਮਿਲ ਪਵੇ ਹਰੀ ਦਾ ਸੰਤ। ਤੇ ਤੀਸਰਾ ਅਰਥ ਉਸ ਹਰੀ ਅਕਾਲ ਪੁਰਖ ਨੂੰ ਸੰਤ ਗਿਆ। ਸੰਤ ਗੁਰੂ, ਸੰਤ ਪਰਮਾਤਮਾ ਤੇ ਸੰਤ ਪੁੱਗਾ ਹੋਇਆ ਮਹਾਤਮਾ ਜੋ ਜੀਵ ਕੋਟੀ ਤੋਂ ਤਰੱਕੀ ਕਰਕੇ ਪਰਮਾਤਮਾ ਵਿੱਚ ਅਭੇਦ ਹੋ ਗਿਆ। ਸੋ ਇਸ ਪ੍ਰਕਾਰ ਉਹ ਹਰੀ ਸੰਤ ਪਰਮਾਤਮਾ ਜੇ ਜੀਵ ਨੂੰ ਮਿਲ ਪਵੇ ਤਾਂ ਇਹ ਮਹੀਨਾ ਸੁਹਾਵਾ ਸ਼ੋਭਨੀਕ ਲੱਗਦਾ ਹੈ। ਉਸ ਹਰੀ ਦਾ ਸੰਤ ਮਿਲ ਪਵੇ, ਉਸ ਹਰੀ ਦਾ ਸਰੂਪ ਸੰਤ ਸਤਿਗੁਰੂ ਜੀ ਮਿਲ ਪੈਣ, ਉਹ ਹਰੀ ਹੀ ਸੰਤ ਸਰੂਪ ਹੈ। ਜੇ ਮਿਲ ਪੈਂਦਾ ਹੈ ਤਾਂ ਵਿਸਾਖ ਦਾ ਮਹੀਨਾ ਸੁਹਾਵਾ ਸ਼ੋਭਨੀਕ ਲੱਗਦਾ ਹੈ। ਅੱਗੇ ਹਜ਼ੂਰ ਜੇਠ ਦੇ ਮਹੀਨੇ ਰਾਹੀਂ ਉਪਦੇਸ਼ ਬਖਸ਼ ਰਹੇ ਨੇ। ਹਰ ਜੇਠ ਜੁੜਨ ਦਾ ਲੋੜੀਐ ਜਿਸ ਅੱਗੇ ਸਭ ਨਿਵਾਨਾ। ਜੇਠ ਵੱਡੇ ਦਾ ਨਾਮ ਹੈ। ਜਿਵੇਂ ਘਰ ਵਿੱਚ ਜਿਹੜਾ ਪੁੱਤ ਹੁੰਦਾ ਪਹਿਲਾ, ਉਹਨੂੰ ਕਹਿੰਦੇ ਜੇਠਾ ਪੁੱਤ, ਉਹਦਾ ਸਤਿਕਾਰ ਕਰਦੇ ਨੇ ਦੂਸਰੇ ਭੈਣ ਭਾਈ। ਇਹ ਵੱਡਾ ਹੈ। ਵੱਡਿਆਂ ਦਾ ਸਤਿਕਾਰ ਕਰਨਾ ਸਿਖਾਇਆ ਗਿਆ ਸਾਨੂੰ, ਸਾਡੇ ਸੱਭਿਆਚਾਰ ਵਿੱਚ ਹੈ। ਰਹੁ ਰੀਤ ਹੈ, ਮਰਿਆਦਾ ਸੰਸਾਰ ਦੀ। ਜੇਠਾ ਵੱਡੇ ਨੂੰ ਕਹਿੰਦੇ ਨੇ। ਔਰ ਇਸੇ ਤਰ੍ਹਾਂ ਜਿਸ ਬੀਬੀ ਦੇ ਪਤੀ ਦਾ ਵੱਡਾ ਭਰਾ, ਉਹ ਜੇਠ ਜਾਣ ਕੇ, ਵੱਡਾ ਜਾਣ ਕੇ ਉਹਦੇ ਅੱਗੇ ਝੁਕਦੀ ਹੈ, ਵੱਡਿਆਂ ਅੱਗੇ ਝੁਕਿਆ ਜਾਂਦਾ। ਤੇ ਵੱਡਾ ਪਰਮੇਸ਼ਰ ਤੋਂ ਤਾਂ ਕੋਈ ਵੱਡਾ ਨਹੀਂ, ਹਰੀ ਪਰਮਾਤਮਾ ਹੀ ਜੇਠ, ਜੇਠ ਰੂਪ ਹੈ, ਵੱਡਾ ਰੂਪ ਹੈ। ਸਾਰੀ ਦੇਵੀ ਦੇਵਤਿਆਂ ਤੋਂ ਉੱਪਰ ਜੇਠਾ ਵੱਡਾ ਹੈ, ਵਾਹਿਗੁਰੂ। ਤੇ ਜੇਠ ਦੇ ਮਹੀਨੇ ਰਾਹੀਂ ਸਤਿਗੁਰੂ ਜੀ ਉਪਦੇਸ਼ ਦੇ ਰਹੇ ਨੇ ਕਿ ਹਰੀ ਜੋ ਜੇਠ ਵੱਡਾ ਸਭ ਤੋਂ ਪਰਮਾਤਮਾ, ਉਹਦੇ ਨਾਲ ਜੁੜਨਾ ਲੋੜੀਆ ਚਾਹੀਦਾ ਹੈ। ਪਰਮਾਤਮਾ ਨਾਲ ਜੁੜਨ ਦੀ ਲੋੜ ਹੈ ਸਾਨੂੰ। ਜਿਸ ਅੱਗੇ ਸਭ ਨਿਵਨ, ਜਿਸ ਦੇ ਅੱਗੇ ਸਾਰੇ ਨਿਵਾਉਂਦੇ ਨੇ, ਸਿਰ ਨਿਵਾਉਂਦੇ ਨੇ, ਨਿਵਨ ਨਿਉਂਦੇ ਝੁਕਦੇ ਨੇ। ਜਿਤ ਦਰ ਲੱਖ ਮੁਹੰਮਦਾ, ਦਸਮ ਪਾਤਸ਼ਾਹ ਦਾ ਬਚਨ ਹੈ। ਜਿਤ ਦਰ ਲੱਖ ਮੁਹੰਮਦਾ, ਲਖ ਬ੍ਰਹਮੇ ਵਿਸ਼ਨ ਮਹੇਸ਼, ਲੱਖ ਲੱਖ ਰਾਮ ਵਡੀਰੀਏ, ਲੱਖ ਰਾਹੀ ਲੱਖ ਵੇਸ। ਜਿਹਦੇ ਦਰ ਤੇ ਲੱਖਾਂ ਪੈਗੰਬਰ ਮੁਹੰਮਦ ਸਾਹਿਬ ਵਰਗੇ ਝੋਲੀਆਂ ਫੈਲਾ ਕੇ ਖਲੋਤੇ ਨੇ, ਲੱਖਾਂ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਵਰਗੇ ਜਿਹਦੇ ਦਰ ਤੋਂ ਵਰਦਾਨ ਮੰਗਦੇ ਨੇ, ਲੱਖਾਂ ਰਾਮਚੰਦਰ ਵਰਗੇ ਜਿਸ ਦੇ ਦਰ ਤੋਂ ਵਡਿਆਈ ਪ੍ਰਾਪਤ ਕਰਦੇ ਨੇ। ਸੋ ਐਸੇ ਪਰਮਾਤਮਾ ਅੱਗੇ ਜੋ ਸਭ ਨਿਆਉਂਦੇ ਨੇ, ਉਹਦੇ ਨਾਲ ਜੁੜਨਾ ਲੋੜੀਦਾ, ਜੁੜਨਾ ਚਾਹੀਦਾ ਹੈ। ਜੁੜਨ ਦੀ ਸਾਨੂੰ ਲੋੜ ਹੈ।
ਹਰ ਸੱਜਣ ਦਾਵਣ ਲੱਗਿਆ ਕਿਸੈ ਨਾ ਦੇਈ ਬੰਨ। ਹਰੀ ਜੋ ਸੱਜਣ ਹੈ ਲੋਕ ਪ੍ਰਲੋਕ ਦਾ, ਜੇ ਉਹਦੇ ਦਾਵਣ ਦਾਮਨ ਪੱਲੇ ਨਾਲ ਲੱਗ ਜਾਈਏ, ਹਰੀ ਸੱਜਣ ਦੇ ਪੱਲੇ ਨਾਲ ਲੱਗਣ ਕਰਕੇ ਕੀ ਹੋਵੇਗਾ ਕਿ ਉਹ ਸਾਨੂੰ ਬੰਨ੍ਹ ਕੇ ਕਿਸੇ ਦੇ ਅੱਗੇ ਲਾ ਕੇ ਨੇ ਤੋਰ ਦੇਵੇਗਾ। ਸਾਨੂੰ ਬੰਨ੍ਹ ਕੇ ਕਿਸੇ ਨੂੰ ਨਹੀਂ ਫੜਾ ਦੇਵੇਗਾ, ਕਿਸੇ ਨੂੰ ਇਜਾਜ਼ਤ ਨਹੀਂ ਦੇਵੇਗਾ ਜਾਮਾਦਕਾਂ ਨੂੰ ਕਿ ਸਾਨੂੰ ਕੋਈ ਬੰਨ੍ਹ ਕੇ ਲੈ ਜਾਏ। ਮਾਣਕ ਮੋਤੀ ਨਾਮ ਪ੍ਰਭ ਉਨ ਲੱਗਿਆ ਨਾਹੀਂ ਸੰਨ। ਜਿਹੜੇ ਦੁਨਿਆਵੀ ਮਾਣਕ ਮੋਤੀ ਹੀਰੇ ਲਾਲ ਜਵਾਹਰਾਤ ਹੁੰਦੇ ਨੇ, ਉਹਨਾਂ ਦੇ ਚੋਰੀ ਹੋਣ ਦਾ ਡਰ ਹੁੰਦਾ। ਮਹਾਰਾਜ ਕਹਿੰਦੇ ਨੇ ਪ੍ਰਮਾਤਮਾ ਅਕਾਲ ਪੁਰਖ ਦਾ ਜੋ ਨਾਮ, ਐਸੋ ਹੀਰਾ ਨਿਰਮਲ ਨਾਮ ਜਾਸ ਜਬਤ ਪੂਰਨ ਸਭ ਕਾਮ। ਪ੍ਰਭੂ ਦਾ ਨਾਮ ਹੀ ਅਮੋਲਕ ਮਾਣਕਾਂ ਦੀ ਨਿਆਈ, ਅਮੋਲਕ ਮੋਤੀਆਂ ਦੀ ਨਿਆਈ ਹੈ। ਤੇ ਇਹ ਐਸਾ ਹੈ, ਰਾਮ ਰਤਨ ਲੈ ਹਿਰਦੈ ਰਾਖਿਆ। ਸੋ ਇਸ ਪ੍ਰਕਾਰ ਹਿਰਦੇ 'ਚ ਵਸਦਾ ਏ ਤੇ ਇੱਥੋਂ ਕੋਈ ਚੋਰੀ ਨਹੀਂ ਕਰ ਸਕਦਾ। ਉਹਨੂੰ ਲੱਗਿਆ ਨਾ ਹੀ ਸੰਨ ਪਾੜ, ਕੰਧ ਪਾੜ ਕੇ ਜਿਹੜੀ ਚੋਰੀ ਕਰਨੀ ਹੈ, ਇਹਨੂੰ ਸੰਨ ਨਹੀਂ ਲਾ ਕੇ ਕੋਈ ਲਿਜਾ ਸਕਦਾ, ਚੁਰਾਇਆ ਨਹੀਂ ਜਾ ਸਕਦਾ। ਹਰ ਧਨ ਕੋ ਉਚੱਕਾ ਨੇੜ ਨਾ ਆਵੇ, ਜਮ ਜਾਗਾਤੀ ਡੰਡ ਨਾ ਲਗਾਈ। ਇਹ ਜਮ ਜਿਹੜਾ ਉਹ ਵੀ ਨਹੀਂ ਡੰਡ ਲਾ ਸਕਦਾ, ਤੇ ਚੋਰ ਉਚੱਕਾ ਕੋਈ ਲੁੱਟ ਕੇ ਚੋਰੀ ਕਰਕੇ ਨਹੀਂ ਲਿਜਾ ਸਕਦਾ। ਇਹ ਧਨ ਅਗਨੀ ਤਸਕਰ ਹੈ, ਪਾਣੀ ਹੈ ਜਮਦੂਤਾ ਹੈ, ਕਿਸੇ ਕਾ ਗਵਾਇਆ ਨਾ ਜਾਏ। ਨਾ ਅੱਗ ਸਾੜ ਸਕਦੀ ਹੈ, ਨਾ ਪਾਣੀ ਡੋਬ ਸਕਦਾ ਹੈ। ਸੋ ਇਸ ਪ੍ਰਕਾਰ ਨਾ ਹਵਾ ਉਡਾ ਕੇ ਲਿਜਾ ਸਕਦੀ ਹੈ। ਅਗਨ ਨਾ ਦਹੈ ਪਵਨ ਨਹੀਂ ਮਗਨਾ, ਤਸਕਰ ਨੇਰ ਨ ਆਵੈ। ਰਾਮ ਨਾਮ ਧਨ ਕਰ ਸੰਚਾਉਨੀ, ਸੋ ਧਨ ਕਤ ਹੀ ਨ ਜਾਵੈ। ਹਮਰਾ ਧਨ ਮਾਧੋ ਗੋਬਿੰਦ ਧਰਣੀ ਧਰ, ਇਹ ਸਾਰ ਧਨ ਕਹੀਐ। ਸੋ ਇਸ ਪ੍ਰਕਾਰ ਰੰਗ ਸਭੇ ਨਾਰਾਇਣ, ਜੇਤੇ ਮਨ ਭਾਵਨ। ਹਜ਼ੂਰ ਕਹਿੰਦੇ ਨੇ ਕਿ ਜਿਹੜੇ ਗੁਰਮੁਖ ਪਿਆਰੇ ਨੇ, ਜਿੰਨੇ ਵੀ ਨਾਰਾਇਣ ਪਰਮਾਤਮਾ ਦੇ ਸਾਰੇ ਰੰਗ ਉਹ ਵੇਖਦੇ ਨੇ, ਉਹਨਾਂ ਦੇ ਮਨ ਨੂੰ ਭਾਉਂਦੇ ਚੰਗੇ ਲੱਗਦੇ ਨੇ। ਭਾਵ ਪਰਮਾਤਮਾ ਦੇ ਰੰਗ ਤੋਂ ਮਤਲਬ ਉਹਦੇ ਕੌਤਕ। ਸਾਰੇ ਨਾਰਾਇਣ ਪਰਮਾਤਮਾ ਦੇ ਜਿੰਨੇ ਵੀ ਕੌਤਕ ਹਨ, ਉਹਨਾਂ ਦੇ ਮਨ ਨੂੰ ਭਾਵਨ ਚੰਗੇ ਲੱਗਦੇ ਨੇ। ਜੇਤੇ ਮਨ ਭਾਵਨ, ਜਿੰਨੇ ਵੀ ਸਾਡੇ ਮਨਾਂ ਨੂੰ ਭਾਵਨ ਚੰਗੇ ਲੱਗਦੇ ਨੇ ਨਾ, ਦੁਨੀਆ ਦੇ ਵਿੱਚ ਰੰਗ ਬਿਖੇਰੇ ਹੋਏ ਵਾਹਿਗੁਰੂ ਵੱਲੋਂ, ਇਹ ਸਾਰੇ ਨਾਰਾਇਣ ਪਰਮਾਤਮਾ ਦੇ ਆਪਣੇ ਬਿਖੇਰੇ ਹੋਏ ਰੰਗ ਨੇ। ਇਹਨਾਂ ਰੰਗਾਂ ਵਿੱਚੋਂ ਵੀ ਨਾਰਾਇਣ ਪਰਮੇਸ਼ਰ ਨੂੰ ਹੀ ਤੱਕਣਾ ਚਾਹੀਦਾ। ਸੱਚ ਸੱਚਾ ਕੁਦਰਤ ਜਾਣੀਆਂ, ਦਿਨ ਰਾਤੀ ਜਿਨ ਬਣਾਈਆਂ। ਇਹ ਹਵਾ ਦੀ ਸਾਂ ਸਾਂ, ਪਾਣੀਆਂ ਦੀ ਸਲਲ ਸਲਲ, ਔਰ ਇਸੇ ਤਰ੍ਹਾਂ ਬਿਰਛ ਬੂਟਿਆਂ ਦਾ ਲਹਿ ਲਹਾਉਣਾ, ਬਨਸਪਤੀ ਵਿੱਚ ਫੁੱਲ ਖਿੜਨੇ, ਸਾਰੀ ਕੁਦਰਤ ਵਿੱਚ ਪਰਮਾਤਮਾ ਦੇ ਰੰਗ ਭਰੇ ਹੋਏ ਨੇ। ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨ। ਜੋ ਪਰਮਾਤਮਾ ਲੋੜਦਾ ਇੱਛਦਾ ਹੈ, ਉਹ ਕੁਝ ਹੀ ਉਹ ਕਰਦਾ। ਬੀਓ ਪੂਛ ਨਾ ਮਸਲਤ ਤਰੈ, ਜੋ ਕਿਛ ਕਰੈ ਸੋ ਆਪੇ ਕਰੈ। ਪਰਮਾਤਮਾ ਕਿਸੇ ਦੂਜੇ ਤੋਂ ਸਲਾਹ ਨਹੀਂ ਪੁੱਛਦਾ ਵੀ ਆਹ ਕੰਮ ਕਰੀਏ ਕਿ ਨਾ ਕਰੀਏ। ਜੋ ਕੁਛ ਵੀ ਕਰਦਾ ਆਪਣੇ ਆਪ ਹੀ ਕਰਦਾ ਹੈ, ਸੋ ਕਰੇ। ਜੋ ਉਹ ਲੋੜਦਾ ਇੱਛਦਾ ਕਰਨਾ ਚਾਹੁੰਦਾ ਉਹ ਕਰਦਾ, ਤੇ ਸੋਈ ਜੀ ਕਰਨ। ਜੀਵ ਵੀ ਆਪਣੀ ਮਰਜ਼ੀ ਨਾਲ ਕੁਛ ਨਹੀਂ ਕਰ ਸਕਦੇ। ਜੋ ਪਰਮਾਤਮਾ ਚਾਹੁੰਦਾ, ਜੀਵ ਵੀ ਉਹੀ ਕੁਝ ਕਰਦੇ ਨੇ। ਜੋ ਪ੍ਰਭ ਕੀਤੇ ਆਪਣੇ ਸਈ ਕਹੀ ਇਹ ਧਨ। ਜਿਹੜੇ ਜੀਵ ਭਗਤ ਪਰਮਾਤਮਾ ਅਕਾਲ ਪੁਰਖ ਨੇ ਆਪਣੇ ਬਣਾ ਲਏ ਹਨ, ਭਾਵ ਅੰਗੀਕਾਰ ਕਰ ਲਏ ਹਨ, ਆਪਣੇ ਨਾਲ ਭੇਦ ਕਰ ਲਏ ਹਨ। ਸਈ ਕਹੀ ਹੈ ਧਨ, ਭਾਵ ਆਪਣਾ ਨਾਮ ਜਪਣ ਵਿੱਚ, ਸਿਮਰਨ ਵਿੱਚ ਜਿਹੜੇ ਜੋੜ ਲਏ ਹਨ, ਉਹਨੇ ਆਪਣੇ ਬਣਾ ਲੈਣਾ, ਤੇ ਉਹਨਾਂ ਨੂੰ ਧਨ ਕਿਹਾ ਜਾਂਦਾ ਹੈ, ਕਹੀਦਾ ਹੈ। ਉਹਨਾਂ ਨੂੰ ਹੀ ਕਹਿਣਾ ਬਣਦਾ ਵੀ ਉਹ ਧਨ ਨੇ। ਧਨ ਮੈਨੇ ਸਲਾਉਣ ਯੋਗ, ਵੱਡੇ ਨੇ, ਮਹਾਨ ਨੇ। ਜਿਵੇਂ ਬਚਨ ਹਨ ਕਿ ਸਫਲ ਜਨਮ ਹਰ ਜਨ ਕਾ ਉਪਜਿਓ, ਜਨ ਕੀਨੋ ਸੌਂਤ ਵਿਦਾਤਾ। ਹੈ ਤਾਂ ਸਾਰੇ ਵਾਹਿਗੁਰੂ ਦੇ ਧੀਆਂ ਪੁੱਤਰ, ਪਰ ਹਜ਼ੂਰ ਕਹਿੰਦੇ ਨੇ ਹਰੀ ਦੇ ਭਗਤਾਂ ਦਾ ਜਨਮ ਸਫਲ ਹੋਇਆ, ਉਹਨਾਂ ਦਾ ਜਨਮ ਲੈ ਕੇ ਆਉਣਾ ਸਫਲ ਆ, ਜਿਨ੍ਹਾਂ ਨੇ ਪਰਮਾਤਮਾ ਨੂੰ ਸੌਂਤਰੇ ਬਣਾ ਦਿੱਤਾ, ਸੰਤਾਨ ਵਾਲੇ, ਔਲਾਦ ਵਾਲੇ ਪਰਮਾਤਮਾ ਨੂੰ ਬਣਾ ਦਿੱਤਾ। ਔਲਾਦ ਬਣ ਗਏ ਨਾ ਵਾਹਿਗੁਰੂ ਦੀ। ਸੋ ਇਸ ਪ੍ਰਕਾਰ ਹਜ਼ੂਰ ਕਹਿੰਦੇ ਨੇ ਉਹਨਾਂ ਨੂੰ ਧਨ ਕਹਿਣਾ ਬਣਦਾ ਹੈ। ਆਪਣ ਲੀਆ ਜੇ ਮਿਲੈ ਵਿਛੜ ਕਿਉ ਰਵਨ। ਆਪਣੇ ਯਤਨਾਂ ਨਾਲ, ਆਪਣੀ ਹੰਗਤਾ ਧਾਰ ਕੇ, ਆਪਣੇ ਆਪ ਤੇ ਟੇਕ ਰੱਖ ਕੇ, ਕਰਮ ਕਰਕੇ ਜੇ ਪ੍ਰਾਪਤ ਕੀਤਿਆਂ ਪਰਮਾਤਮਾ ਮਿਲਦਾ ਹੋਵੇ, ਆਪ ਯਤਨ ਦੇ ਨਾਲ ਪ੍ਰਾਪਤ ਕੀਤਿਆਂ ਜੇ ਮਿਲਦਾ ਹੋਵੇ, ਤਾਂ ਜਿਹੜੇ ਲੋਕ ਉਸ ਤੋਂ ਵਿਛੜੇ ਹੋਏ ਨੇ ਤੇ ਵਿਛੋੜੇ ਨੂੰ ਮਹਿਸੂਸ ਕਰਕੇ ਉਹ ਰੋਂਦੇ ਨੇ। ਕਿਉਂ ਰੋਣ? ਫਿਰ ਵਿਛੜ ਕੇ ਜੀਵ ਪਰਮਾਤਮਾ ਤੋਂ ਰੋਣ ਕਿਉਂ? ਜੇ ਆਪਣੇ ਯਤਨ ਦੇ ਨਾਲ, ਆਪਣੀ ਮਰਜ਼ੀ ਦੇ ਨਾਲ ਪਰਮਾਤਮਾ ਮਿਲਦਾ ਹੋਵੇ, ਸਾਡੀ ਮਰਜ਼ੀ ਨਾਲ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਹਜ਼ੂਰ ਕਹਿੰਦੇ ਨੇ
ਸਾਧੂ ਸ੍ਰੇਸ਼ਟ ਜਨਾਂ ਸੁਧਰੇ ਹੋਏ ਮਨ ਵਾਲਿਆਂ ਦੀ ਸੰਗਤ ਵਿੱਚ ਰਹਿ ਕੇ ਪ੍ਰਾਪਤੀ ਹੁੰਦੀ ਹੈ ਵਾਹਿਗੁਰੂ ਦੀ। ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ ਸੰਤ ਜਨਾਂ ਦੀ ਸੰਗਤ ਵਿੱਚੋਂ, ਜਿਵੇਂ ਬਚਨ ਹਨ, ਹਉ ਢੂੰਢੈਂਦੀ ਦਰਸ਼ਨ ਕਾਰਨ ਬੀਥੀ ਬੀਥੀ ਪੇਖਾ ਗੁਰ ਮਿਲ ਭਰਮ ਗਵਾਇਆ ਹੈ। ਇਹ ਬੁੱਧ ਪਾਈ ਮੈਂ ਸਾਧੂ ਕੰਨੋਂ ਲੇਖ ਲਿਖਿਓ ਧੁਰ ਮੱਥੈ। ਇਹ ਬਿਦ ਨਾਨਕ ਹਰ ਨੈਣ ਅਲੋਏ। ਕਹਿੰਦੇ ਗਲੀ ਗਲੀ ਵਿੱਚ ਮੈਂ ਖੋਜਦੀ ਫਿਰਦੀ ਸੀ, ਦਰਸ਼ਨ ਨਹੀਂ ਸੀ ਹੁੰਦਾ। ਬੀਥੀ ਦਾ ਅਰਥ ਹੈ ਗਲੀ, ਮਤਲਬ ਹੋਰ ਅਨੇਕਾਂ ਭੇਖਾਂ 'ਚ ਸਾਧਨਾਂ 'ਚ ਤੁਰੇ ਫਿਰਦੇ ਰਹੇ, ਗੱਲ ਨਾ ਬਣੀ। ਫਿਰ ਕੀ ਹੋਇਆ? ਗੁਰਮਿਲ ਭਰਮ ਗਵਾਇਆ ਹੈ। ਗੁਰੂ ਨੂੰ ਮਿਲ ਕੇ ਭਰਮ ਦੂਰ ਹੋਇਆ। ਪਰ ਗੁਰੂ ਨੂੰ ਮਿਲਣ ਵਾਲੀ ਬੁੱਧ ਮਤ ਕਿੱਥੋਂ ਮਿਲੀ? ਇਹ ਬੁੱਧ ਪਾਈ ਮੈਂ ਸਾਧੂ ਕੰਨੋਂ, ਜਿਹੜੇ ਰੱਬ ਨੂੰ ਮਿਲੇ ਹੋਏ ਸੀ ਸੰਤ, ਉਹਨਾਂ ਸਾਧੂਆਂ ਦੇ ਕੰਨੋਂ ਤਰਫੋਂ, ਪਹਾੜੀ ਬੋਲੀ 'ਚ ਤਰਫੋਂ ਨੂੰ ਕੰਨੋਂ ਕਿਹਾ ਜਾਂਦਾ। ਇਹ ਸਾਧੂਆਂ ਦੇ ਪਾਸੋਂ ਤਰਫੋਂ ਉਹਨਾਂ ਵੱਲੋਂ ਬੁੱਧ ਪ੍ਰਾਪਤ ਹੋਈ। ਅਤੇ ਫਿਰ ਮੈਂ ਗੁਰੂ ਪੂਰੇ ਨੂੰ ਮਿਲਿਆ ਅਤੇ ਪੂਰਿਆਂ ਗੁਰਾਂ ਦੀ ਚਰਨੀ ਲੱਗ ਕੇ ਫਿਰ ਦਰਸ਼ਨ ਹੋਇਆ ਵਾਹਿਗੁਰੂ ਦਾ। ਸਾਧੂ ਸੰਗ ਪ੍ਰਾਪਤ ਹੈ। ਸਾਧੂਆਂ ਦੀ ਸੰਗਤ 'ਚ ਵਸਦਿਆਂ ਵਸਦਿਆਂ ਜਿਨ੍ਹਾਂ ਨੂੰ ਪ੍ਰਾਪਤੀ ਹੋ ਗਈ, ਨਾਨਕ ਰੰਗ ਮਾਣਨ, ਉਹ ਪ੍ਰਮਾਤਮਾ ਦੀ ਅਭੇਦਤਾ ਦੇ ਰੰਗ ਆਨੰਦ ਨੂੰ, ਪ੍ਰਮਾਤਮਾ ਦੇ ਰੰਗ ਪ੍ਰੇਮ ਨੂੰ ਮਾਣਦੇ ਹਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਹਰੀ ਪਰਮਾਤਮਾ ਜੋ ਧਣੀ ਹੈ, ਧਣੀ ਪਤੀ ਨੂੰ ਕਹਿੰਦੇ, ਉਂਝ ਤਾਂ ਧਨੀ ਧਨ ਵਾਲੇ ਅਮੀਰ ਬੰਦੇ ਨੂੰ ਕਿਹਾ ਜਾਂਦਾ, ਪਰ ਗੁਜਰਾਤ ਦੀ ਬੋਲੀ 'ਚ ਧਣੀ ਪਤੀ ਨੂੰ ਕਿਹਾ ਜਾਂਦਾ। ਉਂਝ ਧਣੀ ਸ਼ਾਹੂਕਾਰ ਵੀ ਹੁੰਦਾ। ਧਣੀ ਦਾ ਅਰਥ ਹੈ ਪਤੀ। ਤਿਸ ਜੀਵ ਨੂੰ ਉਹ ਹਰੀ ਪਰਮਾਤਮਾ ਜੋ ਜੇਠ ਵੱਡਾ ਹੈ, ਰੰਗੀਲਾ ਆਨੰਦੀ ਹੈ, ਉਸ ਦੇ ਤਾਈਂ ਮਿਲ ਪਿਆ ਹੈ। ਉਸ ਵਾਸਤੇ ਜੇਠ ਦਾ ਮਹੀਨਾ ਵੀ ਬੜਾ ਰੰਗਦਾਰ, ਰੰਗੀਲਾ, ਆਨੰਦ ਦੇਣ ਵਾਲਾ ਹੈ, ਜਿਹਨੂੰ ਹਰੀ ਪਤੀ ਮਿਲ ਪਿਆ। ਪਰ ਉਸ ਨੂੰ ਮਿਲਿਆ ਜਿਸ ਕੈ ਭਾਗ ਮਥਨ, ਜਿਹਦੇ ਮੱਥੇ ਦੇ ਭਾਗ ਬੜੇ ਉੱਚੇ ਮਹਾਨ ਸਨ, ਉਹਨੂੰ ਪੂਰਿਆਂ ਗੁਰਾਂ ਦਾ ਸੰਗ ਮਿਲਿਆ, ਸਾਧੂ ਜਨਾਂ ਸ੍ਰੇਸ਼ਟ ਗੁਰਮੁਖ ਪਿਆਰਿਆਂ ਦਾ ਸੰਗ ਮਿਲਿਆ। ਉਹਨੇ ਵਾਹਿਗੁਰੂ ਨਾਲ ਪ੍ਰੇਮ ਜੋੜਿਆ ਅਤੇ ਵਾਹਿਗੁਰੂ ਉਸ ਨੂੰ ਮਿਲ ਪਿਆ। ਕਿਉਂਕਿ ਮੱਥੇ 'ਤੇ ਭਾਗ ਸਨ। ਪੂਰਬ ਲਿਖਿਆੜਾ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀ। ਪੂਰਬਲੇ ਜਨਮਾਂ 'ਚ ਕੋਈ ਚੰਗੇ ਕਰਮ ਕਮਾਏ ਹੋਣ, ਮੱਥੇ 'ਤੇ ਲੇਖ ਲਿਖਿਆ ਹੋਇਆ, ਉਹਦੇ ਅਨੁਸਾਰ ਇਹ ਸਾਰਾ ਸਬਬ ਬਣਿਆ। ਇੱਥੋਂ ਤੱਕ ਇਸ ਬਾਣੀ ਵਿੱਚੋਂ 3 ਮਹੀਨਿਆਂ ਦੀ ਵਿਚਾਰ ਹੋਈ ਹੈ। ਅਤੇ ਪਹਿਲਾ ਮੰਗਲਾ ਚਰਨ ਬੇਨਤੀ ਜੋ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਸਾਨੂੰ ਸਿਖਾਈ ਹੈ, ਇਸ ਤਰ੍ਹਾਂ ਇਹ ਮਹੀਨਿਆਂ ਦੁਆਰਾ ਸਤਿਗੁਰੂ ਜੀ ਉਪਦੇਸ਼ ਦੇ ਰਹੇ ਹਨ। ਅੱਜ ਹੋਈਆਂ ਭੁੱਲਾਂ ਚੁੱਕਾਂ ਸਤਿਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਨੇ ਖਿਮਾ ਕਰਨੀ, ਅੱਗੇ ਵਾਸਤੇ ਸੁਮਤ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।